हाँ जी गुरु सवारियो 24वीं अष्टपदी का श्लोक है। श्लोक पूरा प्रभ आराध्या पूरा जाका नाम नानक पूरा पाया पूरे के गुण गाओ। ये 24वीं श्लोक का अष्टपदी का श्लोक है। इसके जो अर्थ ने पूरे का अर्थ हुंदा मुकम्मल सदा कायम रहन वाला। जिस मनुख ने अटल नाम वाले पूर्ण प्रभु ਨੂੰ ਸਿਮਰਿਆ है नानक पूरा पाया पूरे के गुण गाओ। ਉਸ ਨੂੰ ਉਹ ਪੂਰਨ ਪ੍ਰਭੂ ਮਿਲ ਪਿਆ ਹੈ ਤਾਂ ਤੇ हे ਨਾਨਕ ਤੂੰ ਵੀ ਪੂਰਨ ਪ੍ਰਭੂ ਦੇ ਗੁਣ ਗਾ। ਅੱਗੇ ਅਸ਼ਟਪਦੀ ਦੀ ਆਰੰਭਤਾ ਹੁੰਦੀ ਹੈ ਪੂਰੇ ਗੁਰ ਕਾ ਸੁਨ ਉਪਦੇਸ਼। ਮਨ ਨੂੰ ਕਿਹਾ ਜਾ ਰਿਹਾ ਸੰਬੋਧਨ ਕਰਕੇ हे ਮੇਰੇ ਮਨ ਪੂਰੇ ਸਤਿਗੁਰੂ ਦੀ ਸਿੱਖਿਆ ਸੁਣ। ਉਪਦੇਸ਼ ਦਾ ਇੱਥੇ ਅਰਥ ਕੀ ਹੈ ਜੀ? ਸਿੱਖਿਆ। ਪਾਰ ਬ੍ਰਹਮ ਨਿਕਟ ਕਰ ਪੇਖ ਤੇ ਅਕਾਲ ਪੁਰਖ ਨੂੰ ਹਰ ਥਾਂ ਨੇੜੇ ਜਾਣ ਕੇ ਵੇਖ। ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਅਕਾਲ ਪੁਰਖ ਨੂੰ ਹਰ ਵੇਲੇ ਤੂੰ ਹਾਜ਼ਰ ਨਾਜ਼ਰ ਜਾਣ। ਸਾਸ ਸਾਸ ਸਿਮਰਹੁ ਗੋਬਿੰਦ ਤੇ ਦਮ ਦਮ ਪ੍ਰਭੂ ਨੂੰ ਯਾਦ ਕਰ। ਮਨ ਅੰਤਰ ਕੀ ਉਤਰੈ ਚਿੰਦ। ਚਿੰਦ ਦਾ ਅਰਥ ਹੈ ਚਿੰਤਾ। ਤਾਂ ਜੋ ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ। ਆਸ ਅਨਿਤ ਤਿਆਗੋ ਤਰੰਗ। हे ਮਨ ਨਿਤ ਨਾ ਰਹਿਣ ਵਾਲੀਆਂ ਚੀਜ਼ਾਂ ਦੀਆਂ ਆਸਾਂ ਦੀਆਂ ਲਹਿਰਾਂ ਛੱਡ ਦੇ। ਸੰਤ ਜਨਾਂ ਕੀ ਧੂੜ ਮਨ ਮੰਗ ਅਤੇ ਸੰਤ ਜਨਾਂ ਦੇ ਪੈਰਾਂ ਦੀ ਖਾਕ ਮੰਗ ਧੂੜੀ ਲੋਚ। ਆਪ ਛੋੜ ਬੇਨਤੀ ਕਰ ਪਾ ਭਾਵ ਛੱਡ ਕੇ ਪ੍ਰਭੂ ਦੇ ਅੱਗੇ ਅਰਦਾਸ ਕਰ। ਸਾਧ ਸੰਗ ਅਗਨ ਸਾਗਰ ਤਰੋ। ਤੇ ਪਾਤਸ਼ਾਹ ਕਹਿੰਦੇ ਨੇ ਮਨ ਨੂੰ ਕਿ ਇਸ ਤਰ੍ਹਾਂ ਕਰ ਕਿ ਸਾਧ ਸੰਗਤ ਵਿੱਚ ਰਹਿ ਕੇ ਵਿਕਾਰਾਂ ਦੀ ਅੱਗ ਦੇ ਸਮੁੰਦਰ ਤੋਂ ਪਾਰ ਲੰਘ। ਹਰ ਧਨ ਕੇ ਭਰ ਲੇਹੋ ਭੰਡਾਰ। ਪ੍ਰਭੂ ਨਾਮ ਰੂਪੀ ਧਨ ਦੇ ਖਜ਼ਾਨੇ ਭਰ ਲੈ। ਨਾਨਕ ਗੁਰ ਪੂਰੇ ਨਮਸਕਾਰ। हे ਨਾਨਕ ਅਤੇ ਪੂਰੇ ਸਤਿਗੁਰੂ ਨੂੰ ਨਮਸਕਾਰ ਕਰ। ਫਿਰ ਦੂਜਾ ਬੰਦ ਸ਼ੁਰੂ ਹੁੰਦਾ ਹੈ ਖੇਮ ਕੁਸਲ ਸਹਿਜ ਆਨੰਦ ਤੂੰ ਅਟਲ ਸੁਖ ਸੋਖਾ ਜੀਵਨ ਤੇ ਆਤਮਿਕ ਅਡੋਲਤਾ ਦਾ ਆਨੰਦ ਪ੍ਰਾਪਤ ਹੋਣਗੇ। ਤੈਨੂੰ ਇਹ ਆਨੰਦ ਪ੍ਰਾਪਤ ਹੋਏਗਾ। ਸਾਧ ਸੰਗ ਭਜ ਪਰਮਾਨੰਦ। ਤੂੰ ਕੀ ਕਰ? ਸਾਧ ਸੰਗਤ ਵਿੱਚ ਪਰਮ ਸੁਖ ਪ੍ਰਭੂ ਨੂੰ ਸਿਮਰ ਚੇਤੇ ਕਰ। ਨਰਕ ਨਿਵਾਰ ਉਧਾਰੋ ਜੀਓ। ਕਹਿੰਦੇ ਨੇ ਨਰਕਾਂ ਨੂੰ ਦੂਰ ਕਰਕੇ ਜਿੰਦ ਬਚਾ ਲੈ। ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਗੋਬਿੰਦ ਦੇ ਗੁਣ ਗਾ ਨਾਮ ਅੰਮ੍ਰਿਤ ਦਾ ਰਸ ਪੀ। ਚਿਤ ਚਿਤਵਹੁ ਨਾਰਾਇਣ ਏਕ। ਉਸ ਇੱਕ ਪ੍ਰਭੂ ਦਾ ਧਿਆਨ ਚਿੱਤ ਵਿੱਚ ਧਰੋ। ਏਕ ਰੂਪ ਜਾ ਕੇ ਰੰਗ ਅਨੇਕ। ਜਿਸ ਇੱਕ ਅਕਾਲ ਪੁਰਖ ਦੇ ਅਨੇਕਾਂ ਰੰਗ ਹਨ। ਗੋਪਾਲ ਦਾਮੋਦਰ ਦੀਨ ਦਿਆਲ। ਦੀਨਾ ਉੱਤੇ ਦਇਆ ਕਰਨ ਵਾਲਾ ਗੋਪਾਲ ਦਾਮੋਦਰ। ਦੁਖ ਭੰਜਨ ਪੂਰਨ ਕਿਰਪਾਲ। ਦੁੱਖਾਂ ਦਾ ਨਾਸ਼ ਕਰਨ ਵਾਲਾ ਸਭ ਵਿੱਚ ਵਿਆਪਕ ਤੇ ਮਿਹਰ ਦਾ ਜੋ ਘਰ ਹੈ। ਸਿਮਰ ਸਿਮਰ ਨਾਮ ਬਾਰੰਬਾਰ। ਉਸ ਦਾ ਨਾਮ ਮੁੜ ਮੁੜ ਕੇ ਯਾਦ ਕਰ ਚੇਤੇ ਕਰ। ਫਿਰ ਅਖੀਰ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਇਸ ਬੰਦ ਦੇ ਕਿ ਨਾਨਕ ਜੀ ਕਾ ਇਹ ਆਧਾਰ। ਸੋ ਪਾਤਸ਼ਾਹ ਕਹਿੰਦੇ ਨੇ हे ਨਾਨਕ ਜਿੰਦ ਦਾ ਆਸਰਾ ਇਹ ਨਾਮ ਹੀ ਹੈਗਾ। ਤੇ ਤੀਜੇ ਬੰਦ ਵਿੱਚ ਪਾਤਸ਼ਾਹ ਕਹਿੰਦੇ ਨੇ ਉੱਤਮ ਸ਼ਲੋਕ ਸਾਧ ਕੇ ਬਚਨ। ਸਾਧ ਗੁਰੂ ਦੇ ਬਚਨ ਸਭ ਤੋਂ ਚੰਗੀ ਸਿਫਤ ਸਲਾਹ ਦੀ ਬਾਣੀ ਹਨ। ਅਮੋਲੀਕ ਲਾਲ ਇਹ ਰਤਨ। ਇਹ ਅਮੋਲਕ ਲਾਲ ਹਨ ਅਮੋਲਕ ਰਤਨ ਹਨ। ਸੁਨਤ ਕਮਾਵਤ ਹੋਤ ਉਧਾਰ। ਇਹਨਾਂ ਬਚਨਾਂ ਨੂੰ ਸੁਣਿਆ ਤੇ ਕਮਾਇਆ ਤੇਰਾ ਬੇੜਾ ਪਾਰ ਹੋ ਜਾਏਗਾ। ਆਪ ਤਰਹ ਲੋਕਾਂ ਨਿਸਤਾਰ। ਜੋ ਕਮਾਉਂਦਾ ਹੈ ਉਹ ਆਪ ਤਰਦਾ ਹੈ ਤੇ ਲੋਕਾਂ ਦਾ ਵੀ ਨਿਸਤਾਰਾ ਕਰਦਾ ਹੈ। ਜਿਸ ਨੇ ਇਹ ਅਮੋਲਕ ਬਚਨ ਜ਼ਿੰਦਗੀ ਵਿੱਚ ਕਮਾ ਲਏ ਨੇ।
सफल जीवन सफलता का संग। ਉਹ ਮਨੁੱਖ ਜਾਂ ਉਸ ਮਨੁੱਖ ਦੀ ਜ਼ਿੰਦਗੀ ਪੂਰੀਆਂ ਮੁਰਾਦਾਂ ਵਾਲੀ ਹੁੰਦੀ ਹੈ, ਉਸ ਦੀ ਸੰਗਤ ਹੋਰਨਾਂ ਦੀਆਂ ਮੁਰਾਦਾਂ ਪੂਰੀਆਂ ਕਰਦੀ ਹੈ। ਜਾ ਕੇ ਮਨ ਲਾਗਾ ਹਰ ਰੰਗ, ਜਿਸ ਦੇ ਮਨ ਵਿੱਚ ਪ੍ਰਭੂ ਦਾ ਪਿਆਰ ਬਣ ਜਾਂਦਾ ਹੈ। ਜੈ ਜੈ ਸ਼ਬਦ ਅਨਾਹਤ ਵਾਜੈ, ਉਸ ਦੇ ਅੰਦਰ ਚੜ੍ਹਦੀਆਂ ਕਲਾਂ ਦੀ ਰੋਹ ਸਦਾ ਚੱਲਦੀ ਹੈ। ਆਨੰਦ ਦੇ ਵਾਜੇ ਵੱਜਣ ਵਾਲੀ ਗੱਲ ਹੈ। ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ, ਜਿਸ ਨੂੰ ਸੁਣ ਕੇ ਭਾਵ ਮਹਿਸੂਸ ਕਰਕੇ ਉਹ ਖੁਸ਼ ਹੁੰਦਾ ਹੈ, ਕਿਉਂਕਿ ਪ੍ਰਭੂ ਉਸ ਦੇ ਅੰਦਰ ਆਪਣਾ ਨੂਰ ਰੋਸ਼ਨ ਕਰਦਾ ਹੈ। ਪ੍ਰਗਟੇ ਗੋਪਾਲ ਮਹੰਤ ਕੈ ਮਾਥੇ, ਗੋਪਾਲ ਪ੍ਰਭੂ ਜੀ ਉੱਚੀ ਕਰਨੀ ਵਾਲੇ ਬੰਦੇ ਦੇ ਮੱਥੇ ਉੱਤੇ ਪ੍ਰਗਟ ਹੁੰਦੇ ਹਨ। ਨਾਨਕ ਉਧਰੇ ਤਿਨ ਕੈ ਸਾਥੇ, ਪਾਤਸ਼ਾਹ ਕਹਿੰਦੇ ਨੇ, ਹੇ ਨਾਨਕ, ਅਜਿਹੇ ਬੰਦੇ ਦੇ ਨਾਲ ਹੋਰ ਕਈ ਮਨੁੱਖਾਂ ਦਾ ਬੇੜਾ ਪਾਰ ਹੁੰਦਾ ਹੈਗਾ। ਚੌਥੇ ਬੰਦ ਵਿੱਚ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਸ਼ਰਨ ਜੋਗ ਸੁਨ ਸ਼ਰਣੀ ਆਏ, ਹੇ ਪ੍ਰਭੂ, ਇਹ ਸੁਣ ਕੇ ਕਿ ਤੂੰ ਦਰ ਢੱਠਿਆਂ ਦੀ ਬਾਹ ਫੜਨ ਜੋਗਾ ਹੈ, ਅਸੀਂ ਤੇਰੇ ਦਰ ਤੇ ਆਏ ਹੈਗੇ ਆ। ਕਰ ਕਿਰਪਾ ਪ੍ਰਭ ਆਪ ਮਿਲਾਏ, ਤੂੰ ਮਿਹਰ ਕਰਕੇ ਸਾਨੂੰ ਆਪਣੇ ਨਾਲ ਮੇਲ ਲੈ। ਮਿਟ ਗਏ ਬੈਰ ਭਏ ਸਭ ਰੇਨ, ਹੁਣ ਸਾਡੇ ਵੈਰ ਮਿਟ ਗਏ ਹਨ, ਅਸੀਂ ਸਭ ਦੇ ਪੈਰਾਂ ਦੀ ਖਾਕ ਹੋ ਗਏ ਹਾਂ। ਅੰਮ੍ਰਿਤ ਨਾਮ ਸਾਧ ਸੰਗ ਲੈਣ, ਹੁਣ ਸਾਧ ਸੰਗਤ ਵਿੱਚ ਅਮਰ ਕਰਨ ਵਾਲਾ ਨਾਮ ਜਪ ਰਹੇ ਹਾਂ। ਸੁਪ੍ਰਸੰਨ ਭਏ ਗੁਰਦੇਵ, ਗੁਰਦੇਵ ਜੀ ਸਾਡੇ ਉੱਤੇ ਤਰੁੱਠ ਪਏ ਹਨ। ਸੁਪ੍ਰਸੰਨ ਦਾ ਅਰਥ ਹੁੰਦਾ ਤਰੁੱਠਣਾ। ਪੂਰਨ ਹੋਈ ਸੇਵਕ ਕੀ ਸੇਵ, ਇਸ ਵਾਸਤੇ ਸਾਡੀ ਸੇਵਕਾਂ ਦੀ ਸੇਵਾ ਸਿਰੇ ਚੜ ਗਈ ਹੈ। ਆਲ ਜੰਜਾਲ ਵਿਕਾਰ ਤੇ ਰਹਤੇ, ਅਸੀਂ ਹੁਣ ਘਰ ਦੇ ਧੰਦਿਆਂ ਤੇ ਵਿਕਾਰਾਂ ਤੋਂ ਬਚ ਗਏ ਹਾਂ। ਰਾਮ ਨਾਮ ਸੁਨ ਰਸਨਾ ਕਹਤੇ, ਪ੍ਰਭੂ ਦਾ ਨਾਮ ਸੁਣ ਕੇ ਜੀਭ ਨਾਲ ਵੀ ਉਚਾਰਦੇ ਆ, ਹੁਣ ਰਸਨਾ ਨਾਲ ਵੀ ਪ੍ਰਭੂ ਦਾ ਨਾਮ ਜਪਦੇ ਆ। ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਪ੍ਰਭੂ ਨੇ ਮਿਹਰ ਕਰਕੇ ਸਾਡੇ ਉੱਤੇ ਦਇਆ ਕੀਤੀ ਹੈ। ਨਾਨਕ ਨਿਭੀ ਖੇਪ ਹਮਾਰੀ, ਸੋ ਕਹਿੰਦੇ ਨੇ, ਹੇ ਨਾਨਕ, ਤੇ ਸਾਡਾ ਕੀਤਾ ਹੋਇਆ ਵਣਜ ਦਰਗਾਹੇ ਕਬੂਲ ਹੋ ਗਿਆ ਹੈ। ਖੇਪ ਦਾ ਅਰਥ ਹੈ ਲੱਦਿਆ ਹੋਇਆ ਸੌਦਾ, ਕੀਤਾ ਹੋਇਆ ਵਣਜ, ਚੇਤੇ ਰੱਖਣੇ, ਨੋਟ ਕਰ ਲੈਣਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, हे ਸੰਤ ਮਿੱਤਰ, ਅਕਾਲ ਪੁਰਖ ਦੀ ਸਿਫਤ ਸਲਾਹ ਕਰੋ। ਪਰ ਕਿਵੇਂ ਕਰੋ? ਪਾਤਸ਼ਾਹ ਕਹਿੰਦੇ ਨੇ, ਸਾਵਧਾਨ ਇਕਾਗਰ ਚੀਤ, ਧਿਆਨ ਨਾਲ ਚਿੱਤ ਨੂੰ ਇੱਕ ਨਿਸ਼ਾਨੇ ਤੇ ਟਿਕਾ ਕੇ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਪ੍ਰਭੂ ਦੀ ਸਿਫਤ ਸਲਾਹ ਦੇ ਪ੍ਰਭੂ ਦਾ ਨਾਮ ਅਡੋਲ ਅਵਸਥਾ ਦਾ ਕਾਰਨ ਹੈ ਤੇ ਸੁੱਖਾਂ ਦੀ ਮਣੀ ਰਤਨ ਹੈ। ਜਿਸ ਮਨ ਵਸੈ ਸੋ ਹੋਤ ਨਿਧਾਨ, ਜਿਸ ਦੇ ਮਨ ਵਿੱਚ ਨਾਮ ਵਸਦਾ ਹੈ ਉਹ ਗੁਣਾਂ ਦਾ ਖਜ਼ਾਨਾ ਹੋ ਜਾਂਦਾ ਹੈ। ਸਰਬ ਇੱਛਾ ਤਾਂ ਕਿ ਪੂਰਨ ਹੋਏ, ਉਸ ਮਨੁੱਖ ਦੀ ਇੱਛਾ ਸਾਰੀ ਪੂਰੀ ਹੋ ਜਾਂਦੀ ਹੈ। ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਉਹ ਬੰਦਾ ਤੁਰਨੇ ਹੋ ਜਾਂਦਾ ਹੈ ਤੇ ਹੋ ਜਾਂਦਾ ਹੈਗਾ। ਸਭ ਤੇ ਊਂਚ ਪਾਏ ਅਸਥਾਨ, ਉਸ ਨੂੰ ਉੱਚੇ ਤੋਂ ਉੱਚਾ ਟਿਕਾਣਾ ਮਿਲ ਜਾਂਦਾ ਹੈ। ਪਾਤਸ਼ਾਹ ਕਹਿੰਦੇ ਨੇ, ਭਾਈ ਬਾਹਰ ਨਾ ਹੋਵੇ ਆਵਨ ਜਾਨ, ਮੁੜ ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ਹੈਗਾ। ਹਰ ਧਨ ਖਾਟ ਚਲੇ ਜਨ ਸੋਏ, ਉਹ ਮਨੁੱਖ ਪ੍ਰਭੂ ਦਾ ਨਾਮ ਰੂਪੀ ਧਨ ਖੱਟ ਕੇ ਜਗਤ ਤੋਂ ਜਾਂਦਾ ਹੈ। ਨਾਨਕ ਜਿਸੈ ਪ੍ਰਾਪਤ ਹੋਏ, ਇਹ ਨਾਨਕ, ਜਿਸ ਮਨੁੱਖ ਨੂੰ ਧੁਰੋਂ ਇਹ ਦਾਤ ਮਿਲਦੀ ਹੈ ਨਾਮ ਵਾਲੀ। ਪਾਤਸ਼ਾਹ ਕਹਿੰਦੇ ਨੇ 6ਵੇਂ ਬੰਦ ਵਿੱਚ, ਖੇਮ ਸ਼ਾਂਤ ਰਿੱਧ ਨਵ ਨਿਧ, ਅਟਲ ਸੁਖ ਮਨ ਦਾ ਟਿਕਾਉ ਹੈ। ਰਿੱਧੀਆਂ 9 ਖਜ਼ਾਨੇ, ਬੁੱਧ ਗਿਆਨ ਸਰਬ ਤਾਂ ਸਿੱਧ, ਅਕਲ ਗਿਆਨ ਤੇ ਸਾਰੀਆਂ ਕਰਾਮਾਤਾਂ
ਉਸ ਮਨੁੱਖ ਵਿੱਚ ਆ ਜਾਂਦੀਆਂ ਨੇ। ਵਿਦਿਆ ਤਪ ਜੋਗ ਪ੍ਰਭ ਤਾਂ ਧਿਆਨ, ਵਿਦਿਆ ਤਪ ਜੋਗ ਅਕਲ ਪ੍ਰਭੂ ਦਾ ਧਿਆਨ, ਇਹ ਸਾਰੀਆਂ ਦਾਤਾਂ ਕਿਸ ਮਨੁੱਖ ਵਿੱਚ ਆ ਜਾਂਦੀਆਂ? ਇਹਦਾ ਖੁਲਾਸਾ ਲਾਸਟ ਵਿੱਚ ਪਾਤਸ਼ਾਹ ਕਰਨਗੇ। ਕਹਿੰਦੇ ਨੇ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, ਸ੍ਰੇਸ਼ਟ ਗਿਆਨ ਵੀ ਆ ਜਾਂਦਾ ਹੈ, ਚੰਗੇ ਤੋਂ ਚੰਗਾ ਭਾਵ ਤੀਰਥਾਂ ਦਾ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਧਰਮ ਅਰਥ ਕਾਮ ਮੋਖ ਚਾਰੇ ਪਦਾਰਥ ਹਿਰਦੇ ਵਿੱਚ ਕਮਲ ਦਾ ਖੇੜਾ, ਸਭ ਕੈ ਮਦ ਸਗਲ ਤੇ ਉਦਾਸ, ਸਾਰਿਆਂ ਦੇ ਵਿੱਚ ਰਹਿੰਦਿਆਂ ਸਭ ਤੋਂ ਉਪਰਾਮ ਰਹਿਣਾ, ਸੁੰਦਰ ਚਤੁਰ ਤਤ ਕਾ ਬੇਤਾ, ਸੋਹਣਾ ਸਿਆਣਾ ਜਗਤ ਦੇ ਮੂਲ ਪ੍ਰਭੂ ਦਾ ਮਹਿਰਮ, ਸਮਦਰਸੀ ਏਕ ਦ੍ਰਿਸ਼ਟੇਤਾ, ਸਭ ਨੂੰ ਇੱਕੋ ਜਿਹਾ ਜਾਣਨਾ ਤੇ ਸਭ ਨੂੰ ਇੱਕੋ ਨਜ਼ਰ ਨਾਲ ਵੇਖਣਾ। ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰ ਨਾਨਕ ਨਾਮ ਬਚਨ ਮਨ ਸੁਨੇ। ਹੁਣ ਅਖੀਰਲੀ ਪੰਕਤੀ ਚ ਗੁਰੂ ਸਾਹਿਬ ਨੇ ਕਿਹਾ ਕਿ ਇਹ ਸਾਰੇ ਫਲ ਜਿਨ੍ਹਾਂ ਦਾ ਉਪਰੋਕਤ ਜ਼ਿਕਰ ਹੋਇਆ, हे ਨਾਨਕ ਉਸ ਮਨੁੱਖ ਦੇ ਅੰਦਰ ਆਵਸਦੇ ਹਨ ਜੋ ਗੁਰੂ ਦੇ ਬਚਨ ਤੇ ਪ੍ਰਭੂ ਦਾ ਨਾਮ ਮੂੰਹੋਂ ਉਚਾਰਦਾ ਹੈ, ਭਾਵ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਹੈ ਤੇ ਮਨ ਲਾ ਕੇ ਸੁਣਦਾ ਹੈਗਾ ਪ੍ਰਭੂ ਦੇ ਨਾਮ। ਅੱਗੇ 7ਵੇਂ ਬੰਦ ਵਿੱਚ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਇਹ ਨਿਧਾਨ ਜਪੈ ਮਨ ਕੋਏ, ਜਿਹੜਾ ਵੀ ਮਨੁੱਖ ਇਸ ਨਾਮ ਨੂੰ ਜੋ ਗੁਣਾਂ ਦਾ ਖਜ਼ਾਨਾ ਹੈ ਜਪਦਾ ਹੈ, ਸਭ ਯੁਗ ਮੈਂ ਤਾਂ ਕੀ ਗਤ ਹੋਏ, ਸਾਰੀ ਉਮਰ ਉਸਦੀ ਉੱਚੀ ਆਤਮਿਕ ਅਵਸਥਾ ਬਣੀ ਰਹਿੰਦੀ ਹੈ। ਇੱਥੇ ਮੈਂ ਬੇਨਤੀ ਕਰਾਂਗਾ ਕਿ ਜਦੋਂ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਇਸ ਪਦੇ ਤੇ ਆਉਂਦੇ ਹਾਂ ਅਖੀਰ ਤੇ, ਫਿਰ ਅਸੀਂ ਕੀਰਤਨ ਕਰਨਾ ਸ਼ੁਰੂ ਕਰਦੇ ਹਾਂ। ਸੋ ਧਾਰਨਾ ਨਾਲ ਪੜ੍ਹਦੇ ਹਾਂ ਤੇ ਕਈ ਵਾਰ ਵੇਖਣ ਨੂੰ ਮਿਲਦਾ ਹੈ ਬਹੁਤਾਤ ਵਿੱਚ ਕਿ ਅਸੀਂ ਇਸ ਦਾ ਉਚਾਰਨ ਕਰਦੇ ਹਾਂ, ਇਹੋ ਨਿਧਾਨ ਜਪੈ ਮਨ ਕੋਇ, ਇਹਨੂੰ ਇਹੋ ਪੜ੍ਹਦੇ ਹਾਂ, ਇਹਨੂੰ ਇਹੋ ਨਹੀਂ ਪੜ੍ਹਨਾ। ਇਹ ਫਸਟ ਪਰਸਨ ਇੱਕ ਵਚਨ ਦਾ ਲਿਖਾਇਕ ਹੈਗਾ, ਹਾਹੇ ਥੱਲੇ ਜਿਹੜਾ ਔਂਕੜ ਹੈਗਾ, ਸੋ ਇਹਨੂੰ ਇਹ ਨਿਧਾਨ ਜਪੈ ਮਨ ਕੋਇ, ਠੀਕ ਹੈ। ਜਿਹੜਾ ਵੀ ਮਨੁੱਖ ਇਸ ਨਾਮ ਨੂੰ ਜੋ ਗੁਣਾਂ ਦਾ ਖਜ਼ਾਨਾ ਹੈ ਜਪਦਾ ਹੈ, ਇਹ ਇੱਕ ਵਚਨ ਦਾ ਲਿਖਾਇਕ ਹੈਗਾ, ਪੁੱਲਿੰਗ ਨਾਮ ਦਾ, ਇਸ ਕਰਕੇ ਭਾਈ ਇਹਨੂੰ ਇਹੋ ਨਿਧਾਨ ਇਹਦਾ ਪਾਠ ਨਹੀਂ ਕਰਨਾ। ਆਮ ਕਰਕੇ ਜ਼ਿਆਦਾਤਰ ਇਹੋ ਨਿਧਾਨ ਹੀ ਬਹੁਤਾ ਸੁਣਨ ਨੂੰ ਮਿਲਦਾ ਹੈਗਾ। ਸੋ ਅੱਜ ਤੋਂ ਇਹਨੂੰ ਦਰੁਸਤ ਕਰ ਲੈਣਾ ਆਪਾਂ। ਸਭ ਯੁਗ ਮੈਂ ਤਾਂ ਕੀ ਗਤ ਹੋਏ, ਸਾਰੀ ਉਮਰ ਉਸਦੀ ਉੱਚੀ ਆਤਮਿਕ ਅਵਸਥਾ ਬਣੀ ਰਹਿੰਦੀ ਹੈ। ਗੁਣ ਗੋਬਿੰਦ ਨਾਮ ਧੁਨ ਬਾਣੀ, ਉਸ ਮਨੁੱਖ ਦੇ ਸਾਧਾਰਨ ਬਚਨ ਵੀ ਗੋਬਿੰਦ ਦੇ ਗੁਣ ਤੇ ਨਾਮ ਦੀ ਰੋਹੀ ਹੁੰਦੇ ਹਨ। ਸਿਮਰਤ ਸ਼ਾਸਤਰ ਵੇਦ ਬਖਾਣੀ, ਸਿਮਰਤੀਆਂ ਸ਼ਾਸਤਰਾਂ ਤੇ ਵੇਦਾਂ ਨੇ ਵੀ ਇਹੀ ਗੱਲ ਆਖੀ ਹੈ। ਸਗਲ ਮਤਾਂਤ ਕੇਵਲ ਹਰ ਨਾਮ, ਸਾਰੇ ਮਤਾਂ ਦਾ ਨਿਚੋੜ ਪ੍ਰਭੂ ਦਾ ਨਾਮ ਹੀ ਹੈਗਾ। ਗੋਬਿੰਦ ਭਗਤ ਕੈ ਮਨ ਵਿਸਰਾਮ, ਇਸ ਨਾਮ ਦਾ ਨਿਵਾਸ ਪ੍ਰਭੂ ਦੇ ਭਗਤਾਂ ਦੇ ਮਨ ਵਿੱਚ ਹੁੰਦਾ ਹੈ। ਇਹ ਅਸੀਂ ਰਾਹੋ ਵਾਲੇ ਬੰਦ ਵਿੱਚ ਪਿੱਛੇ ਵਿਚਾਰ ਆਏ ਹੈਗੇ ਆ। ਕੋਟ ਅਪਰਾਧ ਸਾਧ ਸੰਗ ਮਿਟੈ, ਜੋ ਮਨੁੱਖ ਨਾਮ ਜਪਦਾ ਹੈ ਉਸ ਦੇ ਕਰੋੜਾਂ ਪਾਪ ਸਤ ਸੰਗਤ ਵਿੱਚ ਰਹਿ ਕੇ ਮਿਟ ਜਾਂਦੇ ਹਨ। ਇਹ ਆਪ ਜੀ ਨੂੰ ਕਈ ਵਾਰ ਕਲਾਸਾਂ ਵਿੱਚ ਕਰਾ ਦਿੱਤਾ ਗਿਆ ਕਿ ਕੋਟ ਦੇ ਟੈਂਕੇ ਨੂੰ ਔਂਕੜ ਇੱਕ ਕਿਲਾ, ਕੋਟ ਦੇ ਟੈਂਕਾ ਮੁਕਤਾ ਬਹੁਤ ਸਾਰੇ ਕਿਲੇ, ਕੋਟ ਦੇ ਟੈਂਕੇ ਨੂੰ ਸਿਹਾਰੀ ਤੇ ਕਰੋੜਾਂ ਅਰਥੇ ਦਾ ਅਰਥ ਹੋਏਗਾ, ਗਿਣਤੀਵਾਚਕ ਸਿਹਾਰੀ ਹੈ। ਸੰਤ ਕਿਰਪਾ ਤੇ ਜਮ ਤੇ ਛੂਟੈ, ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਜਮਾਂ ਤੋਂ ਬਚ ਜਾਂਦਾ ਹੈ। ਜਾਂ ਕੈ ਮਸਤਕ ਕਰਮ ਪ੍ਰਭ ਪਾਏ, ਜਿਨ੍ਹਾਂ ਦੇ ਮੱਥੇ ਉੱਤੇ ਪ੍ਰਭੂ ਨੇ ਨਾਮ ਦੀ ਬਖਸ਼ਿਸ਼ ਦੇ ਲੇਖ ਲਿਖੇ ਧਰੇ ਹਨ। ਸਾਧ ਸ਼ਰਨ ਨਾਨਕ ਤੇ ਆਏ, ਪਰ ਹੇ ਨਾਨਕ ਉਹ ਮਨੁੱਖ ਗੁਰੂ ਦੀ ਸ਼ਰਨ ਆਉਂਦੇ ਹਨ। 8ਵਾਂ ਬੰਦ ਹੈਗਾ, ਜਿਸ ਮਨ ਬਸੈ ਸੁਨੈ ਲਾਏ ਪ੍ਰੀਤ, ਜਿਸ ਮਨੁੱਖ ਦੇ ਮਨ ਵਿੱਚ ਨਾਮ ਵਸਦਾ ਹੈ, ਜੋ ਪ੍ਰੀਤ ਲਾ ਕੇ ਨਾਮ ਸੁਣਦਾ ਹੈ। ਇਹਦਾ ਪਾਠ ਬਸੇ ਅਤੇ ਸੁਨੇ ਨਹੀਂ ਕਰਨਾ ਹੈਗਾ, ਆਮ ਬਸੇ ਅਤੇ ਸੁਨੇ ਕਰ ਲਿਆ ਜਾਂਦਾ ਹੈ। ਜਿਸ ਮਨ ਬਸੈ ਸੁਨੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਉਸ ਨੂੰ ਪ੍ਰਭੂ ਚੇਤੇ ਆਉਂਦਾ ਹੈ। ਜਨਮ ਮਰਨ ਕਾ ਦੁੱਖ ਨਿਵਾਰੈ, ਉਸ ਮਨੁੱਖ ਦਾ ਜੰਮਣ ਮਰਨ ਦਾ ਕਸ਼ਟ ਕੱਟਿਆ ਜਾਂਦਾ ਹੈ। ਦੁਰਲਭ ਦੇਹ ਤਤਕਾਲ ਉਧਾਰੈ,
ਉਹ ਇਸ ਦੁਰਲਭ ਮਨੁੱਖਾ ਸਰੀਰ ਨੂੰ ਉਸੇ ਵੇਲੇ ਵਿਕਾਰਾਂ ਵੱਲੋਂ ਬਚਾ ਲੈਂਦਾ ਹੈ। ਨਿਰਮਲ ਸ਼ੋਭਾ ਅੰਮ੍ਰਿਤ ਤਾਂਕੀ ਬਾਣੀ, ਉਸ ਦੀ ਬੇਦਾਗ ਸ਼ੋਭਾ ਤੇ ਉਸ ਦੀ ਬਾਣੀ ਨਾਮ ਅੰਮ੍ਰਿਤ ਨਾਲ ਭਰਪੂਰ ਹੁੰਦੀ ਹੈ। ਏਕ ਨਾਮ ਮਨ ਮਾਹੀ ਸਮਾਨੀ, ਕਿਉਂਕਿ ਉਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਹੀ ਵਸਿਆ ਰਹਿੰਦਾ ਹੈ। ਦੁੱਖ ਰੋਗ ਬਿਨਸੇ ਭੈ ਭਰਮ, ਦੁੱਖ ਰੋਗ ਡਰ ਤੇ ਵਹਿਮ ਉਸਦੇ ਨਾਸ ਹੋ ਜਾਂਦੇ ਹਨ। ਸਾਧ ਨਾਮ ਨਿਰਮਲ ਤਾਂ ਕੇ ਕਰਮ, ਉਸ ਦਾ ਨਾਮ ਸਾਧ ਪੈ ਜਾਂਦਾ ਹੈ ਤੇ ਉਸ ਦੇ ਕੰਮ ਵਿਕਾਰਾਂ ਦੀ ਮੈਲ ਤੋਂ ਸਾਫ਼ ਹੁੰਦੇ ਹਨ। ਸਭ ਤੇ ਊਚ ਤਾਂ ਕੀ ਸ਼ੋਭਾ ਬਣੀ, ਸਭ ਤੋਂ ਉੱਚੀ ਸ਼ੋਭਾ ਉਸ ਨੂੰ ਮਿਲਦੀ ਹੈ। ਅਖੀਰਲੇ ਬੰਦ ਵਿੱਚ ਪਾਤਸ਼ਾਹ ਕਹਿੰਦੇ ਨੇ, ਫੇਰ ਨਾਨਕ ਇਹ ਗੁਣ ਨਾਮ ਸੁਖ ਮਨੀ, हे ਨਾਨਕ ਇਸ ਗੁਣ ਦੇ ਕਾਰਨ ਪ੍ਰਭੂ ਦਾ ਨਾਮ ਸੁੱਖਾਂ ਦੀ ਮਣੀ ਹੈ, ਭਾਵ ਸਰਬੋਤਮ ਸੁਖ ਹੈਗਾ। ਇਹ ਆਪ ਜੀ ਨੇ ਆਖਰੀ ਅਰਥ ਜਿਹੜੇ ਨੇ ਇਸ ਬਾਣੀ ਦੇ ਸਰਵਣ ਕੀਤੇ ਨੇ। ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਇਹਨੂੰ ਦੁਰਲਭ ਪੜਾਂਗੇ ਜਾਂ ਦੁਰਲਭ? ਦੁਰਲਭ। ਇਸ ਬਾਣੀ ਦੇ ਉੱਤੇ ਅੱਜ ਸਾਡੇ ਨਾਲ ਵਿਚਾਰ ਚਰਚਾ ਕਰਨ ਵਾਸਤੇ ਇਹਦਾ ਮੁੱਖ ਸੰਦੇਸ਼ ਜਿਹੜਾ ਹੈ ਉਹ ਆਪ ਜੀ ਨਾਲ ਸਾਂਝਾ ਕਰਨ ਵਾਸਤੇ ਸਾਡੇ ਨਾਲ ਜੁੜ ਚੁੱਕੇ ਨੇ ਵੀਰ ਮਨਿੰਦਰਪਾਲ ਸਿੰਘ ਜੀ, ਜੋ ਕਿ ਆਪ ਜੀ ਸੇਵਾ ਕਰਦੇ ਹਨ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਵਿਖੇ ਬਤੌਰ ਪ੍ਰਿੰਸੀਪਲ। ਕਈਆਂ ਸਾਲਾਂ ਤੋਂ ਵੀ ਜੀ ਉੱਥੇ ਲਗਾਤਾਰ ਸੇਵਾ ਕਰ ਰਹੇ ਨੇ ਤੇ ਸਾਡੇ ਸਰਕਲ ਦੀਆਂ ਜਦੋਂ ਵੀ ਕਲਾਸਾਂ ਹੁੰਦੀਆਂ ਨੇ ਸੋ ਵੀਰ ਜੀ ਉਹਨਾਂ ਕਲਾਸਾਂ ਵਿੱਚ ਸੰਗਤ ਦੀ ਸੇਵਾ ਕਰਦੇ ਨੇ। ਜਦੋਂ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਸੋ ਵੀਰ ਜੀ ਨੂੰ ਬੇਨਤੀ ਹੈ ਕਿ ਉਹ ਆਪਣਾ ਅਨਮਿਊਟ ਕਰਕੇ ਤੇ ਸੰਗਤ ਦੇ ਰੂਬਰੂ ਹੋ ਕੇ ਆਪ ਜੀ ਨੂੰ ਸੁਖਮਨੀ ਸਾਹਿਬ ਜੀ ਦੀ ਜੋ ਮਹੱਤਤਾ ਹੈ, ਇਹਦੇ ਭਾਵਾਰਥ ਨੇ, ਅਰਥ ਨੇ, ਉਹ ਆਪ ਜੀ ਨੂੰ ਸਮਝਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਮਨੀ ਸਾਹਿਬ ਬਾਣੀ ਦੇ ਅਰਥ, ਉਸ ਦਾ ਉਚਾਰਨ ਅਸੀਂ ਸਾਰਿਆਂ ਨੇ ਸਾਂਝ ਪਾਈ ਹੈ। ਹੁਣ ਮੇਰੇ ਮਾਲਕ ਨੇ ਇੱਕ ਰਹਿਮਤ ਕਰ ਦਿੱਤੀ, ਰੱਬੀ ਸੁਨੇਹਾ ਸਾਡੀ ਝੋਲੀ ਦੇ ਵਿੱਚ ਮੇਰੇ ਮਾਲਕ ਨੇ ਪਾ ਦਿੱਤਾ ਸਾਨੂੰ। ਹੁਣ ਅਸੀਂ ਆਪਣੇ ਆਪ ਤੇ ਰਹਿਮਤ ਕਰਨੀ ਹੈ, ਆਪਣੇ ਆਪਣੇ ਉੱਤੇ। ਕਿਵੇਂ ਕਰਾਂਗੇ? ਜੋ ਗੁਰੂ ਜੀ ਨੇ ਸਾਨੂੰ ਸਮਝਾਇਆ ਉਹਦਾ ਅਨੁਸਰਨ ਕਰੀਏ, ਉਹਨੂੰ ਮੰਨੀਏ। ਆਓ ਥੋੜੀ ਜਿਹੀ ਆਪਾਂ ਝਾਤ ਮਾਰਦੇ ਹਾਂ। ਸਤਿਗੁਰੂ ਜੀ ਨੇ ਸਮਝਾਇਆ ਕਿ ਦੇਖੋ, ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂ ਹੋਰ ਧਾਰਮਿਕ ਸਥਾਨਾਂ ਤੇ ਜਾਂਦੇ ਆ ਨਾ ਤੇ ਅਰਦਾਸ ਕਰਦੇ ਆ ਸੁੱਖਾਂ ਦੇ ਲਈ, ਪਰ ਹਜ਼ੂਰ ਕਹਿੰਦੇ ਪਤਾ ਹੀ ਨਹੀਂ ਸਾਨੂੰ ਸੁੱਖ ਕਹਿੰਦੇ ਕਿਹਨੂੰ ਹੈ। ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਕੋਈ ਇਸਤਰੀ ਆਪਣੇ ਪਤੀ ਦੇ ਕੋਲ ਖੜੇ ਹੋ ਕੇ ਅਰਦਾਸ ਕਰੇ ਕਿ ਮੈਨੂੰ ਮੇਰਾ ਪਤੀ ਮਿਲਾ ਦੇਵੇ, ਤੇ ਦਿਮਾਗ ਵਿੱਚ ਹੋਵੇ ਪਤੀ ਮੇਰਾ ਕੋਈ ਹੋਰ ਹੈ। ਇਸੇ ਤਰ੍ਹਾਂ ਹੀ ਨਹੀਂ, ਅਸੀਂ ਗੁਰਬਾਣੀ ਕੋਲ ਖੜੇ ਹੋ ਕੇ, ਪ੍ਰਭੂ ਦੇ ਨਾਮ ਦੇ ਕੋਲ ਖੜੇ ਹੋ ਕੇ ਅਰਦਾਸ ਕਰਦੇ ਹਾਂ ਕਿ ਸਾਨੂੰ ਸੁੱਖ ਮਿਲੇ, ਪਰ ਮੈਨੂੰ ਲੱਗਦਾ ਹੈ ਮੇਰੇ ਵਰਗੇ ਪ੍ਰਭੂ ਦੇ ਨਾਮ ਨੂੰ ਸੁੱਖ ਮੰਨ ਹੀ ਨਹੀਂ ਰਹੇ। ਸਤਿਗੁਰੂ ਜੀ ਨੇ ਸਮਝਾਇਆ ਸਭ ਤੋਂ ਪਹਿਲਾਂ, ਜੋ ਇਹਦੀ ਰਹਾਉ ਦੀ ਪੰਕਤੀ ਵੀ ਹੈ, ਇਹਨੂੰ ਆਪਾਂ ਸਮਝਣਾ ਜ਼ਰੂਰ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਪ੍ਰਭੂ ਦਾ ਜਿਹੜਾ ਨਾਮ ਹੈ ਨਾ, ਉਹ ਆਤਮਿਕ ਜੀਵਨ ਦੇਣ ਵਾਲਾ ਹੈ, ਉਹ ਸੁੱਖਾਂ ਦੀ ਮਣੀ ਹੈ। ਸਭ ਤੋਂ ਪਹਿਲਾਂ ਆਪਣੇ ਦਿਮਾਗ ਵਿੱਚ ਰੱਖੀਏ, ਜੇ ਪ੍ਰਭੂ ਦਾ ਨਾਮ ਸਾਡੇ ਕੋਲ ਹੈ ਤੇ ਸਾਡੇ ਕੋਲ ਸੁੱਖ ਦੀ ਮਣੀ ਹੈਗੀ ਹੈ। ਅਸੀਂ ਇਹਦੇ ਰਾਹੀਂ ਸਾਡਾ ਕਾਰੋਬਾਰ ਚੱਲ ਪਏ, ਇਹਦੇ ਰਾਹੀਂ ਸਾਡੇ ਕਲਾ ਕਲੇਸ਼ ਮੁੱਕ ਜਾਣ, ਇਹਦੇ ਰਾਹੀਂ ਸਾਡਾ ਬੱਚਾ ਪਾਸ ਹੋ ਜਾਏ, ਇਹਦੇ ਰਾਹੀਂ ਮੇਰੀ ਨੂੰਹ ਮੇਰੇ ਕਹੇ ਲੱਗ ਜਾਏ, ਜਾਂ ਮੇਰਾ ਘਰ ਵਾਲਾ ਮੇਰੇ ਵੱਸ ਵਿੱਚ ਆ ਜਾਏ। ਇਹਦਾ ਮਤਲਬ ਸਾਨੂੰ ਪਤਾ ਹੀ ਨਹੀਂ ਬਾਣੀ ਦਾ ਅਸਲ ਮੰਤਵ ਕੀ ਹੈ। ਅਸਲ ਵਿੱਚ ਪ੍ਰਭੂ ਦਾ ਨਾਮ ਹੀ ਸਾਰੇ ਸੁੱਖਾਂ ਦੇਣ ਵਾਲੀ ਮਣੀ ਹੈ। ਸੋ ਪ੍ਰਭੂ ਦਾ ਨਾਮ ਸੰਭਾਲੀਏ। ਅਕਾਲ ਪੁਰਖ ਵਾਹਿਗੁਰੂ ਕਿੱਡਾ ਰਹਿਮਤ ਭਰਿਆ ਹੈ। ਦੂਸਰੇ ਸ਼ਲੋਕ ਦੇ ਵਿੱਚ ਮੇਰੇ ਮਾਲਕ ਨੇ ਰਹਿਮਤ ਕੀਤੀ, ਤੁਸੀਂ ਸਰਵਣ ਕੀਤਾ ਹੋਵੇਗਾ। ਆਪਾਂ ਝਾਤ ਮਾਰੇ ਹਾਂ ਅੱਜ। ਦੀਨ ਦਰਦ ਦੁੱਖ ਭੰਜਨਾ, ਆਪਾਂ ਚਾਹੁੰਦੇ ਹਾਂ ਨਾ ਸਾਡੇ ਦੁੱਖ ਦੂਰ ਹੋ ਜਾਣ,
साडे दर्द दूर हो जाना आपां चाहुंदे आ ना, पर कौन है जो साडे दुख दूर कर सकदा है? कौन है जो साडे दर्द दूर कर सकदा है? सतगुरु जी कहंदे अकाल पुरख वाहिगुरू है। ਉਹੀ है हरेक दे हिरदे दे विच मालक जिहड़ा है ना, अनाथां दा नाथ जे कोई हैगा ना ते वो अकाल पुरख वाहिगुरू है। मेरे मालिक कहंदे कुदरत वाली झात मार दी आपां चलो। मैं कई बार सोचदा सच्चे पातशाह भी तुसी ते बराबरता सारिਆਂ ਵਿੱਚ ਰੱਖਦੇ ਹੋ, ਪਰ ਮੈਨੂੰ ਲੱਗਦਾ ਵੀ ਕਈ ਥਾਵਾਂ ਤੇ ਤੁਸੀਂ ਬਰਾਬਰਤਾ ਨਹੀਂ ਰੱਖੀ। ਜਿਵੇਂ ਕੁੱਤੇ ਦੇ ਬੱਚੇ ਅਸੀਂ ਵੇਖਦੇ ਹਾਂ, ਜਿਵੇਂ ਉਹ ਜਨਮ ਲੈਂਦੇ ਨੇ ਤੇ ਉਹਨਾਂ ਦੀਆਂ ਅੱਖਾਂ ਨਹੀਂ ਖੁੱਲਦੀਆਂ, ਕੁਝ ਸਮਾਂ ਲੱਗਦਾ ਹੈ। ਸ਼ੇਰਾਂ ਦੇ ਬੱਚੇ, ਉਹਨਾਂ ਨੂੰ ਵੀ ਕੁਝ ਸਮਾਂ ਲੱਗਦਾ ਹੈ। ਪਰ ਇਸੇ ਤਰ੍ਹਾਂ ਜਦੋਂ ਵੇਖਦੇ ਹਾਂ ਇੱਕ ਬੱਕਰੀ ਦਾ ਬੱਚਾ ਹੈ, ਉਹ ਜਿਵੇਂ ਹੀ ਜਨਮ ਲੈਂਦਾ ਹੈ ਥੋੜੀ ਦੇਰ ਵਿੱਚ ਦੌੜਨ ਲੱਗ ਪੈਂਦਾ ਹੈ। ਫਿਰ ਤੁਸੀਂ ਬਰਾਬਰਤਾ ਕਿਵੇਂ ਰੱਖੀ? ਇੱਕ ਬੱਕਰੀ ਦਾ ਬੱਚਾ ਜਨਮ ਤੋਂ ਹੀ ਦੌੜਨ ਲੱਗ ਪਵੇ, ਪਰ ਇੱਕ ਸ਼ੇਰ, ਇੱਕ ਬਘਿਆੜ, ਇੱਕ ਕੁੱਤੇ ਦਾ ਬੱਚਾ, ਉਹਨੂੰ ਕਈ ਦਿਨ ਲੱਗ ਜਾਣ। ਈਵਨ ਅਸੀਂ ਬੰਦੇ ਦੇ ਬੱਚੇ ਦੀ ਗੱਲ ਕਰੀਏ ਤਾਂ ਵੀ ਕਈ ਸਮਾਂ ਲੱਗ ਜਾਂਦਾ ਹੈ। ਏਦਾਂ ਕਿਉਂ? ਤੇ ਸਿਆਣੇ ਸਮਝਾਉਂਦੇ ਨੇ, ਉਹ ਕਹਿੰਦੇ ਨੇ ਭਲਿਆ ਇਸ ਕਰਕੇ ਕਿ ਉਹ ਦੀਨ ਦਰਦ ਦੁੱਖ ਭੰਜਣਾ ਹੈ। ਉਹ ਜਾਣਦਾ ਹੈ ਵੀ ਇਸ ਬੱਕਰੀ ਦੇ ਪਿੱਛੇ, ਇਹਦੇ ਬੱਚੇ ਦੇ ਪਿੱਛੇ ਕਿੰਨੇ ਪਏ ਖਾਣ ਵਾਸਤੇ। ਇਹਨੂੰ ਜਨਮ ਤੋਂ ਹੀ ਦੌੜਨ ਦੀ ਸ਼ਕਤੀ ਪ੍ਰਦਾਨ ਕਰਨੀ ਹੈ, ਨਹੀਂ ਤਾਂ ਮਾਰੇ ਜਾਣਗੇ। ਮੇਰੇ ਮਾਲਕ ਨੇ ਉਹਨਾਂ ਦੇ ਬਚਾਅ ਦੇ ਲਈ ਵੇਖੋ ਉਹਨਾਂ ਨੂੰ ਭੱਜਣ ਦੀ ਸ਼ਕਤੀ ਪਹਿਲਾਂ ਹੀ ਪਾ ਦਿੱਤੀ। ਤੁਸੀਂ ਏਦਾਂ ਹੋਰ ਕਈ ਉਦਾਹਰਨਾਂ ਦੇਖ ਸਕਦੇ ਹੋ। ਸਾਨੂੰ ਕੁਦਰਤ ਦੱਸਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੀਨਾਂ ਦਾ ਸਹਾਈ ਹੈ। ਲੋੜਵੰਦਾਂ ਦੀ ਮਦਦ ਵਾਸਤੇ ਮੇਰਾ ਮਾਲਕ ਆਪ ਪਹੁੰਚਦਾ ਹੈ, ਪਰ ਮਨੁੱਖ ਕੋਲ ਦਿਮਾਗ ਹੈ ਪਰ ਇਹ ਭੁੱਲ ਬੈਠਾ ਲੱਗਦਾ। ਸਤਿਗੁਰ ਚੇਤੇ ਕਰਾਉਂਦੇ ਇਸ ਬਾਣੀ ਦੇ ਵਿੱਚ ਵੀ ਯਾਦ ਰੱਖ, ਜੇ ਤੇਰੇ ਜੀਵਨ ਦੇ ਕੋਈ ਦਰਦ ਦੂਰ ਕਰ ਸਕਦਾ ਹੈ, ਤੇਰੇ ਕੋਈ ਦੁੱਖ ਦੂਰ ਕਰ ਸਕਦਾ ਹੈ, ਤੇਰੇ ਅਨਾਥ ਦਾ ਕੋਈ ਨਾਥ ਬਣ ਸਕਦਾ ਹੈ, ਤੇ ਉਹ ਅਕਾਲ ਪੁਰਖ ਵਾਹਿਗੁਰੂ ਹੈ। ਤੂੰ ਉਹਦੀ ਸ਼ਰਨ ਵਿੱਚ ਜਾ ਕੇ ਪੈ। ਫਿਰ ਤੀਸਰੇ ਸ਼ਲੋਕ ਵਿੱਚ ਮੇਰੇ ਮਾਲਕ ਨੇ ਕੀ ਸਮਝਾਇਆ ਸੀ? ਮਨੁੱਖ ਆਪਣੇ ਆਪ ਨੂੰ ਬੜਾ ਗੁਣਵਾਨ ਸਮਝਦਾ ਹੈ, ਮੇਰੇ ਵਰਗਾ ਤੇ ਕੋਈ ਹੈ ਹੀ ਨਹੀਂ। ਸਤਿਗੁਰ ਨੇ ਇੱਕ ਸ਼ਬਦ ਵਰਤਿਆ, ਨਿਰਗੁਣਿਆਰ ਇਆਨਿਆ। ਅਸੀਂ ਸਮਝਦੇ ਸਾਡੇ ਵਰਗਾ ਸਿਆਣਾ ਕੋਈ ਨਹੀਂ। ਸਤਿਗੁਰੂ ਕਹਿੰਦੇ ਇਆਣਾ ਹੈ ਤੂੰ, ਤੇ ਤੈਨੂੰ ਤੇ ਅਸਲ ਪਤਾ ਹੀ ਕੁਝ ਨਹੀਂ। ਅਸੀਂ ਸੋਚਦੇ ਹਾਂ ਵੀ ਅਸੀਂ ਗੁਣਵਾਨ ਹੀ ਬਹੁਤ ਹਾਂ। ਸਤਿਗੁਰ ਕਹਿੰਦੇ ਤੇਰੇ ਤੇ ਗੁਣ ਹੀ ਕੋਈ ਨਹੀਂ। ਝਾਤ ਮਾਰ ਕੇ ਵੇਖ ਆਪਣੇ ਅੰਦਰ। ਸੋ ਪ੍ਰਭ ਸਦਾ ਸੰਭਾਲ। ਸੋ ਪ੍ਰਭ, ਉਹ ਪ੍ਰਭੂ ਜਿਨੇ ਤੇਰੇ ਨਿਰਗੁਣੇ ਨੂੰ ਸੰਭਾਲਿਆ ਹੋਇਆ, ਤੇਰੇ ਇਆਣੇ ਬੰਦੇ ਨੂੰ ਸੰਭਾਲਿਆ ਹੋਇਆ, ਉਹਨੂੰ ਆਪਣੇ ਚੇਤੇ ਵਿੱਚ ਰੱਖ। ਜਿਨ ਕੀਆ, ਕਦੇ ਸੋਚ ਕੇ ਵੇਖੋ, ਆਪਣੀ ਬਾਡੀ ਨੂੰ ਵੇਖੋ, ਆਪਣੇ ਸਰੀਰ ਨੂੰ ਵੇਖੋ। ਉਹਨੇ ਕੀਤਾ ਹੈ ਨਾ, ਸਰੀਰ ਮੈਂ ਤਾਂ ਨਹੀਂ ਬਣਾਇਆ, ਉਹਨੇ ਬਣਾਇਆ ਹੈ ਨਾ। ਕਿੰਨੇ ਪੈਸੇ ਦੋਗੇ ਵੀ ਆਪਾਂ ਇੱਕ ਦਿਮਾਗ ਲੈ ਲਈਏ? ਕਿੰਨੇ ਪੈਸਿਆਂ ਦਾ ਅਸੀਂ ਦਿਲ ਖਰੀਦ ਸਕਦੇ ਹਾਂ? ਕਿੰਨੇ ਪੈਸਿਆਂ ਦੇ ਆਪਣੇ ਫੇਫੜੇ ਖਰੀਦ ਸਕਦੇ ਹਾਂ? ਆ ਥੋੜੀ ਦੇਰ ਵੇਖੋ, ਹਾਲਾਤਾਂ ਕਰਕੇ ਆਕਸੀਜਨ ਖਰੀਦਣੀ ਪਈ ਨਾ ਸਾਨੂੰ। ਬਣਾਈ ਤਾਂ ਨਹੀਂ ਹੋਣੀ ਉਹਨਾਂ ਨੇ, ਹਵਾ ਵਿੱਚ ਕੱਢੀ ਹੋਣੀ ਹੈ, ਸਿਲੰਡਰਾਂ 'ਚ ਭਰੀ ਹੈ ਸਿਰਫ, ਤੇ ਕਿੰਨੇ ਕਿੰਨੇ ਪੈਸੇ ਲੈ ਲਏ। ਪਰ ਅਕਾਲ ਪੁਰਖ ਵਾਹਿਗੁਰੂ ਨੇ ਕਿੰਨੀ ਕਿਰਪਾ ਕੀਤੀ, ਸਾਨੂੰ ਆਕਸੀਜਨ ਲੈਣ ਦਾ ਸਾਰਾ ਸਿਸਟਮ ਬਖਸ਼ਿਸ਼ ਕਰ ਦਿੱਤਾ ਫ੍ਰੀ ਦੇ ਵਿੱਚ। ਉਹਨੇ ਕੀਤਾ ਨਾ ਸਾਡਾ ਸਰੀਰ ਇਹੋ ਜਿਹਾ। ਕਿੰਨੇ ਹੀ ਮੀਲਾਂ, ਕਿੰਨੇ ਹੀ ਲੰਮਾ ਸਫ਼ਰ ਸਾਡਾ ਬਲੱਡ ਕਰਦਾ ਸਾਡੇ ਸਰੀਰ ਵਿੱਚ ਹਰ ਰੋਜ਼। ਸਾਇੰਸ ਕਹਿੰਦੀ ਹੈ ਜੇ ਆਪਾਂ ਛੋਟੀਆਂ ਵੱਡੀਆਂ ਨਾੜੀਆਂ ਨੂੰ ਜੋੜ ਦਈਏ ਨਾ, ਤਾਂ ਧਰਤੀ ਦੇ ਲਗਭਗ 3 ਕੁ ਚੱਕਰ ਕੱਢ ਸਕਦੀ ਹੈ। ਇੰਨੀ ਵੱਡੀ ਸਾਡੇ ਅੰਦਰ ਇੱਕ ਸਿਸਟਮ ਹੈ। ਨਾੜਾਂ ਇੰਨੀਆਂ ਜ਼ਿਆਦਾ ਲੰਬਾਈ ਦੇ ਵਿੱਚ ਹੈ। ਮੈਂ ਬਣਾਈਆਂ ਕਿ ਤੁਸੀਂ ਬਣਾਈਆਂ ਨੇ? ਉਹਨੇ ਬਣਾਈਆਂ ਨੇ। ਕਾਹਦੇ ਵਾਸਤੇ? ਤਾਂ ਕਿ ਅਸੀਂ ਆਰਾਮ ਨਾਲ ਰਹਿ ਸਕੀਏ, ਸਾਡੇ ਹਰ ਥਾਂ ਦੇ ਉੱਤੇ ਬਲੱਡ ਦੀ ਸਪਲਾਈ ਹੋ ਸਕੇ, ਹਰ ਥਾਂ ਉੱਤੇ ਸਾਨੂੰ ਜਾਨ ਮਿਲ ਸਕੇ। ਸਤਿਗੁਰ ਕਹਿੰਦੇ ਹੱਦ ਹੋ ਗਈ, ਤੂੰ ਉਹਨੂੰ ਹੀ ਚੇਤੇ ਨਹੀਂ ਕਰਦਾ ਜਿਹਨੇ ਸਭ ਕੁਝ ਤੈਨੂੰ ਦਿੱਤਾ ਹੈ। ਸਤਿਗੁਰ ਕਹਿਣ ਲੱਗੇ ਨਿਰਗੁਣਿਆਰ ਇਆਨਿਆ, ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤਿਸ ਚੀਤ ਰੱਖ। ਆ ਚੇਤੇ ਰੱਖਣਾ,
ਅਸੀਂ ਚਿੱਤ ਵਿੱਚ ਨਹੀਂ ਰੱਖਦੇ। ਚਿੱਤ ਵਿੱਚ ਤੇ ਕੁਝ ਹੋਰ ਹੀ ਹੈ। ਚਿੱਤ ਵਿੱਚ ਮਾਇਆ ਹੋ ਸਕਦੀ ਹੈ, ਚਿੱਤ ਵਿੱਚ ਵਿਕਾਰ ਹੋ ਸਕਦੇ ਹੈ, ਚਿੱਤ ਵਿੱਚ ਮੇਰ ਤੇਰ ਹੋ ਸਕਦੀ ਹੈ। ਰੱਬ ਹੈ ਕੋਈ ਨਹੀਂ। ਸਤਿਗੁਰ ਕਹਿੰਦੇ ਨਾ ਭਲਿਆ, ਤੈਨੂੰ ਆਪਣੇ ਚਿੱਤ ਵਿੱਚ ਰੱਬ ਰੱਖਣਾ ਚਾਹੀਦਾ, ਕਿਉਂਕਿ ਉਹ ਸੁੱਖਾਂ ਦੀ ਮਣੀ ਹੈ। ਪ੍ਰਭੂ ਦਾ ਨਾਮ, ਉਹ ਦੀਨਾਂ ਦਾ ਸਹਾਈ ਹੈ। ਫਿਰ ਸਤਿਗੁਰ ਨੇ ਸਾਡੇ ਕੰਨ ਖਿੱਚੇ, ਸਾਡੇ ਵੱਲ ਵੇਖਿਆ ਨਾ। ਅਸੀਂ ਕੀ ਕੀਤਾ? ਸਾਨੂੰ ਦਾਤਾਂ ਬੜੀਆਂ ਪਿਆਰੀਆਂ ਲੱਗਦੀਆਂ, ਦਾਤਾ ਚੰਗਾ ਨਹੀਂ ਲੱਗਦਾ। ਕਿੰਨੀਆਂ ਦਾਤਾਂ ਸਾਡੇ ਘਰਾਂ ਵਿੱਚ ਦੇਖਿਓ, ਸੋਫਾ ਹੈਗਾ, ਫਰਿੱਜ ਹੈਗਾ, ਏਸੀ ਹੈਗਾ। ਆ ਗਰਮੀ ਦੇ ਦਿਨਾਂ 'ਚ ਆਪਾਂ ਰੋਜ਼ ਏਸੀ ਚਲਾਉਂਦੇ ਆ ਨਾ, ਬਹੁਤ ਸਾਰੇ ਚਲਾਉਂਦੇ ਹੋਣਗੇ। ਗਰਮੀ ਦੇ ਦਿਨਾਂ ਵਿੱਚ ਆਪਾਂ ਰੋਜ਼ ਪੱਖਾ ਚਲਾਉਂਦੇ ਆ ਨਾ, ਰੋਜ਼ ਚਲਾਉਂਦੇ ਹੋਵਾਂਗੇ। ਫਰਿੱਜ ਦਾ ਇਸਤੇਮਾਲ ਰੋਜ਼ ਕਰਦੇ ਆ ਨਾ ਗਰਮੀਆਂ ਦੇ ਵਿੱਚ, ਹਾਂ ਰੋਜ਼ ਕਰਦੇ ਹੋਵਾਂਗੇ। ਮੈਨੂੰ ਕਹਿ ਲੈਣ ਦੇਣਾ, ਸਾਡੇ ਘਰ ਵਿੱਚ ਗੁਟਕਾ ਸਾਹਿਬ ਹੈਗਾ, ਜੇ ਹੈਗਾ ਤੇ ਆਪਾਂ ਰੋਜ਼ ਇਸਤੇਮਾਲ ਕਰਦੇ ਆ ਉਸ ਦਾ। ਸਾਡੇ ਘਰ ਪੋਥੀਆਂ ਹੈਗੀਆਂ, ਅਸੀਂ ਰੋਜ਼ ਇਸਤੇਮਾਲ ਕਰਦੇ ਆ, ਭਾਵ ਰੋਜ਼ ਪ੍ਰਭੂ ਦਾ ਨਾਮ ਜਪਦੇ ਆ, ਬਾਣੀ ਦਾ ਪਾਠ ਕਰਦੇ ਆ, ਵਿਚਾਰ ਕਰਦੇ ਆ ਉਸ ਦੀ, ਕਿ ਨਹੀਂ ਕਰਦੇ? ਸਾਡੇ ਘਰਾਂ 'ਚ ਟੀਵੀ ਹੈਗਾ ਨਾ, ਰੋਜ਼ ਚੱਲਦਾ, ਕਿੰਨੇ ਕਿੰਨੇ ਘੰਟੇ ਚੱਲਦਾ। ਰੋਜ਼ ਅਸੀਂ ਇਕੱਠੇ ਬੈਠ ਕੇ ਕਦੇ ਕਦੇ ਸ਼ਬਦ ਦੀ ਵਿਚਾਰ ਕੀਤੀ ਹੈ ਘਰ ਦੇ ਵਿੱਚ? ਨਹੀਂ ਕੀਤੀ ਨਾ। ਤੇ ਸਤਿਗੁਰੂ ਜੀ ਨੇ ਕੰਨ ਖਿੱਚੇ ਹੈ। ਦੇਨਹਾਰ ਪ੍ਰਭ ਛੋੜ ਕੇ, ਜਿਹਦੇ ਕਰਕੇ ਤੇਰੇ ਕੋਲ ਸਭ ਕੁਝ ਹੈ। ਬੰਦਾ ਸੋਚਦਾ ਹੈ ਮੈਂ ਆਪਣੀ ਜ਼ੁਬਾਨ ਦੀ ਸਹਾਇਤਾ ਦੇ ਨਾਲ ਪੈਸੇ ਕਮਾਏ ਹੈ। ਵਕੀਲ ਨੇ ਕਿਵੇਂ ਕਮਾਏ? ਜ਼ੁਬਾਨ ਨਾਲ ਹੀ ਕਮਾਏ ਹੈ ਨਾ। ਜਿੰਨੀ ਬਹਿਸ ਕੀਤੀ ਹੈ ਉਹਨੇ ਕੇਸ ਜਿੱਤ ਗਿਆ। ਤੇ ਜੇ ਜ਼ੁਬਾਨ ਨਾ ਹੁੰਦੀ ਫਿਰ ਕੀ ਕਰਦਾ? ਡਾਕਟਰ ਸੋਚਦਾ ਹੈ ਮੈਂ ਇਹਨਾਂ ਹੱਥਾਂ ਦੇ ਨਾਲ ਬੜੇ ਪੈਸੇ ਕਮਾਏ ਹੈ, ਮੈਂ ਆਪਰੇਸ਼ਨ ਕਰਦਾ, ਲੱਖਾਂ ਰੁਪਏ ਮੈਨੂੰ ਮਿਲਦੇ ਨੇ। ਤੇ ਜੇ ਹੱਥ ਹੀ ਨਾ ਹੋਣ ਫਿਰ ਕੀ ਕਰੇਗਾ? ਮੈਂ ਕਹਿੰਦਾ ਇੱਕ ਰਿਕਸ਼ਾ ਚਾਲਕ ਵੀ ਸੋਚ ਸਕਦਾ ਮੈਂ ਲੱਤਾਂ ਦੇ ਰਾਹੀਂ ਆਪਣੇ ਘਰ ਭਰਿਆ, ਮੈਂ ਲੱਤਾਂ ਦੀ ਪਾਵਰ ਦੇ ਨਾਲ ਮੈਂ ਰਿਕਸ਼ਾ ਚਲਾਇਆ। ਲੱਤਾਂ ਜਿਹਨੇ ਦਿੱਤੀਆਂ ਉਹਦਾ ਕੋਈ ਖਿਆਲ ਨਹੀਂ। ਜੇ ਨਹੀਂ ਖਿਆਲ ਤੇ ਮੇਰੇ ਮਾਲਕ ਕੰਨ ਖਿੱਚਦੇ। ਦੇਨਹਾਰ ਪ੍ਰਭ ਛੋੜ ਕੇ ਲਾਗੇ ਆਨ ਸੁਆਏ। ਹੋਰ ਹੀ ਸਵਾਰਥਾਂ ਦੇ ਵਿੱਚ ਆਪਾਂ ਲਾਗੇ, ਨਾਨਕ ਕਹੂ ਨਾ ਸੀਜੇ। ਏਦਾਂ ਸਫਲਤਾ ਨਹੀਂ ਮਿਲਣੀ। ਏਦਾਂ ਮਨੁੱਖਾ ਜਨਮ ਦੇ ਵਿੱਚ ਰਹਿ ਕੇ ਸਾਨੂੰ ਮਨੁੱਖਾਂ ਵਾਲਾ ਸੁਭਾਅ ਨਹੀਂ ਮਿਲਣਾ। ਅਸੀਂ ਜਾਨਵਰ ਦੇ ਜਾਨਵਰ ਹੀ ਬਣੇ ਰਵਾਂਗੇ। ਆਪਾਂ ਸਿੱਖੀਏ, ਜੇ ਸਾਡੇ ਘਰ 'ਚ ਦਾਤਾਂ ਹੈਗੀਆਂ ਨਾ, ਤੇ ਜਪਜੀ ਸਾਹਿਬ ਦੀ ਬਾਣੀ ਗਾਵੇ ਕੋ ਦਾਤ ਜਾਣੇ ਨਿਸ਼ਾਨ, ਉਹੀ ਸਾਡੀ ਬੰਦਗੀ ਦਾ ਇੱਕ ਮਾਧਿਅਮ ਬਣ ਜਾਣ। ਬੱਚਾ ਵੇਖੀਏ, ਸੱਚੇ ਪਾਤਸ਼ਾਹ ਸ਼ੁਕਰ ਹੈ ਮੇਰੇ ਘਰ ਔਲਾਦ ਹੈਗੀ, ਕਈਆਂ ਦੇ ਹੈ ਹੀ ਨਹੀਂ। ਚੰਗਾ ਘਰ ਵੇਖੀਏ, ਸੱਚੇ ਪਾਤਸ਼ਾਹ ਸ਼ੁਕਰ ਹੈ ਸਾਡਾ ਘਰ ਹੈਗਾ, ਕਈਆਂ ਦੇ ਹੈ ਹੀ ਨਹੀਂ। ਜਿਹ ਪ੍ਰਸਾਦ ਬਸੈ ਸੁਖ ਮੰਦਰ, ਇਹੀ ਸਿਖਾਇਆ ਨਾ ਸੁਖਮਨੀ ਸਾਹਿਬ ਦੀ ਬਾਣੀ ਵਿੱਚ। ਇਹ ਦਾਤਾਂ ਦਾਤੇ ਨਾਲ ਜੋੜਨ ਦਾ ਕਾਰਨ ਬਣਨ, ਤੋੜਨ ਦਾ ਕਾਰਨ ਨਾ ਬਣਨ। ਆਪਾਂ ਸਿੱਖੀਏ ਇਹਦੇ ਚੋਂ। ਫਿਰ ਮੇਰੇ ਮਾਲਕ ਨੇ ਸਮਝਾਇਆ ਸਾਡੇ ਵਿੱਚ ਕਮਜ਼ੋਰੀਆਂ, ਮੰਨੀਏ ਇਸ ਗੱਲ ਨੂੰ। ਆਪਾਂ ਸਾਰੇ ਸ਼ੀਸ਼ਾ ਦੇਖਦੇ ਆ, ਜ਼ਰੂਰ ਦੇਖਦੇ ਆ, ਹਰ ਕੋਈ ਦੇਖਦਾ, ਰੋਜ਼ ਦੇਖਦਾ। ਕਿਉਂ ਦੇਖਦੇ ਆ ਭਲਾ? ਤਾਂ ਕਿ ਸਾਡਾ ਮੂੰਹ ਮੱਥਾ ਚੰਗਾ ਬਣਿਆ ਰਹੇ, ਇਹਦੇ ਤੇ ਕੋਈ ਦਾਗ ਨਿਸ਼ਾਨ ਨਾ ਰਹੇ। ਆਪਣਾ ਮਨ ਵੇਖੀਏ, ਕਿਤੇ ਇਹਦੇ ਤੇ ਕਾਲਖ ਤੇ ਨਹੀਂ, ਕਿਤੇ ਇਹਦੇ ਤੇ ਗੰਦਗੀ ਦਾ ਢੇਰ ਤੇ ਨਹੀਂ। ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਬਹੁਤ ਜ਼ਿਆਦਾ ਭਰਿਆ ਹੋਇਆ। ਅਸੀਂ ਪਾਵਨ ਬਚਨ ਪੜ੍ਹਦੇ ਆ ਨਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋ ਆਸ਼ਾ। ਦੇਖੀਏ ਆਪਣੇ ਮਨ ਨੂੰ, ਤੇ ਖਾਲੀ ਦੇਖ ਕੇ ਅੱਖਾਂ ਨਾ ਮਿਟੀਏ। ਕਈ ਐਸੇ ਜਿਹਨਾਂ ਨੂੰ ਗੰਦਗੀ ਬਹੁਤ ਪਸੰਦ ਹੈ। ਘਰ ਵਿੱਚ ਝਾੜੂ ਨਹੀਂ ਵੱਜਿਆ, ਨਹੀਂ ਵੱਜਿਆ, ਪੋਚਾ ਨਹੀਂ ਵੱਜਿਆ, ਨਹੀਂ ਵੱਜਿਆ। ਪਰ ਸਿਆਣਾ ਕੌਣ ਹੈ? ਜਿਹੜਾ ਸਫਾਈ ਨੂੰ ਪਸੰਦ ਕਰਦਾ ਹੈ। ਆਪਾਂ ਸਿਆਣੇ ਬਣੀਏ। ਜੇ ਮੇਰੇ ਵਿੱਚ ਕਾਮ ਹੈ, ਮੇਰੇ ਵਿੱਚ ਕ੍ਰੋਧ ਹੈ, ਮੇਰੇ ਵਿੱਚ ਲੋਭ ਮੋਹ ਅਹੰਕਾਰ ਹੈ, ਤੇ ਘੱਟੋ ਘੱਟ ਅਰਦਾਸ ਤੇ ਹੋਵੇ, ਸੱਚੇ ਪਾਤਸ਼ਾਹ ਮੇਰੇ ਤੋਂ ਨਹੀਂ ਪਿੱਛਾ ਛੁੱਟਾ, ਇਹਨਾਂ ਤੋਂ ਤੁਸੀਂ ਰਹਿਮਤ ਕਰੋ। ਔਰ ਅਰਦਾਸ ਉਹੀ ਕਰੇਗਾ ਜਿਹਦੇ ਅੰਦਰ ਇੱਛਾ ਹੋਏਗੀ ਇਹਨਾਂ ਤੋਂ ਬਚਣ ਦੀ। ਜਿਹਦੇ ਅੰਦਰ ਇੱਛਾ ਹੀ ਨਹੀਂ, ਉਹ ਮੰਗ ਵੀ ਕਿਉਂ ਕਰੇਗਾ? ਸੋਚੋ, ਸਾਡੇ ਸਾਹਮਣੇ ਪਾਣੀ ਦੇ ਭਰੇ ਹੋਏ ਗਲਾਸ ਕੋਈ ਲੈ ਕੇ ਆਵੇ, ਜੇ ਮੈਨੂੰ ਪਿਆਸ ਹੀ ਨਹੀਂ, ਮੈਂ ਥੋੜੀ ਨਾ ਲਵਾਂਗਾ, ਮੈਂ ਥੋੜੀ ਨਾ ਮੰਗਾਂਗਾ ਉਹਦੇ ਤੋਂ।
ਐਦੀ ਮੇਰੇ ਵਿੱਚ ਇੱਛਾ ਜਾਗੇ ਕਿ ਮੈਂ ਇਹਨਾਂ ਵਿਕਾਰਾਂ ਤੋਂ ਮੁਕਤ ਹੋਣਾ ਹੈ, ਫਿਰ ਇਹ ਅਰਦਾਸ ਬਣੇਗੀ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਗਮੇਵ। ਹੁਣ ਆਪਣੇ ਅੰਦਰ ਝਾਤ ਮਾਰੀਏ ਕਿ ਅਸੀਂ ਅਰਦਾਸਾਂ ਨਹੀਂ ਕੀਤੀਆਂ। ਸਾਡੇ ਵਿੱਚ ਹੈ ਕੋਈ ਜਿਹੜਾ ਕਹੇ ਮੈਂ ਕਦੇ ਅਰਦਾਸ ਨਹੀਂ ਕੀਤੀ? ਹਰ ਰੋਜ਼ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਕੋਈ ਨਾ ਕੋਈ ਅਰਦਾਸ ਕਰਦੇ ਹਾਂ। ਸੋਚੀਏ ਵੀ ਮੇਰੀ ਅਰਦਾਸ ਵਿੱਚ ਆਹ ਮੰਗ ਸੀ, ਸੱਚੇ ਪਾਤਸ਼ਾਹ ਮੇਰਾ ਕਾਮ ਘਟ ਜਾਏ, ਸੱਚੇ ਪਾਤਸ਼ਾਹ ਕ੍ਰੋਧ ਲੋਭ ਤੋਂ ਬਚਾ ਲਈ, ਸੱਚੇ ਪਾਤਸ਼ਾਹ ਮੋਹ ਤੇ ਹੰਕਾਰ ਮੇਰੇ ਜੀਵਨ ਚੋਂ ਨਿਕਲ ਜਾਏ। ਜੇ ਨਹੀਂ ਤੈਨੂੰ ਸ਼ਾਮਲ ਕਰੀਏ ਔਰ ਇਹ ਇੱਛਾ ਬਣਾਈਏ ਵੀ ਅਸੀਂ ਆਪਣੇ ਜੀਵਨ ਵਿੱਚ ਕੂੜ ਕਬਾੜਾ ਬਾਹਰ ਸੁੱਟਣਾ ਕੱਢ ਕੇ, ਫੇਰ ਹੀ ਅਰਦਾਸ ਕਰ ਸਕਾਂਗੇ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਮੇਵ। ਫਿਰ ਆਪਾਂ ਕਵਾਂਗੇ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਅਸੀਂ ਤੇ ਕੋਈ ਹੋਰ ਹੀ ਇੱਛਾ ਰੱਖ ਰਹੇ ਹਾਂ, ਇਸ ਕਰਕੇ ਸਾਡੀ ਅਰਦਾਸ ਵੀ ਕੋਈ ਹੋਰ ਹੈ। ਇਸੇ ਕਰਕੇ ਅਸੀਂ ਬੰਧਨ ਦੇ ਵਿੱਚ ਹਾਂ, ਇਸੇ ਕਰਕੇ ਅਸੀਂ ਬੰਧਨ ਦੇ ਵਿੱਚ ਹਾਂ। ਤੁਸੀਂ ਵੇਖੋ ਜੇਲ੍ਹਾਂ ਵਿੱਚ ਕੌਣ ਹੈ ਭਲਾ? ਜੇਲ੍ਹਾਂ ਵਿੱਚ ਬੰਦਾ ਨਹੀਂ ਹੈ, ਜੇਲ੍ਹਾਂ ਦੇ ਵਿੱਚ ਇੱਕ ਕਾਮੀ ਹੈ, ਜਿਹੜਾ ਕਾਮ ਦੇ ਵਸ ਵਿੱਚ ਉਹ ਬੰਦ ਹੈ, ਭਾਵੇਂ ਸਾਧ ਵੀ ਕਿਉਂ ਨਾ ਹੋਵੇ ਸਮੇਂ ਦਾ। ਪਰ ਉਹਦੇ ਜੋ ਚਿੱਠੇ ਖੁੱਲੇ ਤੇ ਕੀ ਸਾਹਮਣੇ ਆਇਆ ਵੀ ਇਹ ਮੁਕਤ ਨਹੀਂ ਸੀ, ਇਹ ਤੇ ਕਾਮ ਦੇ ਵਿੱਚ ਫਸਿਆ ਹੋਇਆ ਸੀ ਤੇ ਹੁਣ ਜੇਲ੍ਹ ਵਿੱਚ ਹੈ। ਇਸੇ ਤਰ੍ਹਾਂ ਕਈ ਕ੍ਰੋਧ ਕਰਕੇ ਜੇਲ੍ਹ ਵਿੱਚ ਹੈ, ਕਿਸੇ ਦਾ ਸਿਰ ਤੋੜ ਦਿੱਤਾ, ਕਿਸੇ ਦਾ ਖੂਨ ਕਰ ਦਿੱਤਾ, ਕ੍ਰੋਧ ਕਰਕੇ ਜੇਲ੍ਹਾਂ ਵਿੱਚ ਹੈ। ਕਈ ਲੋਭ ਕਰਕੇ ਜੇਲ੍ਹ ਵਿੱਚ ਹੈ, ਹੱਕ ਖਾ ਗਏ ਕਿਸੇ ਦਾ, ਕਬਜ਼ਾ ਕਰ ਲਿਆ ਕਿਸੇ ਦਾ, ਝੂਠ ਬੋਲ ਦਿੱਤਾ, ਠੱਗੀ ਮਾਰ ਦਿੱਤੀ। ਇਹਦਾ ਮਤਲਬ ਅਸੀਂ ਮੁਕਤ ਹੋਣਾ ਇਹਨਾਂ ਚੀਜ਼ਾਂ ਤੋਂ। ਤੇ ਮੇਰੇ ਮਾਲਕ ਕਹਿੰਦੇ ਇੱਕੋ ਤਰੀਕਾ ਹੈ, ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਅਗਲਾ ਸ਼ਲੋਕ ਸੀ ਉਹਦੇ ਨਾਲ ਦਾ ਹੀ, ਵੀ ਜੇ ਆਪਾਂ ਚਾਹੁੰਦੇ ਹਾਂ ਵਿਕਾਰਾਂ ਤੋਂ ਮੁਕਤ ਹੋਣਾ ਤੇ ਇੱਕੋ ਤਰੀਕਾ ਹੈ, ਅਕਾਲ ਪੁਰਖ ਵਾਹਿਗੁਰੂ ਨਾਲ ਜੁੜੀਏ। ਸਵਾਰੇਗਾ ਉਹੀ ਆਪਣੇ ਵਰਗਾ ਬਣਾਏਗਾ। ਜੇ ਅਸੀਂ ਰੱਬ ਦਾ ਨਾਮ, ਕਿਉਂ ਕਿਹਾ ਜਾਂਦਾ ਕਿ ਰੱਬ ਦਾ ਨਾਮ ਸੁੱਖਾਂ ਦੀ ਮਣੀ ਹੈ? ਉਹਨੇ ਸਾਡੇ ਅੰਦਰ ਇਹ ਪੈਦਾ ਕਰਨੇ ਗੁਣ, ਉਹਨੇ ਇਹ ਸਾਡੇ ਅੰਦਰ ਸ਼ੁਭ ਵਿਚਾਰ ਪੈਦਾ ਕਰਨੇ ਆ। ਅਸੀਂ ਸੋਚੀਏ ਵੀ ਜੇ ਮੇਰੇ ਵਰਗਾ ਕੋਈ ਕਵੇ ਵੀ ਮੈਂ 1 ਲੱਖ ਰੁਪਇਆ ਤੋਂ ਉੱਚਾ ਆਚਰਣ ਖਰੀਦ ਲਿਆਵਾਂ ਕਿਸੇ ਕੋਲੋਂ, ਕਿ ਕਰੋੜਾਂ ਰੁਪਏ ਦੇ ਕੇ ਕੋਈ ਉੱਚਾ ਆਚਰਣ ਖਰੀਦ ਸਕਦਾ? ਕਿ ਲੱਖਾਂ ਕਰੋੜਾਂ ਰੁਪਏ ਦੇ ਕੇ ਅਸੀਂ ਸ਼ੁਭ ਵਿਚਾਰ ਖਰੀਦ ਸਕਦੇ ਹਾਂ? ਨਹੀਂ, ਕਿਉਂਕਿ ਇਹ ਚੀਜ਼ਾਂ ਪੈਸਿਆਂ ਨਾਲ ਨਹੀਂ ਮਿਲਦੀਆਂ। ਪਰ ਇਹ ਗੱਲ ਪੱਕੀ ਹੈ, ਗੁਰੂ ਕੋਲ ਬੈਠੋ, ਬਾਣੀ ਕੋਲ ਬੈਠੋ, ਬਾਣੀ ਕੋਲ ਇਹ ਇੱਕ ਤਾਕਤ ਹੈ। ਉੱਥੇ ਠੱਗ ਬੈਠਦਾ, ਉਹ ਠੱਗ ਨਹੀਂ ਹੋ ਰਹਿੰਦਾ। ਉੱਥੇ ਚੋਰ ਬੈਠਦਾ, ਚੋਰ ਨਹੀਂ ਰਹਿੰਦਾ। ਕਾਮੀ ਬੈਠਦਾ, ਉੱਥੇ ਕਾਮੀ ਨਹੀਂ ਰਹਿੰਦਾ। ਉੱਥੇ ਰਾਖਸ਼ ਬਿਰਤੀ ਵਾਲਾ ਬੈਠਦਾ, ਉਹ ਰਾਖਸ਼ ਬਿਰਤੀ ਵਾਲਾ ਨਹੀਂ ਰਹਿੰਦਾ। ਕਿ ਸੱਜਣ ਜੀ ਦੀ ਸਾਖੀ ਸਾਨੂੰ ਯਾਦ ਨਹੀਂ? ਕਿ ਭਾਈ ਕੌਡਾ ਜੀ ਦੀ ਸਾਖੀ ਅਸੀਂ ਭੁੱਲ ਗਏ ਹਾਂ? ਕਿ ਅਸੀਂ ਭੂਮੀਆਂ ਜੀ ਦੀ ਸਾਖੀ ਭੁੱਲ ਗਏ ਹਾਂ? ਕੋਈ ਚੋਰ ਹੈ, ਕੋਈ ਠੱਗ ਸੀ ਪਹਿਲਾਂ, ਕੋਈ ਰਾਖਸ਼ ਬਿਰਤੀ ਵਾਲਾ ਸੀ, ਪਰ ਗੁਰੂ ਮਿਲਿਆ, ਸ਼ਬਦ ਮਿਲਿਆ ਨਾ ਜੀਵਨ ਵਿੱਚ। ਕੀ ਹੋਇਆ? ਮੁਕਤ ਹੋ ਗਏ, ਆਪਣੀਆਂ ਕਮਜ਼ੋਰੀਆਂ ਤੋਂ ਆਜ਼ਾਦ ਹੋ ਗਏ। ਉਹ ਹੁਣ ਚੋਰ ਨਾ ਰਹੇ, ਉਹ ਹੁਣ ਠੱਗ ਨਾ ਰਹੇ, ਉਹ ਕਾਮੀ ਕ੍ਰੋਧੀ ਨਾ ਰਹੇ, ਸਗੋਂ ਸਾਧ ਬਣ ਗਏ, ਜੋ ਕੋ ਸੰਤ ਬਣ ਗਏ। ਜਿਹੜਾ ਮੁਕਤ ਹੋਏਗਾ ਉਹੀ ਸੰਤ ਹੈ ਨਾ। ਇਸ ਕਰਕੇ ਇਹ ਤੋਂ ਅਗਲੀਆਂ ਜਿਹੜੀਆਂ ਅਸ਼ਟਪਦੀਆਂ ਸ਼ੁਰੂ ਹੋਈਆਂ, ਉੱਥੇ ਗੱਲ ਮੁਕਤ ਬੰਦਿਆਂ ਦੀ ਕੀਤੀ। ਮੁਕਤ ਕੌਣ ਹੈ? ਹਜ਼ੂਰ ਕਹਿਣ ਲੱਗੇ ਮਨ ਸਾਚਾ, ਮੁਖ ਸਾਚਾ ਸੋਏ। ਹੁਣ ਸਾਡੀ ਹਾਲਤ ਹੈ, ਸਾਡੇ ਮਨ ਵਿੱਚ ਕੁਝ ਹੋਰ ਹੁੰਦਾ ਹੈ, ਮੂੰਹ ਵਿੱਚ ਕੁਝ ਹੋਰ ਹੁੰਦਾ ਹੈ। ਅਸੀਂ ਗੱਲੀਆਂ ਅਸੀਂ ਚੰਗੀਆਂ, ਮੂੰਹ ਵਿੱਚ ਵੇਖੋ ਕੀ ਹੈ, ਚੰਗੀਆਂ ਚੰਗੀਆਂ ਗੱਲਾਂ, ਆਚਾਰ ਹੀ ਬੁਰੀਆਂ, ਪਰ ਆਚਰਨ ਚੰਗਾ ਨਹੀਂ, ਕਿਉਂਕਿ ਮਨ ਵਿੱਚ ਕੁਝ ਹੋਰ ਹੈ ਸਾਡੇ। ਅਸੀਂ ਹੱਥ ਜੋੜ ਜੋੜ ਕੇ ਭਗਤ ਬਣਨ ਦਾ ਪ੍ਰਗਟਾਵਾ ਕਰਦੇ ਹਾਂ, ਪਰ ਮਨ ਵਿੱਚ ਭਗਤੀ ਨਹੀਂ ਹੁੰਦੀ। ਹਜ਼ੂਰ ਕਹਿੰਦੇ ਨਾ, ਇਸ ਤਰ੍ਹਾਂ ਨਹੀਂ ਹੈ। ਅਸਲ ਦੇ ਵਿੱਚ ਕੌਣ ਹੈ ਬ੍ਰਹਮ ਗਿਆਨੀ? ਮਾਫ ਕਰਨਾ, ਸਗੋਂ ਜਿਹੜੇ ਬ੍ਰਹਮ ਗਿਆਨੀ ਆਪਣੇ ਆਪ ਨੂੰ ਪ੍ਰਦਰਸ਼ਿਤ ਕਰਦੇ ਹਨ, ਇਸ ਦੇ ਰਾਹੀਂ ਉਹਨਾਂ ਨੂੰ ਪੁੱਛਣਾ ਚਾਹੀਦਾ, ਭਲਿਆ ਤੂੰ ਆਪਣੇ ਨੂੰ ਬ੍ਰਹਮ ਗਿਆਨੀ ਕਹਾਉਂਦਾ ਹੈ, ਤੂੰ ਆਪ ਆਪਣੇ ਬਾਹਰ ਨੇਮ ਪਲੇਟ ਲਗਾਈ ਹੈ, ਪਰ ਕੀ ਤੇਰੇ ਮਨ ਵਿੱਚ ਸੱਚ ਹੈ? ਕੀ ਤੇਰੇ ਮੁਖ ਵਿੱਚ ਸੱਚ ਹੈ?
ਕਿ ਤੂੰ ਸਾਰਿਆਂ ਨੂੰ ਇੱਕੋ ਜਿਹਾ ਵੇਖਦਾ, ਸਾਰਿਆਂ ਵਿੱਚ ਰੱਬ ਨਜ਼ਰ ਆਉਂਦਾ ਹੈ। ਹੁਣ ਇੱਥੇ ਤਾਂ ਬ੍ਰਹਮ ਗਿਆਨੀ ਵੀ ਆਪਣੇ ਆਪ ਨੂੰ ਕਹਾਉਣ ਵਾਲੇ ਬੈਠੇ ਨੇ ਤੇ ਪੰਗਤਾਂ ਵੀ ਅਲੱਗ-ਅਲੱਗ ਲਵਾਈਆਂ ਵੀ ਤੁਹਾਡੀ ਜਾਤ ਹੋਰ ਹੈ, ਚਲੋ ਤੁਸੀਂ ਲੰਗਰ ਨਹੀਂ ਛਕ ਸਕਦੇ ਸਾਡੇ ਵਿੱਚ ਬੈਠ ਕੇ, ਲੋਕੀ ਉਹਨਾਂ ਨੂੰ ਵੀ ਬ੍ਰਹਮ ਗਿਆਨੀ ਕਹੀ ਜਾਂਦੇ। ਸੋ ਇਹ ਅਸ਼ਟਪਦੀ ਪੜ੍ਹ ਕੇ, ਇਹ ਬਾਣੀ ਪੜ੍ਹ ਕੇ ਸਾਡੇ ਅੰਦਰ ਦੇ ਜਿਹੜੇ ਹੈਗੇ ਨਾ ਵਹਿਮ ਭਰਮ ਖਤਮ ਹੋਣੇ ਚਾਹੀਦੇ ਆ। ਵਹਿਮ ਭਰਮ ਪਾਲਣੇ ਨਹੀਂ ਚਾਹੀਦੇ ਵੀ ਜਿਹੜੇ ਬ੍ਰਹਮ ਗਿਆਨੀ ਆਪਣੇ ਆਪ ਨਾਲ ਲਿਖਾ ਲਿਆ, ਅਸੀਂ ਮੰਨ ਲਿਆ, ਹੱਦ ਹੋ ਗਈ। ਮੈਂ ਆਪਣੇ ਨੂੰ ਜੱਜ ਕਹਿਣ ਲੱਗ ਪਵਾਂ, ਤੁਸੀਂ ਮੈਨੂੰ ਜੱਜ ਮੰਨ ਲਓਗੇ? ਮੈਂ ਆਪਣੇ ਆਪ ਨੂੰ ਇੰਸਪੈਕਟਰ ਕਹਾਂ, ਤੁਸੀਂ ਮੰਨ ਲਓਗੇ? ਨਹੀਂ, ਤੁਸੀਂ ਵੇਖੋਗੇ ਵੀ ਇੰਸਪੈਕਟਰ ਹੈਗਾ ਕਿ ਨਹੀਂ। ਪਰ ਧਰਮ ਦੀ ਦੁਨੀਆ ਵਿੱਚ ਜਿਹੜਾ ਮਰਜ਼ੀ ਸਾਧ ਬਣ ਕੇ ਬਹਿ ਜਾਏ, ਅਸੀਂ ਸਾਧ ਕਹਿਣਾ ਸ਼ੁਰੂ ਕਰ ਦਿੰਦੇ। ਜਿਹੜਾ ਮਰਜ਼ੀ ਬ੍ਰਹਮ ਗਿਆਨੀ ਬਣ ਕੇ ਬਹਿ ਜਾਏ, ਅਸੀਂ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਹਜ਼ੂਰ ਕਹਿੰਦੇ ਕਿ ਨਾ, ਕੌਣ ਹੈ ਬ੍ਰਹਮ ਗਿਆਨੀ? ਸਤਿਗੁਰੂ ਨੇ ਪੈਮਾਨਾ ਦਿੱਤਾ ਹੈ ਜਿਹਦੇ ਮਨ ਵਿੱਚ ਵੀ ਸੱਚ ਹੈ। ਅੱਜ ਮੁੱਖ ਵਿੱਚ ਬਹੁਤ ਸੱਚ ਸੁਣਾਉਣ ਵਾਲੇ ਕਥਾਵਾਂ ਸਾਰੀ ਕਰ ਲੈਂਦੇ ਆ, ਮੇਰੇ ਵਰਗਾ ਵੀ ਕਰ ਲੈਂਦਾ, ਲੈਕਚਰ ਵੀ ਕਰ ਲੈਂਦੇ ਆ, ਪਰ ਅੰਦਰਲਾ ਜੀਵਨ ਕੈਸਾ ਹੈ? ਜਦੋਂ ਬਾਜ ਖੁੱਲਦਾ ਫਿਰ ਸਾਨੂੰ ਪਤਾ ਲੱਗਦਾ ਹੈ ਨਾ ਵੀ ਇਸ ਟਾਈਮ ਹੀ ਮੱਥਾ ਟੇਕਦੇ ਰਹੇ ਇਹਨਾਂ ਨੂੰ। ਹਜ਼ੂਰ ਨੇ ਪਹਿਲੇ ਹੀ ਸਮਝਾ ਦਿੱਤਾ ਵੀ ਅਸਲ ਵਿੱਚ ਬ੍ਰਹਮ ਦਾ ਗਿਆਨ ਰੱਖਣ ਵਾਲਾ ਕੌਣ ਹੈ। ਮਨ ਸਾਚਾ, ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਉਹ ਤੇ ਸਭ ਨੂੰ ਬਰਾਬਰ ਸਮਝਦਾ ਹੈ, ਉਹਦੇ ਲਈ ਤੇ ਮੇਲ ਤੇ ਹੈ ਨਹੀਂ। ਇੱਥੇ ਤਾਂ ਜਿਹੜਾ ਮੇਰੇ ਡੇਰੇ ਨੂੰ ਮੰਨਦਾ ਠੀਕ ਹੈ, ਦੂਜੇ ਨੂੰ ਨਹੀਂ ਮੰਨਦਾ ਚੱਕ ਨੂੰ ਮਾਰ ਹੀ ਦੋ। ਧਰਮ ਦੇ ਨਾਂ ਉੱਤੇ ਜੋ ਇੱਕ ਧਰਮ ਵਾਲੇ ਦੂਜੇ ਧਰਮ ਤੇ ਹਮਲਾ ਕਰਦੇ ਨੇ, ਇਹਦਾ ਮਤਲਬ ਉਹਨਾਂ ਨੂੰ ਬ੍ਰਹਮ ਦਾ ਗਿਆਨ ਨਹੀਂ ਹੈ। ਐਵੇਂ ਆਪਣੇ ਆਪ ਨੂੰ ਧਰਮੀ ਮੰਨੀ ਬੈਠੇ ਆ। ਧਰਮੀ ਬੰਦਾ ਕਦੇ ਵੀ ਕਿਸੇ ਉੱਤੇ ਅਟੈਕ ਨਹੀਂ ਕਰੇਗਾ ਨਫ਼ਰਤ ਵਿੱਚ ਆ ਕੇ। ਉਹਨੂੰ ਤਾਂ ਸਾਰਿਆਂ ਵਿੱਚ ਰੱਬ ਨਜ਼ਰ ਆਉਂਦਾ, ਇੱਕ ਓੰਕਾਰ ਉਹਨੂੰ ਸਮਝ ਵਿੱਚ ਆਉਂਦਾ ਹੈ। ਇੱਥੇ ਤੇ ਬੜੇ ਅਜੀਬ ਜਿਹੇ ਹਾਲਾਤ ਨੇ ਵੀ ਧਰਮ ਦੇ ਨਾਂ ਉੱਤੇ ਇੱਥੇ ਹਮਲਾ ਕਰ ਦਿੱਤਾ ਜਾਂਦਾ ਹੈ। ਫਿਰ ਆਪਣੇ ਆਪ ਨੂੰ ਵੱਡਾ ਧਰਮੀ ਵੀ ਕਹਾਇਆ ਜਾਂਦਾ ਹੈ। ਵੱਡੇ ਵੱਡੇ ਤਿਲਕ ਲਾਉਣ ਵਾਲੇ, ਵੱਡੇ ਵੱਡੇ ਪ੍ਰਦਰਸ਼ਨ ਕਰਨ ਵਾਲੇ ਦੂਜਿਆਂ ਨੂੰ ਮਾਰ ਕੇ ਕਹਿੰਦੇ ਆਪਾਂ ਧਰਮ ਦੀ ਸੇਵਾ ਕੀਤੀ ਹੈ। ਹਜ਼ੂਰ ਕਹਿਣ ਲੱਗੇ ਨਹੀਂ, ਜਿਨ੍ਹਾਂ ਨੂੰ ਰੱਬ ਨਹੀਂ ਨਾ ਨਜ਼ਰ ਆਉਂਦਾ। ਮੈਨੂੰ ਸਾਖੀ ਚੇਤੇ ਆ ਗਈ, ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਓੰਕਾਰ ਦਾ ਹੋਕਾ ਦਿੱਤਾ ਸੀ ਨਾ, ਉਦੋਂ ਆ ਗਏ ਸਨ ਕਈ ਵੀ ਆਪਾਂ ਇੱਕ ਨੂੰ ਹੀ ਮੰਨਦੇ ਆ ਜੀ, ਬਿਲਕੁਲ ਆਪਾਂ ਸਹਿਮਤ ਹਾਂ ਤੁਹਾਡੇ ਨਾਲ, ਤੁਸੀਂ ਸਾਡੇ ਨਾਲ ਆ ਕੇ ਬੈਠੋ। ਇਹ ਨਹੀਂ ਇੱਕ ਨੂੰ ਮੰਨਦੇ, ਆਪਾਂ ਤਾਂ ਕਹਿੰਦੇ ਅੱਲਾ ਇੱਕ ਹੈ, ਸਾਡੇ ਨਾਲ ਆ ਕੇ ਬੈਠੋ। ਹਜ਼ੂਰ ਨੇ ਗੱਲ ਕਹੀ ਸੀ, ਮੇਰੀ ਗੱਲ ਇੱਥੇ ਮੁੱਕਦੀ ਨਹੀਂ ਹੈ, ਇਹ ਤੋਂ ਅੱਗੇ ਵੀ ਹੈ। ਉਸ ਇੱਕ ਨੂੰ ਸਾਰਿਆਂ ਵਿੱਚ ਵੇਖ ਪਾਓਗੇ, ਤੁਸੀਂ ਕਾਫਰ ਕਹਿੰਦੇ ਹੋ ਦੂਜੇ ਨੂੰ, ਵੀ ਕੀ ਤੁਸੀਂ ਹਿੰਦੂ ਵੀਰ ਵਿੱਚ ਰੱਬ ਨੂੰ ਵੇਖ ਪਾਓਗੇ, ਅੱਲਾ ਨੂੰ ਵੇਖ ਪਾਓਗੇ? ਕੀ ਮੰਦਿਰ ਵਿੱਚ ਤੁਸੀਂ ਅੱਲਾ ਨੂੰ ਮਹਿਸੂਸ ਕਰ ਪਾਓਗੇ? ਜੇ ਤੇ ਠੀਕ ਹੈ ਫਿਰ ਮੈਂ ਤੁਹਾਡੇ ਨਾਲ ਬੈਠਦਾ ਹੈ, ਇੱਕੋ ਵਿਚਾਰ ਹੈ। ਪਰ ਜੇ ਨਹੀਂ ਤੇ ਫਿਰ ਮੈਂ ਤੁਹਾਡੇ ਨਾਲ ਵੀ ਨਹੀਂ ਬੈਠ ਸਕਦਾ। ਇਹੀ ਗੁਰੂ ਅਰਜਨ ਸਾਹਿਬ ਜੀ ਨੇ ਸਮਝਾਇਆ। ਅਸਲ ਬ੍ਰਹਮ ਗਿਆਨੀ ਉਹ ਹੈ ਜੋ ਸਾਰਿਆਂ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਵੇਖਦਾ ਹੈ। ਫਿਰ ਅਗਲੀ ਅਸ਼ਟਪਦੀ ਦੇ ਵਿੱਚ ਜੋ ਸਾਨੂੰ ਸਮਝਾਇਆ ਗਿਆ, ਔਰ ਉਹਨੂੰ ਨਾਵੀਂ ਅਸ਼ਟਪਦੀ ਹੈ, ਬਹੁਤ ਧਿਆਨ ਦੇ ਨਾਲ ਪੜ੍ਹਨਾ। ਉਹਦੇ ਵਿੱਚ ਅਲੱਗ-ਅਲੱਗ ਦਾ ਜ਼ਿਕਰ ਹੈ, ਅਪਰਸ਼ ਕੌਣ ਹੈ, ਭਗਉਤੀ ਕੌਣ ਹੈ, ਪਰ ਪੈਮਾਨਾ ਇੱਕੋ ਹੀ ਹੈ। ਜਿਹਦੇ ਅੰਦਰ ਪ੍ਰਭੂ ਦਾ ਨਾਮ ਹੈ, ਲਕਬ ਜੋ ਮਰਜ਼ੀ ਲਾ ਦੋ, ਕੋਈ ਸਾਧ ਕਹਿ ਦੇਵੇ, ਕੋਈ ਬ੍ਰਹਮ ਗਿਆਨੀ ਕਹਿ ਦੇ, ਕੋਈ ਦਾਸ ਕਹਿ ਦੇਵੇ, ਕੋਈ ਭਗਤ ਕਹਿ ਦੇਵੇ, ਪਰ ਪੈਮਾਨਾ ਕੀ ਹੈ? ਕਿਹਨੂੰ ਭਗਤ ਕਹਿਣਾ ਚਾਹੀਦਾ, ਕਿਹਨੂੰ ਸਾਧ ਕਹਿਣਾ ਚਾਹੀਦਾ, ਕਿਹਨੂੰ ਬ੍ਰਹਮ ਗਿਆਨੀ ਕਹਿਣਾ ਚਾਹੀਦਾ, ਕਿਹਨੂੰ ਅਪਰਸ਼ ਕਹਿਣਾ ਚਾਹੀਦਾ, ਕਿਹਨੂੰ ਭਗਉਤੀ ਕਹਿਣਾ ਚਾਹੀਦਾ? ਪੈਮਾਨਾ ਇੱਕੋ ਹੀ ਹੈ। ਉਰ ਧਾਰ ਹੈ ਜੋ ਅੰਤਰ ਨਾਮ, ਜਿਹੜਾ ਆਪਣੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਧਾਰਨ ਕਰ ਲਵੇ। ਹੁਣ ਮੇਰੇ ਵਰਗਾ ਸਿੱਖ ਕਹਾਈ ਜਾਏ, ਆਪਣੇ ਨੂੰ ਕਹਾਈ ਜਾਏ, ਗੁਰੂ ਤੇ ਵੇਖਣਗੇ ਵੀ ਇਹਦੇ ਅੰਦਰ ਪ੍ਰਭੂ ਦਾ ਨਾਮ ਹੈ, ਜੇ ਹੈ ਤੇ ਸਿੱਖ, ਨਹੀਂ ਤੇ ਨਹੀਂ। ਬਸ ਪੜ੍ਹਦੇ ਆਪਾਂ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠ, ਹਰ ਨਾਮ ਧਿਆਵੈ। ਜਿਹਦੇ ਅੰਦਰ ਹਰ ਨਾਮ ਹੀ ਨਹੀਂ ਹੈ ਉਹ ਸਿੱਖ ਨਹੀਂ ਹੋ ਸਕਦਾ। ਕੋਈ ਕਹੀ ਜਾਏ ਮੈਂ ਹਿੰਦੂ ਆ, ਹਿੰਦੂ ਆ, ਕਹਿਣ ਨਾਲ ਕੀ ਹੈ? ਹਿੰਦੂ ਕਹਿ ਕਰ ਹਿੰਦੂ ਆਵੈ, ਸੂਤ ਜਨੇਊ ਪੜ ਗਲ ਪਾਵੈ, ਸੂਤ ਪਾਏ ਕਰੇ ਬੁਰਿਆਈ। ਜੇ ਖਾਲੀ ਧਾਰਮਿਕ ਚਿੰਨ੍ਹ ਪ੍ਰਾਪਤ ਕਰਕੇ ਪਾ ਕੇ ਤੇ ਆਪਾਂ ਬੁਰਿਆਈ ਕਰਨੀ ਹੈ, ਫਿਰ ਆਪਾਂ ਧਰਮੀ ਨਹੀਂ ਹੈਗੇ। ਨਾਤਾ ਤੋਤਾ ਥਾਂ ਹੀ ਨਾ ਪਾਈ। ਕਾਜ਼ੀ ਸੋਏ ਜੋ ਉਲਟੀ ਕਰੇ। ਕਾਜ਼ੀ ਉਹ ਹੈ ਜੋ ਜਿਵੇਂ ਸੰਸਾਰ ਚੱਲਦਾ ਹੈ ਉਵੇਂ ਹੀ ਚੱਲੀ ਜਾਏ, ਉਹ ਦੇ ਵਿਕਾਰ ਇਹਦੇ ਮਨ ਵਿੱਚ ਹੋਣ, ਫਿਰ ਕਾਹਦਾ ਕਾਜ਼ੀ ਹੈ? ਭਗਤਾਂ ਕੀ ਚਾਲ ਨਿਰਾਲੀ, ਇਹਦੀ ਜੀਵਨ ਜਗਤ, ਇਹਦੀ ਜੀਵਨ ਚਾਲ ਦੂਜਿਆਂ ਤੋਂ ਉਲਟ ਚਾਹੀਦੀ ਹੈ, ਭਾਵ ਸੱਚੇ ਮਾਰਗ ਤੇ ਚਾਹੀਦੀ ਹੈ।
ਸਤਿਗੁਰ ਕਹਿੰਦੇ ਤੂੰ ਚੰਗਾ ਮੁਸਲਮਾਨ ਬਣ, ਤੂੰ ਚੰਗਾ ਹਿੰਦੂ ਬਣ, ਤੂੰ ਚੰਗਾ ਜੋਗੀ ਬਣ। ਸਤਿਗੁਰ ਨੇ ਪਰਿਭਾਸ਼ਾਵਾਂ ਦਿੱਤੀਆਂ ਬ੍ਰਾਹਮਣ ਕੌਣ ਹੈ, ਸਤਿਗੁਰ ਨੇ ਪਰਿਭਾਸ਼ਾ ਦਿੱਤੀ ਹੈਗੀ ਹੈ ਵੀ ਖੱਤਰੀ ਕੌਣ ਹੈ, ਸਤਿਗੁਰ ਨੇ ਪਰਿਭਾਸ਼ਾ ਦਿੱਤੀ ਹੈ ਕਿ ਮੁਸਲਮਾਨ ਕੌਣ ਹੈ। ਮੁਸਲਮਾਨ ਕਹਾਵਣ ਮੁਸ਼ਕਲ, ਪੈਮਾਨਾ ਕੀ ਸੀ, ਜਿਹਦੇ ਅੰਦਰ ਪ੍ਰਭੂ ਦਾ ਨਾਮ ਹੈ। ਹੁਣ ਆਹ ਚੀਜ਼ ਹੈ ਨਹੀਂ, ਤਖਤੀਆਂ ਸਾਰਿਆਂ ਕੋਲ ਹੈਗੀਆਂ, ਸਾਡੇ ਕੋਲ ਆਪਾਂ ਸਾਰਿਆਂ ਨੇ ਨਾ ਐਨ ਬੋਰਡ ਲਗਾਏ ਵੱਡੇ ਵੱਡੇ, ਪਰ ਅੰਦਰ ਮਾਲ ਕਿਸੇ ਦੇ ਵੀ ਨਹੀਂ ਹੈ। ਭਾਵ ਅੰਦਰ ਪ੍ਰਭੂ ਦਾ ਨਾਮ ਕਿਸੇ ਕੋਲ ਵੀ ਨਹੀਂ ਹੈ, ਖਾਲੀ ਪ੍ਰਗਟਾਵਾ ਹੀ ਪ੍ਰਗਟਾਵਾ ਹੈ। ਜਿਨ੍ਹਾਂ ਕੋਲ ਹੈ ਉਹ ਵਡਭਾਗੇ ਨੇ, ਬਾਕੀ ਤੇ ਪਖੰਡ ਹੈ। ਸਤਿਗੁਰੂ ਜੀ ਕਹਿਣਗੇ ਪੁਰ ਧਾਰੈ ਜੋ ਅੰਤਰ ਨਾਮ, ਜਿਹੜਾ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿੱਚ ਧਾਰਨ ਕਰੇ ਉਹਦੀ ਗੱਲਬਾਤ ਹੈ। ਫਿਰ ਨਾਲ ਮੇਰੇ ਮਾਲਕ ਨੇ ਝਲਕਾਰਾ ਦਿੱਤਾ, ਭਲਿਆ ਆਪਣੇ ਆਲੇ ਦੁਆਲੇ ਝਾਤ ਮਾਰ ਕੇ ਵੇਖ, ਹਾਲੇ ਵੀ ਤੈਨੂੰ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਉੱਤੇ ਸ਼ੱਕ ਹੈ, ਹਾਲੇ ਵੀ ਤੇਰੇ ਅੰਦਰ ਕੋਈ ਸ਼ੰਕਾ ਬਣਿਆ। ਕੋਈ ਇੱਕ ਚੀਜ਼ ਪੇਸ਼ ਕਰ ਦੇਵੇ, ਕੋਈ 2 ਪੇਸ਼ ਕਰ ਦੇਵੇ, ਕੋਈ 50 ਪੇਸ਼ ਕਰ ਦੇਵੇ, ਤੇ ਫਿਰ ਵੀ ਕੋਈ ਕਵੇ ਇਹਨੂੰ ਬਣਾਉਣ ਵਾਲਾ ਹੀ ਕੋਈ ਹੈ ਨਹੀਂ, ਫਿਰ ਤੇ ਅਗਿਆਨਤਾ ਹੀ ਹੈ ਨਾ। ਫਿਰ ਤੇ ਕਹੀਏ ਕੋਈ ਸ਼ਕਤੀ ਹੈ ਹੀ ਨਹੀਂ, ਮੈਂ ਹੀ ਆ ਜੋ ਕੁਝ ਆ, ਹੋਰ ਤੇ ਕੁਝ ਵੀ ਨਹੀਂ। ਇਹ ਤੋਂ ਵੱਡੀ ਬੇਵਕੂਫੀ ਕੀ ਹੋਵੇਗੀ। ਹਜ਼ੂਰ ਨੇ ਸਮਝਾਇਆ, ਨਾਨਕ ਰਚਨਾ ਪ੍ਰਭ ਰਚੀ, ਪ੍ਰਭੂ ਨੇ ਰਚਨਾ ਰਚੀ ਹੈ। ਜੇ ਰਚਨਾ ਹੈ ਤੇ ਉਹ ਰਚਣ ਵਾਲਾ ਹੈਗਾ ਹੀ ਹੈ, ਸਪਸ਼ਟ ਜੀ ਗੱਲ ਹੈ। ਹੁਣ ਮੇਰੇ ਵਰਗਾ ਬੰਦਾ ਘਰ ਆ ਕੇ ਇਹ ਪੁੱਛੇ ਵੀ ਆ ਘਰ ਵਿੱਚ ਇੱਕ ਤਸਵੀਰ ਆਈ ਨਵੀਂ, ਸਵੇਰੇ ਨਹੀਂ ਸੀ, ਤੇ ਕੌਣ ਲੈ ਕੇ ਆਇਆ, ਤੇ ਘਰ ਦੇ ਕਹਿੰਦੇ ਪਤਾ ਨਹੀਂ, ਆਪੇ ਹੀ ਆ ਗਈ, ਆਪੇ ਹੀ ਆ ਗਈ, ਤੇ ਮੈਂ ਤੇ ਲੜ ਪਵਾਂਗਾ ਉਹਨਾਂ ਨਾਲ ਵੀ ਤੁਸੀਂ ਮੈਨੂੰ ਬੇਵਕੂਫ ਬਣਾਉਂਦੇ, ਆਪੇ ਕਿਵੇਂ ਆ ਸਕਦੀ ਹੈ। ਤੇ ਅਗਲੇ ਫਿਰ ਕਹਿਣ ਵੀ ਤੁਸੀਂ ਵੀ ਤੇ ਕਹਿੰਦੇ ਸੀ ਆਪੇ ਬਣ ਗਈ। ਐਡੀ ਵੱਡੀ ਰਚਨਾ ਹੋਣ ਦੇ ਬਾਵਜੂਦ ਵੀ ਇਹ ਮੰਨਣ ਨੂੰ ਤੁਸੀਂ ਤਿਆਰ ਨਹੀਂ। ਆ ਸੂਰਜ ਹੈ, ਚੰਦਰਮਾ ਹੈ, ਪਹਾੜ ਨੇ, ਐਡੇ ਐਡੇ ਜਾਨਵਰ ਨੇ, ਪੰਛੀ ਨੇ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਸ ਕਹਿੰਦੇ ਕੋਈ ਸ਼ਕਤੀ ਹੈ ਹੀ ਨਹੀਂ। ਤੇ ਸਤਿਗੁਰ ਨੇ ਸਮਝਾਇਆ, ਕਹਿੰਦੇ ਦੇਖ ਨਾਨਕ ਰਚਨਾ ਪ੍ਰਭ ਰਚੀ, ਬਹੁਵਿਧ ਅਨੇਕ ਪ੍ਰਕਾਰ, ਬਹੁਤ ਢੰਗਾਂ ਦੇ ਨਾਲ। ਕੋਈ ਅੰਡਿਆਂ ਤੋਂ ਪੈਦਾ ਹੋ ਰਿਹਾ ਜੀਵ, ਕੋਈ ਜੇਰ ਤੋਂ ਪੈਦਾ ਹੋ ਰਿਹਾ ਜੀਵ, ਕੋਈ ਉੱਡਣ ਵਾਲੇ ਨੇ, ਕੋਈ ਧਰਤੀ ਤੇ ਰਹਿਣ ਵਾਲੇ ਨੇ, ਕੋਈ ਪਾਣੀ 'ਚ ਰਹਿਣ ਵਾਲੇ ਨੇ, ਹਰੇਕ ਦਾ ਖਾਣਾ ਅਲੱਗ-ਅਲੱਗ ਹੈ। ਕੋਈ ਮਾਸਾਹਾਰੀ ਹੈ, ਕੋਈ ਘਾਹ ਖਾ ਕੇ ਗੁਜ਼ਾਰਾ ਕਰ ਰਿਹਾ, ਕੋਈ ਮਿੱਟੀ ਖਾ ਕੇ ਗੁਜ਼ਾਰਾ ਕਰ ਰਿਹਾ, ਟਿਕਾਣੇ ਅਲੱਗ-ਅਲੱਗ ਨੇ। ਕੋਈ ਪੱਥਰਾਂ ਦੇ ਵਿੱਚ ਹੀ ਹੈ, ਸਾਰੀ ਜ਼ਿੰਦਗੀ ਪੱਥਰਾਂ ਵਿੱਚ ਹੀ ਬਤੀਤ ਹੋ ਜਾਂਦੀ ਉਸ ਦੀ। ਕਿਉਂ? ਕਿਉਂਕਿ ਕਈ ਢੰਗਾਂ ਦੇ ਨਾਲ, ਕਈ ਪ੍ਰਕਾਰਾਂ ਦੇ ਨਾਲ। ਹੁਣ ਤੇ ਸਾਇੰਸ ਨੇ ਅੱਖ ਨੂੰ ਵੱਡਾ ਕਰ ਦਿੱਤਾ ਹੈ ਨਾ, ਐਸੇ ਐਸੇ ਜੀਵ ਅਸੀਂ ਦੇਖ ਸਕਦੇ ਹਾਂ YouTube ਦੇ ਉੱਤੇ ਜਾਂ ਆਪਣੇ ਚੈਨਲ ਦੇ ਉੱਤੇ, ਨੈਟ ਦੇ ਉੱਤੇ, ਵੀ ਬੰਦਾ ਹੈਰਾਨ ਹੋ ਜਾਂਦਾ ਵੀ ਹੈ ਇਹ ਤੇ ਲੱਗਦਾ ਹੀ ਨਹੀਂ ਸੀ। ਦਰਖਤਾਂ ਵਰਗਾ ਹੀ ਪੰਛੀ, ਹਿੱਲੇ ਤੇ ਪਤਾ ਲੱਗਦਾ ਪੰਛੀ ਹੈ। ਲੱਕੜ ਵਰਗਾ ਹੀ ਕੀੜਾ, ਹਿੱਲੇ ਤੇ ਪਤਾ ਲੱਗਦਾ ਵੀ ਇਹ ਕੀੜਾ ਹੀ ਹੈ। ਪੱਤੇ ਵਰਗੀ ਤਿਤਲੀ, ਹਿੱਲੇ ਤੇ ਪਤਾ ਲੱਗਦਾ ਇਹ ਤਿਤਲੀ ਹੈ। ਇਹ ਕਿਉਂ? ਕਿਉਂਕਿ ਮੇਰੇ ਮਾਲਕ ਨੇ ਬਹੁਤ ਢੰਗਾਂ ਦੇ ਨਾਲ ਇਹ ਰਚਨਾ ਰਚੀ। ਇਸ ਰਚਨਾ ਨੂੰ ਵੇਖ ਕੇ ਵੀ ਸਾਡੇ ਮੂੰਹ ਚੋਂ ਵਾਹ ਨਾ ਨਿਕਲਿਆ। ਇਸ ਰਚਨਾ ਨੂੰ ਵੇਖ ਕੇ ਵੀ ਕੋਇਲ ਜਦੋਂ ਬੋਲਦੀ ਹੈ ਤੇ ਸਾਡੇ ਅੰਦਰੋਂ ਆਵਾਜ਼ ਨਹੀਂ ਆਈ ਕਿ ਰੱਬਾ ਕਮਾਲ ਕਰ ਦਿੱਤੀ, ਏਡੀ ਮਿੱਠੀ ਆਵਾਜ਼ ਤੂੰ ਦੇ ਦਿੱਤੀ, ਇਹਨੂੰ ਤੂੰ ਆਪ ਕਿੰਨਾ ਮਿੱਠਾ ਹੋਵੇਗਾ। ਸਤਿਗੁਰ ਸਾਨੂੰ ਸਮਝਾਉਂਦੇ ਨੇ। ਫਿਰ ਨਾਲ ਹੀ ਅਗਲੇ ਸ਼ਲੋਕ ਵਿੱਚ ਕਹਿ ਦਿੱਤਾ, ਆ ਵੱਖ-ਵੱਖ ਚੀਜ਼ਾਂ ਵੇਖ ਕੇ ਕਿਤੇ ਤੁਸੀਂ ਇਹ ਨਾ ਸਮਝ ਲੈਣਾ ਵੀ ਇਹਨਾਂ ਨੂੰ ਬਣਾਉਣ ਵਾਲਾ ਵੀ ਵੱਖ-ਵੱਖ ਹੀ ਹੋਣਗੇ। ਵੀ ਸੂਰਜ ਗਰਮ ਹੈ, ਕਿਸੇ ਹੋਰ ਨੇ ਬਣਾਇਆ ਹੋਵੇਗਾ, ਚੰਦਰਮਾ ਠੰਡਾ ਹੈ, ਕਿਸੇ ਹੋਰ ਨੇ ਬਣਾਇਆ ਹੋਵੇਗਾ। ਹਜ਼ੂਰ ਕਹਿੰਦੇ ਨਹੀਂ, ਕਾਰਨ ਪ੍ਰਭ ਏਕ ਹੈ, ਇੱਕੋ ਹੀ ਹੈ, ਦੋ ਨਹੀਂ ਹੈਗੇ। ਛੋਟੀ ਜੀ ਰੇਤ, ਛੋਟਾ ਜਿਹਾ ਰੇਤ ਦਾ ਕਿਣਕਾ ਤੇ ਐਡਾ ਵੱਡਾ ਹਿਮਾਲਿਆ ਪਰਬਤ, ਬਣਾਉਣ ਵਾਲਾ ਇੱਕੋ ਹੀ ਹੈ। ਛੋਟੀ ਜੀ ਕੀੜੀ, ਐਡਾ ਵੱਡਾ ਹਾਥੀ, ਬਣਾਉਣ ਵਾਲਾ ਇੱਕੋ ਹੀ ਹੈ। ਛੋਟਾ ਜਿਹਾ ਘਾਹ ਦਾ ਤਿਨਕਾ, ਐਡਾ ਵੱਡਾ ਬੋਹੜ ਦਾ ਦਰਖਤ, ਬਣਾਉਣ ਵਾਲਾ ਇੱਕੋ ਹੀ ਹੈ। ਗਰਮ ਸੂਰਜ, ਠੰਡਾ ਚੰਦਰਮਾ, ਬਣਾਉਣ ਵਾਲਾ ਇੱਕੋ ਹੀ ਹੈ। ਮੇਰੇ ਮਾਲਕ ਕਹਿੰਦੇ ਕਿਸੇ ਕਾਰਨ ਕਰਕੇ ਕੋਈ ਚੀਜ਼ ਹੁੰਦੀ ਹੈ, ਇਹ ਵੀ ਨਾ ਸਮਝ ਲੈਣਾ ਵੀ ਕਾਰਨ ਹੀ ਸਭ ਕੁਝ ਹੈ। ਨਹੀਂ, ਉਹਦੇ ਪਿੱਛੇ ਵੀ ਮੇਰੇ ਮਾਲਕ ਦੀ ਰਹਿਮਤ ਹੈ, ਮੇਰੇ ਮਾਲਕ ਦੀ ਮਰਜ਼ੀ ਹੈ।
ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ, ਦੂਜਾ ਤੇ ਕੋਈ ਵੀ ਨਹੀਂ। ਹੁਣ ਜਦੋਂ ਅਸੀਂ ਇਹ ਗੱਲ ਸਮਝਾਂਗੇ ਨਾ, ਉਦੋਂ ਇੱਕ ਸਾਡੇ ਜੀਵਨ ਦੇ ਵਿੱਚ ਚੇਂਜ ਆਏ। ਹੁਣ ਅਸੀਂ ਕੀ ਕਹਿੰਦੇ, ਮੈਂ ਕੀਤਾ, ਜੇ ਮੈਂ ਨਾ ਹੁੰਦਾ, ਹੁਣ ਮੈਂ ਨਹੀਂ ਆ ਸਾਡੇ ਜੀਵਨ ਦੇ ਵਿੱਚ, ਮੇਰੇ ਕਰਕੇ ਘਰ ਚੱਲਦਾ ਹੈ, ਮੇਰੇ ਕਰਕੇ ਫੈਕਟਰੀ ਚੱਲਦੀ ਹੈ, ਮੇਰੇ ਕਰਕੇ ਪ੍ਰਚਾਰ ਹੋ ਰਿਹਾ ਹੈ, ਹਲੇ ਤੇ ਮੈਂ ਹੀ ਹੈ। ਜਪ ਬਾਣੀ ਵਿੱਚ ਮੇਰੇ ਮਾਲਕ ਨੇ ਸਮਝਾਇਆ ਸੀ ਨਾ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ। ਜੇ ਹੁਕਮ ਨੂੰ ਬੁੱਝ ਲਏ ਨਾ, ਇਸ ਗੱਲ ਨੂੰ ਸਮਝ ਲਏ, ਫਿਰ ਮੈਂ ਨਹੀਂ ਕਰਦਾ, ਫਿਰ ਹਉਮੈ ਦੀਆਂ ਗੱਲਾਂ ਨਹੀਂ ਕਰਦਾ, ਫਿਰ ਅਹੰਕਾਰ ਦੀਆਂ ਗੱਲਾਂ ਨਹੀਂ ਕਰਦਾ। ਜਿਸ ਦਿਨ ਇਹ ਸਮਝ ਆ ਗਿਆ ਵੀ ਇੱਕੋ ਹੀ ਹੈ ਕਰਨ ਵਾਲਾ, ਫਿਰ ਬੰਦਾ ਆਪਣੇ ਆਪ ਨੂੰ ਕੀ ਸਮਝੇਗਾ, ਮੈਂ ਤੇ ਕਠਪੁਤਲੀ ਹਾਂ। ਫਿਰ ਬੰਦਾ ਕੀ ਸਮਝੇਗਾ ਆਪਣੇ ਆਪ ਨੂੰ, ਫਿਰ ਬੰਦਾ ਕਹੇਗਾ ਮੈਂ ਤੇ ਪਤੰਗ ਹਾਂ, ਉਡਾਉਣ ਵਾਲਾ ਤੇ ਕੋਈ ਹੋਰ ਹੈ। ਫਿਰ ਬੰਦਾ ਕਹੇਗਾ ਮੈਂ ਤੇ ਹਾਰਮੋਨੀਅਮ, ਆਵਾਜ਼ਾਂ, ਸਾਜ਼ ਵਜਾਉਣ ਵਾਲਾ ਤੇ ਕੋਈ ਹੋਰ ਹੈ। ਉਹ ਹੰਕਾਰ ਨਹੀਂ ਕਰੇਗਾ, ਸਗੋਂ ਜਦੋਂ ਵੀ ਕੁਝ ਚੰਗਾ ਹੋਏਗਾ ਉਹ ਕਹੇਗਾ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੈ ਮੇਰਾ। ਉਹ ਜਾਣਦਾ ਹੈ ਵੀ ਮੈਂ ਤਾਂ ਕੁਝ ਹਰਕਤ ਕਰ ਪਾ ਰਿਹਾ ਹਾਂ ਜੇ ਮਾਲਕ ਦੀ ਸੱਤਾ ਮੇਰੇ ਵਿੱਚ ਹੈ। ਆਪਾਂ ਇੱਕ ਉਦਾਹਰਣ ਲੈਂਦੇ ਹਾਂ, ਆਪਣੇ ਘਰ ਵਿੱਚ ਵੇਖੋ, ਟੀਵੀ ਚੱਲਦਾ ਹੈ, ਫ੍ਰਿਜ ਚੱਲਦਾ ਹੈ, ਏਸੀ ਚੱਲਦਾ ਹੈ, ਬਲਬ ਚੱਲ ਰਹੇ ਨੇ, ਪੱਖੇ ਚੱਲ ਰਹੇ ਨੇ ਨਾ, ਇਹ ਸਭ ਅਲੱਗ-ਅਲੱਗ ਚੀਜ਼ਾਂ ਨੇ, ਅਲੱਗ-ਅਲੱਗ ਕੰਮ ਕਰ ਰਹੀਆਂ ਨੇ। ਪਰ ਜੇ ਬਿਜਲੀ ਪਾਸੇ ਕਰ ਦਈਏ ਫਿਰ ਕੀ ਹੋਏਗਾ, ਨਾ ਪੱਖਾ ਚੱਲਣਾ ਹੈ ਨਾ ਏਸੀ ਚੱਲਣਾ ਹੈ, ਬਿਜਲੀ ਚਾਹੀਦੀ ਹੈ। ਇਹਦਾ ਮਤਲਬ ਬਿਜਲੀ ਹੀ ਸਭ ਨੂੰ ਸਭ ਕੁਝ ਕਰਵਾ ਰਹੀ ਹੈ। ਦੇਖਣ ਨੂੰ ਅਲੱਗ-ਅਲੱਗ ਕੰਮ ਹੋ ਰਹੇ ਨੇ, ਪਰ ਕਾਰਨ ਇੱਕੋ ਹੀ ਹੈ ਜਿਸ ਕਰਕੇ ਸਾਰੇ ਕੰਮ ਹੋ ਰਹੇ ਨੇ। ਹਜ਼ੂਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ, ਸਤਿਗੁਰ ਨੇ ਸਮਝਾ ਦਿੱਤਾ, ਕਰਨ ਕਰਾਵਨ ਕਰਨੈ ਜੋਗ। ਇਸ ਤੋਂ ਅਗਲਾ ਸ਼ਲੋਕ ਹੀ ਹੈ। ਦੇਖੋ ਇੱਕ ਲੜੀ ਹੈ ਇਹਦੇ ਵਿੱਚ, ਤੁਸੀਂ ਕਦੇ ਧਿਆਨ ਦੇ ਨਾਲ ਵੇਖਣਾ, ਇਹ ਲੜੀ ਦੇ ਵਿੱਚ ਚੱਲ ਰਹੀ ਹੈ ਸਾਰੀ ਬਾਣੀ। ਹਜ਼ੂਰ ਨੇ ਕਿਹਾ ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ। ਸਭ ਕੁਝ ਦੇ ਹੁਕਮ ਦੇ ਵਿੱਚ ਹੈ। ਹੁਣ ਬੰਦਾ ਕਹੇ ਕਿ ਮੇਰੇ ਪੰਖ ਨਿਕਲ ਆਉਣ ਤੇ ਮੈਂ ਵੀ ਪੰਛੀਆਂ ਵਾਂਗੂ ਉੱਡਾਂ, ਨਹੀਂ ਹੋ ਸਕਦਾ। ਜੇ ਮਨੁੱਖ ਇਹ ਗੱਲ ਕਹੇ ਵੀ ਕੋਈ ਜਾਨਵਰ ਜਿਹੜਾ ਹੈ ਉਹ ਮਨੁੱਖ ਵਾਂਗੂ ਸੋਚਣ ਲੱਗ ਪਵੇ, ਨਹੀਂ ਹੋ ਸਕਦਾ। ਮੇਰੇ ਮਾਲਕ ਨੇ ਜੋ ਸਮਰੱਥਾ ਜਿਸ ਵਿੱਚ ਪਾਉਣੀ ਸੀ ਪਾ ਦਿੱਤੀ। ਇੱਥੋਂ ਤੱਕ ਕਹਿਣ ਨੂੰ ਸਾਰੇ ਅੰਬ ਨੇ, ਪਰ ਕੁਆਲਿਟੀ ਅਲੱਗ-ਅਲੱਗ ਹੈ। ਤੋਤਾਪੁਰੀ ਅੰਬ ਦੁਸ਼ਹਿਰੀ ਅੰਬ ਨਹੀਂ ਹੋ ਸਕਦਾ, ਜਿੰਨਾ ਮਰਜ਼ੀ ਯਤਨ ਕਰੇ। ਦੁਸ਼ਹਿਰੀ ਅੰਬ ਸਫੈਦਾ ਅੰਬ ਨਹੀਂ ਹੋ ਸਕਦਾ, ਭਾਵੇਂ ਕਹਿਣ ਨੂੰ ਦੋਨੇ ਤਿੰਨੇ ਅੰਬ ਨੇ, ਪਰ ਹਰੇਕ ਵਿੱਚ ਮੇਰੇ ਮਾਲਕ ਨੇ ਸਮਰੱਥਾ ਆਪਣੀ ਆਪਣੀ ਪਾਈ, ਕੁਆਲਿਟੀ ਅਲੱਗ-ਅਲੱਗ ਪਾਈ। ਇਸੇ ਤਰੀਕੇ ਦੇ ਨਾਲ ਮੇਰੇ ਮਾਲਕ ਸਾਨੂੰ ਸਮਝਾਉਣਾ ਚਾਹੁੰਦੇ ਨੇ ਵੀ ਸਾਨੂੰ ਜੋ ਕੁਝ ਵੀ ਦਿਸਦਾ ਹੈ ਨਾ, ਇਹਦੇ ਵਿੱਚ ਮਰਜ਼ੀ ਅਕਾਲ ਪੁਰਖ ਵਾਹਿਗੁਰੂ ਦੀ ਹੈ। ਜਿਸ ਜਿਸ ਯੋਗ ਜਿਸ ਨੂੰ ਬਣਾਇਆ ਉਹੋ ਜਿਹਾ ਉਹ ਕੰਮ ਕਰ ਪਾ ਰਿਹਾ। ਜੇ ਮੇਰੇ ਕੋਲ ਦਿਮਾਗ ਹੈ ਤਾਂ ਮੈਂ ਵਰਤ ਪਾ ਰਿਹਾ, ਜੇ ਨਾ ਹੋਵੇ ਫਿਰ ਮੈਂ ਕੀ ਕਰ ਸਕਦਾ ਸੀ। ਚੀਤੇ ਦੇ ਕੋਲ ਦੌੜਨ ਦੀ ਸਮਰੱਥਾ ਹੈ, ਤੇਜ ਸ਼ਿਕਾਰ ਕਰਨ ਦੀ ਸਮਰੱਥਾ ਹੈ, ਤਾਂ ਉਹ ਦੌੜ ਪਾ ਰਿਹਾ, ਤਾਂ ਉਹ ਸ਼ਿਕਾਰ ਕਰ ਪਾ ਰਿਹਾ। ਇੱਥੋਂ ਤੱਕ ਮਾਸ ਨੂੰ ਪਚਾਉਣ ਦੀ ਉਹਦੇ ਅੰਦਰ ਸਮਰੱਥਾ ਮੇਰੇ ਮਾਲਕ ਨੇ ਪਾਈ, ਤਾਂ ਉਹ ਮਾਸ ਖਾ ਪਾ ਰਿਹਾ, ਨਹੀਂ ਤਾਂ ਖਾ ਨਹੀਂ ਸੀ ਸਕਦਾ। ਜੇ ਕਿਸੇ ਜਾਨਵਰ ਨੂੰ ਘਾਹ ਖਾਣ ਦੀ ਸਮਰੱਥਾ ਮੇਰੇ ਮਾਲਕ ਨੇ ਪਾਈ ਹੈ, ਸ਼ੇਰ ਕਦੇ ਵੀ ਘਾਹ ਪੁੱਟ ਨਹੀਂ ਸਕਦਾ ਥੱਲੋਂ ਖਾਣ ਲੱਗਿਆ ਨਹੀਂ ਤੇਜ਼ੀ ਨਾਲ, ਜਿੰਨੇ ਦੂਜੇ ਜਾਨਵਰ। ਦੰਦਾਂ ਦੀ ਬਣਤਰ ਵੇਖੋ, ਜੇ ਕਿਤੇ ਸ਼ੇਰ ਵਰਗੇ ਦੰਦ ਗਾਵਾਂ ਮੱਝਾਂ ਦੇ ਹੁੰਦੇ, ਉਹ ਘਾਹ ਨਹੀਂ ਸੀ ਪੱਟ ਸਕਦੀਆਂ ਥੱਲੋਂ ਦੀ। ਮੇਰੇ ਮਾਲਕ ਨੇ ਯੋਗਤਾ ਭਰੀ ਉਹਨਾਂ ਦੇ ਵਿੱਚ, ਉਹਨਾਂ ਦੀ ਪਾਚਨ ਸ਼ਕਤੀ ਬਣਾਈ ਉਹੋ ਜੀ, ਤਾਂ ਉਹ ਸਭ ਕੁਝ ਕਰ ਪਾ ਰਹੀਆਂ। ਸਮਝੀ ਇਸ ਗੱਲ ਨੂੰ, ਐਵੇਂ ਨਾ ਹੰਕਾਰ ਕਰੀਏ। ਜੇ ਮੇਰੇ ਵਿੱਚ ਸ਼ਕਤੀ ਮੇਰੇ ਮਾਲਕ ਨੇ ਪਾਈ ਹੈ ਤਾਂ ਮੈਂ ਘਰ ਦੀਆਂ ਰੋਟੀਆਂ ਬਣਾ ਪਾ ਰਹੀਆਂ। ਇੱਕ ਘਰ ਵਾਲੀ ਇੱਕ ਬੱਚੀ ਸਮਝੇ ਮੇਰੇ ਵਿੱਚ ਸਮਰੱਥਾ ਪਾਈ ਹੈ ਤਾਂ ਮੈਂ ਇਹ ਕੰਮ ਕਰ ਪਾ ਰਿਹਾ, ਇੱਕ ਮਨੁੱਖ ਸਮਝੇ ਤੇ ਹਮੇਸ਼ਾ ਧੰਨਵਾਦੀ ਹੋਵੇ ਰੱਬ ਜੀ ਦਾ। ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ। ਫਿਰ ਹੰਕਾਰ ਗਿਆ, ਜਦੋਂ ਹੰਕਾਰ ਗਿਆ ਉਦੋਂ ਜੀਵਨ 'ਚ ਸੁੱਖ ਆਉਣਗੇ। ਅਗਲਾ ਸ਼ਲੋਕ ਇਹੀ ਹੈ, ਸੁਖੀ ਬਸੈ ਮਸਕੀਨੀਆ। ਮਸਕੀਨੀਆ ਮੈਨੇ ਨਿਮਰਤਾ ਵਾਲਾ।
ਜਿਹੜਾ ਝੁਕ ਕੇ ਰਹਿੰਦਾ ਹੈ, ਜਿਹੜਾ ਅਹੰਕਾਰੀ ਨਹੀਂ ਹੈ, ਕਹਿੰਦੇ ਉਹ ਸੁਖੀ ਰਹਿੰਦਾ ਹੈ। ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀ ਆ, ਦੂਜੇ ਪਾਸੇ ਬਹੁਤ ਵੱਡੇ ਵੱਡੇ ਅਹੰਕਾਰੀ ਨੇ, ਉਹਨਾਂ ਨਾਲ ਕੀ ਹੁੰਦਾ ਹੈ? ਨਾਨਕ ਗਰਭ ਗਲੇ, ਉਹ ਤੇ ਅਹੰਕਾਰ ਦੇ ਵਿੱਚ ਹੀ ਗਲ ਜਾਂਦੇ ਨੇ। ਮੈਨੂੰ ਧਨੀ ਰਾਮ ਚਾਤ੍ਰਿਕ ਜੀ ਦੀ ਇੱਕ ਰਚਨਾ ਚੇਤੇ ਆ ਗਈ। ਉਹ ਕਹਿੰਦੇ ਵੀ ਮੀਂਹ ਪਿਆ, ਜਦੋਂ ਮੀਂਹ ਪਿਆ ਨਾ, ਮੀਂਹ ਪੈ ਕੇ ਹਟਿਆ ਤੇ ਵੇਖਿਆ ਵੀ ਜਿਹੜਾ ਪਾਣੀ ਹੈ ਨਾ ਉਹ ਟੋਏ ਵਿੱਚ ਇਕੱਠਾ ਹੋਇਆ ਪਿਆ, ਤੇ ਮੀਂਹ ਦਾ ਸਾਰਾ ਜਿਹੜਾ ਪ੍ਰਹਾਰ ਸੀ, ਵਾਛੜ ਸੀ, ਉਹ ਟਿੱਬੇ ਦੇ ਮੂੰਹ ਤੇ ਪਈ ਸੀ। ਟਿੱਬਾ ਉੱਚਾ ਹੈ, ਉਹ ਟਿੱਬੇ ਨੇ ਵੇਖਿਆ ਵੀ ਮੀਂਹ ਦੀ ਸਾਰੀ ਮਾਰ ਤੇ ਮੈਂ ਝੱਲੀ, ਪਾਣੀ ਥੱਲੇ ਇਕੱਠਾ ਹੋ ਗਿਆ। ਉਹ ਪੁੱਛਦਾ ਹੈ, ਟਿੱਬੇ ਨੇ ਟੋਏ ਨੂੰ ਪੁੱਛਿਆ, ਤੂੰ ਕੀ ਕਰਮ ਕਮਾਏ? ਝਾਂਬਾ ਵੱਜੇ ਮੇਰੇ ਸਿਰ ਤੇ, ਪਾਣੀ ਤੁਧ ਵੱਲ ਜਾਏ। ਵੀ ਤੂੰ ਐਸੇ ਕਿਹੜੇ ਕਰਮ ਕਮਾਏ ਐ ਵੀ ਸਾਰਾ ਉਹਦਾ ਜ਼ੋਰ ਤੇ ਮੈਂ ਸਹਿਆ ਤੇ ਪਾਣੀ ਤੇਰੇ ਕੋਲ ਇਕੱਠਾ ਹੋ ਗਿਆ? ਅੱਗੋਂ ਨੇ ਜਵਾਬ ਦਿੱਤਾ, ਟੋਏ ਕਿਹਾ ਨੀਵੇਂ ਰਿਆਂ ਰਹੀਏ ਬੜੇ ਸੁਖਾਲੇ, ਰੁੱਖ ਹਨੇਰੀ ਡੇਗੀ ਜਾਏ, ਘਾਹ ਆਨੰਦ ਮਨਾਏ। ਜਦੋਂ ਹਨੇਰੀ ਆਉਂਦੀ ਹੈ ਨਾ, ਰੁੱਖ ਪੱਟੇ ਜਾਂਦੇ ਨੇ, ਪਰ ਕਦੇ ਖਬਰ ਆਏ ਵੀ ਘਾਹ ਪੁੱਟਿਆ ਗਿਆ? ਘਾਹ ਤੇ ਆਨੰਦਿਤ ਹੈ, ਉਹ ਤੇ ਲਹਿਰਾ ਰਿਹਾ ਜਿੰਨੀ ਮਰਜ਼ੀ ਹਨੇਰੀ ਚੱਲੇ, ਕਿਉਂਕਿ ਘਾਹ ਨਿਮਰਤਾ ਦੇ ਵਿੱਚ ਹੈ। ਵੱਡੇ ਵੱਡੇ ਦਰਖਤ ਅਹੰਕਾਰ ਦੇ ਪ੍ਰਤੀਕ ਵਿੱਚ ਗੱਲ ਕੀਤੀ। ਮੇਰੇ ਮਾਲਕ ਨੇ ਕਿਹਾ ਇਸੇ ਢੰਗ ਦੇ ਨਾਲ ਜਿਹੜੇ ਅਹੰਕਾਰੀ ਨੇ ਨਾ, ਉਹ ਆਪਣੇ ਅਹੰਕਾਰ ਵਿੱਚ ਹੀ ਗਲ ਜਾਂਦੇ ਨੇ, ਉਹ ਪ੍ਰਾਪਤ ਨਹੀਂ ਕਰ ਸਕਦੇ ਪ੍ਰਭੂ ਦੇ ਨਾਮ ਨੂੰ। ਤੇ ਮੇਰੇ ਮਾਲਕ ਨੇ ਕਿਹਾ ਜੀਵਨ ਦੇ ਵਿੱਚ ਨਿਮਰਤਾ ਧਾਰਨ ਕਰੀਏ। ਹੁਣ ਸਾਡੀ ਸੰਗਤ ਕੈਸੀ ਹੋਵੇ, ਸਾਡਾ ਉੱਠਣਾ ਬੈਠਣਾ ਕੈਸਿਆਂ ਕੋਲ ਹੋਵੇ। ਸੰਗਤ ਕਰਨ ਲੱਗਿਆਂ, ਦੋਸਤ ਮਿੱਤਰ ਬਣਾਉਣ ਲੱਗਿਆਂ ਇਹ ਗੱਲ ਸਮਝਣੀ ਚਾਹੀਦੀ ਹੈ, ਅਸੀਂ ਸੰਤ ਕੋਲ ਬੈਠੇ ਹਾਂ ਕਿ ਅਸੀਂ ਅਸੰਤ ਕੋਲ ਬੈਠੇ ਹਾਂ। ਸੰਤ ਮੈਨੇ ਜਿਹੜਾ ਸਾਡੇ ਮਨ ਨੂੰ ਸ਼ਾਂਤੀ ਦੇਵੇ, ਇਹ ਕੋਈ ਲਿਬਾਸ ਦਾ ਨਾਮ ਨਹੀਂ ਹੈ। ਪਰ ਕਦੇ ਸੋਚਿਆ ਅਸੀਂ ਕੀ ਕਰਦੇ ਹਾਂ? ਜਿਹੜਾ ਸਾਨੂੰ 4-5 ਵਾਰੀ ਕਹਿ ਦੇਵੇ ਨਾ ਵੀ ਪਾਠ ਕਰਿਆ ਕਰੋ, ਨਿਤਨੇਮ ਕਰਿਆ ਕਰੋ, ਅਸੀਂ 6ਵੀਂ-7ਵੀਂ ਵਾਰ ਤੇ ਗੱਲ ਪੈ ਜਾਂਦੇ ਆ ਵੀ ਤੈਨੂੰ ਮੈਂ ਹੀ ਲੱਭਾਂ, ਤੂੰ ਮੈਨੂੰ ਹੀ ਕਹੀ ਜਾਂਦੇ। ਅਸੀਂ ਉਹਦੇ ਕੋਲ ਜਾਣਾ ਹੀ ਬੰਦ ਕਰ ਦਿੰਦੇ ਆ। ਸਾਡੇ ਤੁਹਾਡੇ ਘਰ ਕੋਈ ਵੀ ਮਿੱਤਰ ਆਵੇ, ਦੋਸਤ ਆਵੇ, ਤੁਸੀਂ ਕਹੋ ਵੀ ਤੂੰ ਆਇਆ ਵੀ ਬਹੁਤ ਚੰਗੀ ਗੱਲ ਹੈ, ਆਪਾਂ ਇਕੱਠੇ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ। ਇੱਕ ਵਾਰੀ ਆਵੇ, ਦੂਜੀ ਵਾਰੀ ਆਵੇ, ਫਿਰ ਕਿਉਂ ਵੀ ਬੜਾ ਆਨੰਦ ਬਣਿਆ ਸੀ, ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ। ਮੇਰੇ ਵਰਗੇ ਬਹੁਤੇ ਐਸੇ ਹੋਣਗੇ ਜੋ ਤੁਹਾਡੇ ਘਰ ਆਉਣਾ ਬੰਦ ਕਰ ਦੇਣਗੇ। ਅਸੀਂ ਤੇ ਗੱਪਾਂ ਮਾਰਨ ਵਾਸਤੇ ਜਾਂਦੇ ਆ, ਹੋਰ ਗੱਲਾਂ ਸੁਣਨ ਵਾਸਤੇ ਜਾਂਦੇ ਆ, ਭਗਤੀ ਕਰਨ ਵਾਸਤੇ ਤੇ ਨਹੀਂ ਜਾਂਦੇ। ਹਜ਼ੂਰ ਕਹਿਣ ਲੱਗੇ ਨਹੀਂ, ਅਸੀਂ ਕਿਹਦੀ ਸ਼ਰਨ ਵਿੱਚ ਰਹਿਣਾ ਹੈ, ਕਿਹਦੀ ਨੇੜਤਾ ਬਣਾਉਣੀ ਹੈ। ਅਸੀਂ ਉਹਨਾਂ ਦੀ ਨਿੰਦਿਆ ਨਾ ਕਰੀਏ ਜੋ ਸਾਨੂੰ ਰੱਬ ਦੀ ਗੱਲ ਦੱਸਣ। ਕਦੇ ਸੋਚ ਕੇ ਵੇਖੋ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੇ ਨਾਲ ਸਾਡੇ ਬੱਚਿਆਂ ਦੇ ਸੰਬੰਧ ਕਿਹੋ ਜਿਹੇ ਨੇ। ਸਾਡੇ ਬੱਚੇ ਉਹਨਾਂ ਕੋਲ ਕਿਉਂ ਨਹੀਂ ਬਹਿੰਦੇ? ਕਿਉਂਕਿ ਸਾਡੇ ਬੱਚਿਆਂ ਅੰਦਰ ਭੁੱਖ ਹੀ ਨਹੀਂ, ਮੈਨੂੰ ਲੱਗਦਾ ਵੀ ਆਪਾਂ ਸਿੱਖ ਸਕੀਏ 5 ਪਿਆਰਿਆਂ ਦੇ ਨਾਮ, 4 ਸਾਹਿਬਜ਼ਾਦਿਆਂ ਦੇ ਨਾਮ, 10 ਗੁਰੂ ਸਾਹਿਬ ਜੀ ਦੇ ਨਾਮ। ਪੁਰਾਣਾ ਵਕਤ ਤੁਸੀਂ ਪੜ੍ਹ ਕੇ ਵੇਖੋ, ਬੀਬੀਆਂ ਅਨਪੜ੍ਹ ਨੇ, ਸਕੂਲ ਗਈਆਂ ਹੀ ਨਹੀਂ, ਪਰ ਸੁਖਮਨੀ ਸਾਹਿਬ ਦੀ ਬਾਣੀ ਸਾਰੀ ਯਾਦ, ਜਪਜੀ ਸਾਹਿਬ ਸਾਰੀ ਯਾਦ, ਆਸਾ ਕੀ ਵਾਰ ਸਾਰੀ ਯਾਦ। ਪੁੱਛਿਆ ਵੀ ਤੁਹਾਨੂੰ ਕਿਵੇਂ ਯਾਦ ਹੋ ਗਿਆ? ਤੇ ਕਈਆਂ ਨੇ ਜਵਾਬ ਦਿੱਤਾ ਇਹ ਸਾਡੇ ਗ੍ਰੰਥੀ ਸਿੰਘ ਦੀ ਮਿਹਰਬਾਨੀ ਹੈ। ਅਸੀਂ ਗੁਰਦੁਆਰਾ ਸਾਹਿਬ ਜਾਣਾ, ਉਹਨੇ ਇੱਕ ਪੰਕਤੀ ਪੜ੍ਹਾ ਦੇਣੀ, 4-5 ਵਾਰੀ ਸੁਣਨੀ, ਫਿਰ ਕਿਹਾ ਹਾਂ ਠੀਕ ਹੈ, ਹੁਣ ਆਪਾਂ ਝਾੜੂ ਵੀ ਮਾਰੀ ਜਾਈਏ, ਪੋਚੇ ਵੀ ਮਾਰੀ ਜਾਈਏ, ਨਾਲ ਪੰਕਤੀ ਪੜ੍ਹੀ ਜਾਈਏ। ਅਗਲੇ ਨੂੰ ਸੁਣਾਣੀ, ਉਹਨੇ ਦੂਜੀ ਪੰਕਤੀ ਫਿਰ ਦੱਸ ਦੇਣੀ। ਹੁਣ ਦੋਹਾਂ ਦਾ ਵੇਖੋ ਕਿੰਨਾ ਆਪਸ ਦੇ ਵਿੱਚ ਪਿਆਰ ਵੀ ਹੈ ਤੇ ਕਿੰਨਾ ਉਹਨਾਂ ਦੇ ਅੰਦਰ ਇਹ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੈ। ਨਾ ਅੱਜ ਮੇਰੇ ਵਰਗੇ ਗ੍ਰੰਥੀ ਸਿੰਘ ਇਹ ਸੋਚਦੇ ਨੇ ਵੀ ਅਸੀਂ ਪ੍ਰਭੂ ਦੇ ਨਾਮ ਨੂੰ ਵੰਡਣਾ ਹੈ, ਤੇ ਨਾ ਹੀ ਮੇਰੇ ਵਰਗੇ ਜਿਹੜੇ ਜਗਿਆਸੂ ਨੇ ਐਸੇ ਪੈਦਾ ਹੋ ਰਹੇ ਵੀ ਜੋ ਕਹਿੰਦੇ ਨੇ ਅਸੀਂ ਨਾਮ ਵਿਹਾਜਣਾ ਹੈ। ਸਤਿਗੁਰ ਕਹਿਣ ਲੱਗੇ ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਦਰ ਨਹਾਰ। ਜਿਹੜਾ ਸੰਤ ਦੀ ਸ਼ਰਨ ਵਿੱਚ ਪੈ ਜਾਏ,
ਜਿੱਥੋਂ ਸਾਨੂੰ ਪ੍ਰਭੂ ਦੇ ਨਾਮ ਦੀ ਗੱਲ ਪ੍ਰਾਪਤ ਹੋਵੇ। ਮੈਂ ਫਿਰ ਬਿਆਨ ਕਰਾਂ, ਕਿਤੇ ਇੱਥੇ ਕਿਸੇ ਲਿਬਾਸ ਦਾ ਨਾਮ ਨਾ ਸਮਝ ਲੈਣਾ, ਕਿਸੇ ਡੇਰੇ ਦਾ ਮਤਲਬ ਨਾ ਸਮਝ ਲੈਣਾ, ਕਿਉਂਕਿ ਆਪਾਂ ਪਹਿਲਾਂ ਸਮਝ ਆਏ ਹਾਂ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਅਸੀਂ ਇਹ ਨਾ ਸਮਝੀਏ ਵੀ ਉਹਨੇ ਜੋ ਕਹਿਤਾ ਕਰਨਾ ਹੀ ਪਏਗਾ, ਨਹੀਂ ਤੇ ਨਿੰਦਿਆ ਹੋ ਜਾਏਗੀ। ਪਰਿਭਾਸ਼ਾ ਵੀ ਦੇਖੀ ਕੌਣ ਹੈ ਜੋ ਰੱਬ ਨਾਲ ਜੋੜੇ, ਉਹਦੀ ਗੱਲ 100% ਮੰਨੋ, ਰੱਜ ਰੱਜ ਕੇ ਮੰਨੋ। ਸੰਤ ਦਾ ਮਤਲਬ ਜੋ ਪ੍ਰਭੂ ਦਾ ਨਾਮ ਜਪਾਵੇ, ਜੋ ਆਪਣੀਆਂ ਲੱਤਾਂ ਘੁਟਾਵੇ, ਉਹ ਸੰਤ ਨਹੀਂ। ਜੋ ਆਪਣੀਆਂ ਫੋਟੋਆਂ ਲਵਾਵੇ ਤੁਹਾਡੇ ਘਰਾਂ ਵਿੱਚ, ਉਹ ਸੰਤ ਨਹੀਂ। ਜੋ ਆਪਣੀਆਂ ਫੋਟੋਆਂ ਵੇਚਣ ਦੀ ਪ੍ਰਵਾਨਗੀ ਦੇਵੇ, ਉਹ ਸੰਤ ਨਹੀਂ। ਜੋ ਇਸ ਤਰ੍ਹਾਂ ਹੱਥ ਕਰਕੇ ਫੋਟੋ ਖਿਚਾ ਕੇ ਤੇ ਕਹੇ ਜਾਓ ਵੇਚ ਦੋ, ਉਹਨੂੰ ਸੰਤ ਨਹੀਂ ਕਿਹਾ ਜਾ ਸਕਦਾ। ਸੰਤ ਤੇ ਕਹੇਗਾ ਉਹ ਮੈਂ ਤੇ ਮਿੱਟੀ ਦਾ ਪੁਤਲਾ ਹੈ। ਰੱਬ ਨਾਲ ਜੁੜ, ਗੁਰੂ ਨਾਲ ਜੁੜ, ਸ਼ਬਦ ਨਾਲ ਜੁੜ। ਮੇਰੀ ਫੋਟੋ ਤੈਨੂੰ ਕੀ ਦੇਗੀ? ਤੂੰ ਸ਼ਬਦ ਲਗਾ ਆਪਣੇ ਘਰ ਵਿੱਚ। ਜੋ ਐਸੇ ਸੰਤਾਂ ਦੀ ਸ਼ਰਨ ਵਿੱਚ ਪੈਂਦਾ ਹੈ ਨਾ, ਉਹ ਉਧਰਨਹਾਰ ਹੈ, ਕਿਉਂਕਿ ਉਹਨੂੰ ਸਹੀ ਰਸਤਾ ਮਿਲਦਾ ਹੈ। ਉਹ ਰੱਬ ਦੇ ਘਰ ਦਾ ਐਡਰੈਸ ਦੇਣ ਵਾਲੇ ਨੇ, ਉਹ ਰੱਬ ਨਾਲ ਜੁੜਨ ਵਾਲੇ ਨੇ, ਗੁਰੂ ਦਾ ਪਿਆਰ ਵਧਾਉਣ ਵਾਲੇ ਨੇ। ਕਹਿੰਦੇ ਜੋ ਉਹਨਾਂ ਦੀ ਸ਼ਰਨ ਵਿੱਚ ਪੈ ਜਾਣ, ਉਹ ਫਿਰ ਕੀ ਸਿਖਾਣਗੇ ਭਲਾ? ਦੇਖੋ ਅਗਲੇ ਸ਼ਲੋਕ, ਏਕ ਆਸ ਹਰ ਮਨ ਰੱਖੋ। ਹਰੀ ਦੇ ਉੱਤੇ ਆਸ ਹੋਵੇ। ਸੰਤ ਕਹੇ ਤੂੰ ਮੇਰੇ ਕੋਲੋਂ ਕੀ ਭਾਲਦਾ ਹੈ? ਜੇ ਤੂੰ ਇਹ ਸੋਚ ਕੇ ਆਇਆ ਕਿ ਮੇਰਾ ਆਸ਼ੀਰਵਾਦ ਤੈਨੂੰ ਕੁਝ ਦੇਗਾ, ਤੂੰ ਗਲਤ ਹੈ। ਤੇਰੀ ਆਸ ਮੇਰੇ ਉੱਤੇ ਹੋ ਗਈ। ਸੰਤ ਤੇ ਸਮਝ ਆਏਗਾ ਇੱਕ ਰੱਬ ਉੱਤੇ ਆਸ ਰੱਖ, ਤੂੰ ਮੇਰੇ ਕੋਲ ਕੀ ਭਾਲਣ ਵਾਸਤੇ? ਮੇਰੇ ਕੋਲ ਕੁਝ ਵੀ ਨਹੀਂ ਹੈ। ਉਹ ਪਕੜ ਕੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਲੈ ਕੇ ਜਾਏਗਾ, ਉਹ ਪਕੜ ਕੇ ਗੁਰਬਾਣੀ ਕੋਲ ਲੈ ਕੇ ਜਾਏਗਾ। ਇੱਥੇ ਤੇ ਅਸੀਂ ਵਰ ਸ਼ਰਾਬ ਦੇਣ ਵਾਲੇ ਬਣ ਗਏ ਹਾਂ। ਦੇਖੋ ਸੁਖਮਨੀ ਸਾਹਿਬ ਦੀ ਬਾਣੀ ਸਾਨੂੰ ਸਮਝਾਉਂਦੀ ਹੈ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਭਾਉ ਜਾਏ। ਆਪਾਂ ਚਾਹੁੰਦੇ ਹਾਂ ਦੁੱਖ ਦੂਰ ਹੋ ਜਾਣ, ਭਰਮ ਦੂਰ ਹੋ ਜਾਣ, ਡਰ ਦੂਰ ਹੋ ਜਾਏ। ਪਰ ਕਿਵੇਂ ਦੂਰ ਹੋਏਗਾ ਭਲਾ? ਜੇ ਸਾਡੀ ਆਸ ਇੱਕ ਰੱਬ ਤੇ ਹੋਵੇਗੀ। ਹੁਣ ਜਿਨ੍ਹਾਂ ਨੇ ਕਾਲੇ ਪੀਲੇ ਧਾਗੇ ਬੰਨੇ ਨੇ ਆਪਣੇ ਹੱਥਾਂ ਵਿੱਚ, ਲਾ ਦਿਓ, ਆਸ ਧਾਗਿਆਂ ਤੇ ਹੈ। ਜਿਨ੍ਹਾਂ ਨੇ ਆਪਣੇ ਉਂਗਲਾਂ ਵਿੱਚ ਮੁੰਦਰੀਆਂ ਪਾਈਆਂ ਨਾਗਾ ਵਾਲੀਆਂ, ਵੀ ਇਹਦੇ ਨਾਲ ਕੁਝ ਕੰਮ ਹੋਏਗਾ, ਉਤਾਰੋ ਇਹਨੂੰ। ਪੱਥਰਾਂ ਉੱਤੇ ਆਸ ਰੱਖੀ ਬੈਠੇ ਆ ਅਸੀਂ ਲੋਕ। ਜਿਨ੍ਹਾਂ ਨੇ ਆਪਣੇ ਘਰਾਂ ਦੇ ਬਾਹਰ ਉਹ ਡਰਾਉਣੀ ਸ਼ਕਲਾਂ ਬਣਾਈਆਂ ਵੀ ਨਜ਼ਰ ਨਾ ਲੱਗ ਜੇ ਸਾਨੂੰ, ਸਾਡੀ ਆਸ ਉਹ ਡਰਾਉਣੇ ਚਿਹਰੇ ਦੇ ਉੱਤੇ ਹੈ, ਉਤਾਰੋ ਉਹਨੂੰ। ਕਈਆਂ ਨੇ ਟੁੱਟੀਆਂ ਜੁੱਤੀਆਂ ਟੰਗ ਦਿੱਤੀਆਂ ਬਾਹਰ, ਨਜ਼ਰ ਨਾ ਲੱਗ ਜਾਏ। ਟੁੱਟੀਆਂ ਛਿੱਤਰਾਂ ਦੇ ਉੱਤੇ ਸਾਡੀ ਆਸ ਹੈ। ਹੱਦ ਹੋ ਗਈ। ਸੁਖਮਨੀ ਸਾਹਿਬ ਦਾ ਪਾਠ ਪੜ੍ਹਨ ਵਾਲਿਆਂ ਦੀ ਆਸ ਕਿੱਦਾਂ ਹੋ ਗਈ ਹੈ। ਉਤਾਰ ਦੀ ਹੈ ਆਪਣੇ ਜੀਵਨ ਵਿੱਚੋਂ। ਸਾਡੀ ਆਸ ਕੀੜਿਆਂ ਤੇ ਭੌਣਾਂ ਦੇ ਉੱਤੇ, ਚੀਨੀ ਪਾਉਣ ਦੇ ਉੱਤੇ ਹੈ, ਮੱਛੀਆਂ ਨੂੰ ਆਟਾ ਪਾਉਣ ਦੇ ਉੱਤੇ ਹੈ, ਕਾਲੇ ਕੁੱਤੇ ਨੂੰ ਰੋਟੀ ਖਵਾਉਣ ਦੇ ਉੱਤੇ ਹੈ। ਸਾਡੀਆਂ ਦੁਕਾਨਾਂ ਉੱਤੇ ਨਿੰਬੂ ਮਿਰਚਾਂ ਕੀ ਕਰਦੀਆਂ? ਨਿੰਬੂ ਤੇ ਮਿਰਚਾਂ ਦੇ ਉੱਤੇ ਸਾਡੀ ਆਸ ਹੋ ਗਈ। ਇਹਦਾ ਮਤਲਬ ਅਸੀਂ ਭੁੱਲ ਗਏ ਗੁਰੂ ਅਰਜਨ ਸਾਹਿਬ ਜੀ ਦੇ ਸੁਨੇਹੇ ਨੂੰ। ਸਤਿਗੁਰੂ ਜੀ ਕਹਿਣ ਲੱਗੇ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਭਾਉ ਜਾਏ। ਅਗਲਾ ਸ਼ਲੋਕ, ਲੱਗਦਾ ਸਾਡਾ ਵਿਸ਼ਵਾਸ ਖਤਮ ਹੋ ਗਿਆ। ਸਤਿਗੁਰੂ ਸਾਨੂੰ ਚੇਤੇ ਕਰਾਉਂਦੇ ਨੇ, ਸਰਬ ਕਲਾ ਭਰਪੂਰ ਪ੍ਰਭ। ਮੰਨੀਏ ਇਸ ਗੱਲ ਨੂੰ, ਸਾਰੀਆਂ ਸ਼ਕਤੀਆਂ ਦੇ ਨਾਲ ਭਰਪੂਰ ਕੌਣ ਹੈ? ਅਸੀਂ ਰੱਬ ਨੂੰ ਕੀ ਸਮਝਿਆ? ਅਰਦਾਸ ਕਰਨ ਤੋਂ ਬਾਅਦ ਵੀ ਕਿਤੇ ਸਾਡੇ ਮਨ ਵਿੱਚ ਸ਼ੰਕਾ ਤਾਂ ਨਹੀਂ ਰਹਿੰਦੀ ਪੂਰੀ ਹੋਏਗੀ ਕਿ ਨਹੀਂ, ਰੱਬ ਕਰ ਸਕਦਾ ਹੈ ਕਿ ਨਹੀਂ? ਜੇ ਨਹੀਂ ਕੁਝ ਮਿਲਿਆ, ਕੁਝ ਵੀ ਨਹੀਂ, ਅਸੀਂ ਦੇਖ ਰਿਹਾ ਕਰਕੇ, ਐਵੇਂ ਨੇ ਗੱਲਾਂ, ਰੱਬ ਕੁਝ ਨਹੀਂ ਕਰਦਾ। ਸਤਿਗੁਰੂ ਕਹਿੰਦੇ ਗਲਤੀ ਕਰਦੇ ਹਾਂ ਅਸੀਂ। ਸਤਿਗੁਰੂ ਜੀ ਨੇ ਸਮਝਾਇਆ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ। ਸਾਡੇ ਦਿਲ ਦੀ ਪੀੜਾ ਜਾਣਦਾ ਹੈ ਉਹ, ਉਹਨੂੰ ਪਤਾ ਹੈ ਮੈਨੂੰ ਕੀ ਚਾਹੀਦਾ। ਅਸੀਂ ਨਹੀਂ ਚੇਤੇ ਕਰਦੇ ਰੱਬ ਨੇ ਕਿੰਨਾ ਕੁ ਸਾਨੂੰ ਦਿੱਤਾ, ਅਸੀਂ ਭੁੱਲ ਜਾਂਦੇ ਆ। ਸਾਹ ਦੇ ਰਿਹਾ ਕਿ ਨਹੀਂ ਦੇ ਰਿਹਾ? ਖਰੀਦ ਕੇ ਲੈ ਕੇ ਆਏ ਆ ਅਸੀਂ? ਨਹੀਂ। ਫਿਰ ਵੀ ਸਾਹ ਫ੍ਰੀ ਦੇ ਲੈ ਕੇ ਵੀ ਅਸੀਂ ਸੋਚਦੇ ਹਾਂ ਰੱਬ ਸਾਡੇ ਦਿਲ ਦੀ ਪੀੜਾ ਨਹੀਂ ਜਾਣਦਾ। ਸਾਨੂੰ ਪਤਾ ਸਾਡੇ ਅੰਦਰ ਜੋ ਕੁਝ ਵੀ ਵਾਪਰ ਰਿਹਾ ਹੈ ਵੀ ਇਹਦੇ ਚ ਮੈਨੂੰ ਬੜਾ ਜ਼ੋਰ ਲਾਉਣਾ ਪੈ ਰਿਹਾ। ਰੱਬ ਜੀ ਨੂੰ ਪਤਾ ਹੈ ਵੀ ਸਾਹ ਆਪਣੇ ਆਪ ਚੱਲਣੇ ਚਾਹੀਦੇ ਹੈ। ਜੇ ਕਿਤੇ ਸਾਹ ਇਹਨੂੰ ਆਪਣੇ ਜ਼ੋਰ ਨਾਲ ਲੈਣਾ ਪੈ ਜਾਏ, ਇਹ ਥੱਕ ਜਾਏਗਾ। ਜਦੋਂ ਥੱਕਿਆ ਉਦੋਂ ਮਰਿਆ।
ਹਜ਼ੂਰ ਨੂੰ ਪਤਾ ਹੈ। ਆਪਾਂ ਇਹ ਜੋ ਉਦਾਹਰਨਾਂ ਤੋਂ ਸਮਝਣ ਦਾ ਯਤਨ ਕਰੀਏ, ਅਕਾਲ ਪੁਰਖ ਵਾਹਿਗੁਰੂ ਪਿਤਾ ਦਿਆਲੂ ਹੈ। ਹਜ਼ੂਰ ਨੇ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ, ਇਸ ਕਰਕੇ ਉਹਦੇ ਉੱਤੇ ਆਸ ਰੱਖੀਏ, ਉਹ ਹੀ ਸਭ ਕੁਝ ਕਰ ਸਕਦਾ ਹੈ, ਹੋਰ ਕੋਈ ਕੁਝ ਨਹੀਂ ਜੀ ਕਰ ਸਕਦਾ। ਫਿਰ ਇੱਕ ਹੋਰ ਗੱਲ ਮੇਰੇ ਮਾਲਕ ਨੇ ਸਮਝਾਈ, ਕਈਆਂ ਨੂੰ ਵਿਸ਼ਵਾਸ ਹੈ ਰੱਬ ਕਰ ਸਕਦਾ ਹੈ, ਪਰ ਰੱਬ ਹੀ ਕਿਸੇ ਹੋਰ ਨੂੰ ਮੰਨ ਕੇ ਬਹਿ ਗਏ, ਕਿਸੇ ਹੋਰ ਨੂੰ ਰੱਬ ਕਹਿਣਾ ਸ਼ੁਰੂ ਕਰ ਦਿੱਤਾ, ਸਮਝ ਨਹੀਂ ਸਕੇ, ਬੰਦਿਆਂ ਨੂੰ ਰੱਬ ਕਰਕੇ ਪੂਜਣ ਲੱਗ ਪਏ, ਕਿਸੇ ਰਾਜੇ ਮਹਾਰਾਜੇ ਨੂੰ ਰੱਬ ਕਰਕੇ ਪੂਜਣ ਲੱਗ ਪਏ। ਸਤਿਗੁਰੂ ਨੇ ਸਮਝਾਇਆ, ਪੂਜਾ ਅਕਾਲ ਕੀ ਹੋਣੀ ਚਾਹੀਦੀ ਹੈ, ਯਾਦ ਰੱਖਣਾ, ਭਗਤ ਗੋਬਿੰਦ ਦੇ ਹੋਣੇ ਚਾਹੀਦੇ ਨੇ। ਕਿਤੇ ਬੰਦਿਆਂ ਦੇ ਭਗਤ ਬਣ ਜਾਣ, ਕਿਤੇ ਬੰਦਿਆਂ ਦੇ ਉੱਤੇ ਆਸ ਰੱਖਣ ਵਾਲੇ ਬਣ ਜਾਣ। ਸੁਖਮਨੀ ਸਾਹਿਬ ਵਿੱਚ ਸਮਝਾਇਆ ਕਿ ਮਨੁੱਖ ਦੀ ਜਿਹੜੀ ਟੇਕ ਹੈ ਨਾ, ਉਹਦਾ ਵਿਅਰਥ ਹੈ, ਉਹ ਕੋਈ ਵੀ ਹੋਵੇ, ਰਾਜਾ ਵੀ ਤੇ ਇੱਕ ਮਨੁੱਖ ਹੀ ਹੈ, ਔਰ ਕੌਣ ਹੈ। ਸਤਿਗੁਰ ਸਮਝਾਉਣ ਲੱਗੇ, ਰੂਪ ਨਾ ਰੇਖ ਨਾ ਰੰਗ ਕਿਛ, ਆ ਤੈਨੂੰ ਸਮਝਾਵਾਂ ਰੱਬ ਕਿਹੋ ਜਿਹਾ। ਇਹੋ ਜਿਹੇ ਅਸੀਂ ਹੈਗੇ ਆ, ਹੱਡ ਮਾਸ ਦੇ ਬਣੇ ਹੋਏ ਰੱਬ ਇਹੋ ਜਿਹਾ ਨਹੀਂ ਹੈ। ਕਿਉਂ? ਹਰ ਇੱਕ ਚੀਜ਼ ਨੇ ਨਾਸ਼ ਹੋ ਜਾਣਾ। ਇਹ ਤਾਂ ਪੰਜਾਂ ਤੱਤਾਂ ਦਾ ਪੁਤਲਾ ਹੈ, ਇਹ ਖਤਮ ਹੀ ਹੋਣਾ। ਜਿੰਨੇ ਵੀ ਆਕਾਰ ਨੇ ਇਹ ਮੌਤ ਵੱਲ ਹੀ ਜਾ ਰਹੇ ਨੇ। ਜਨਮ ਲਿਆ ਬੱਚਾ, ਉਹ ਮੌਤ ਵੱਲ ਜਾ ਰਿਹਾ, ਭਾਵੇਂ ਜੰਮਿਆ ਪਰ ਜਾ ਮੌਤ ਵੱਲ ਹੀ ਰਿਹਾ। ਜੋ ਕੁਝ ਵੀ ਹੈ ਉਹ ਬਿਨਸਨਹਾਰ ਹੈ, ਜਿਹੜਾ ਰੂਪ ਹੈ ਉਹ ਬਿਨਸੇਗਾ, ਜਿਹੜਾ ਰੰਗ ਹੈ ਉਹ ਖਤਮ ਹੋਏਗਾ। ਹਜ਼ੂਰ ਕਹਿੰਦੇ ਰੱਬ ਐਸਾ ਹੈ, ਰੂਪ ਨਾ ਰੇਖ ਨਾ ਰੰਗ ਕੇ ਚਿਤਰੇ ਗੁਣ ਤੇ ਪ੍ਰਭ ਭਿੰਨ। ਕਿਤੇ ਆਪਣੇ ਵਰਗਾ ਨਾ ਸਮਝ ਲਈਏ ਅਸੀਂ ਵੀ ਅਸੀਂ ਮਰਦੇ ਹਾਂ ਰੱਬ ਵੀ ਮਰ ਜਾਏਗਾ, ਸਾਡਾ ਵੀ ਕੋਈ ਰੂਪ ਰੰਗ ਹੈ, ਰੱਬ ਦਾ ਵੀ ਕੋਈ ਰੂਪ ਰੰਗ ਹੋਏਗਾ। ਇਹੋ ਕਰਕੇ ਕਿਸ ਨੂੰ ਨੀਲਾ ਰੰਗ ਪਸੰਦ ਹੋ ਗਿਆ, ਕਿਸ ਨੂੰ ਹਰਾ ਪਸੰਦ ਹੋ ਗਿਆ, ਕਿਸ ਨੂੰ ਚਿੱਟਾ ਪਸੰਦ ਹੋ ਗਿਆ, ਫਿਰ ਲੜਾਈ ਸ਼ੁਰੂ ਹੋ ਗਈ। ਅਸੀਂ ਰੱਬ ਨੂੰ ਰੰਗਾਂ ਵਿੱਚ ਵੀ ਵੰਡ ਲਿਆ, ਰੂਪਾਂ ਵਿੱਚ ਵੀ ਵੰਡ ਲਿਆ। ਹਜ਼ੂਰ ਕਹਿਣ ਲੱਗੇ ਨਾ, ਰੱਬ ਨਿਰਗੁਣ ਰੂਪ ਵਿੱਚ ਹੈ, ਉਹ ਸ਼ਕਤੀ ਰੂਪ ਹੈ, ਵਿਅਕਤੀ ਨਹੀਂ। ਦੋ ਗੱਲਾਂ, ਇੱਕ ਵਿਅਕਤੀ ਹੈ, ਇੱਕ ਸ਼ਕਤੀ ਹੈ। ਵਿਅਕਤੀ ਖਤਮ ਹੋਏਗਾ, ਸ਼ਕਤੀ ਖਤਮ ਨਹੀਂ ਜੇ ਹੁੰਦੀ। ਆਪਾਂ ਪੜ੍ਹਨ ਵਾਲੇ ਆ, ਕਦੇ ਪੁੱਛ ਕੇ ਵੇਖਿਓ ਲਾ ਆਫ ਕੰਜ਼ਰਵੇਸ਼ਨ ਕੀ ਕਹਿੰਦਾ ਹੈ। ਉਹ ਇਹੀ ਕਹਿੰਦਾ ਵੀ ਸ਼ਕਤੀ ਕਦੇ ਵੀ ਨਾਸ਼ ਨਹੀਂ ਹੁੰਦੀ, ਇੱਕ ਥਾਂ ਤੋਂ ਦੂਜੀ ਦੇ ਟਰਾਂਸਫਰ ਭਾਵੇਂ ਹੋ ਜਾਏ ਪਰ ਨਾਸ਼ ਨਹੀਂ ਹੁੰਦੀ ਉਹ। ਹਾਂ, ਜੋ ਨਜ਼ਰ ਆਉਂਦਾ ਵਿਅਕਤ ਜੋ ਹੁੰਦਾ ਉਹ ਖਤਮ ਹੋ ਜਾਣ ਵਾਲਾ। ਰੱਬ ਸ਼ਕਤੀ ਹੈ, ਰੱਬ ਵਿਅਕਤੀ ਨਹੀਂ ਹੈ। ਇਸ ਕਰਕੇ ਉਹਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਰੰਗ ਨਹੀਂ। ਉਹ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਾਸੇ ਹੈ, ਉਹ 'ਚ ਕੋਈ ਔਗਣ ਨਹੀਂ ਹੈ। ਮਨੁੱਖ ਸ਼ਰਾਬੀ ਹੈ ਤੇ ਕਿ ਰੱਬ ਵੀ ਸ਼ਰਾਬੀ ਹੋਏਗਾ, ਮਨੁੱਖ ਜੁਆਰੀਆ ਤੇ ਕਿ ਰੱਬ ਵੀ ਜੁਆਰੀਆ ਹੋਏਗਾ, ਨਹੀਂ। ਇਹ ਔਗਣ ਮੇਰੇ ਵਿੱਚ ਹੈ, ਰੱਬ ਜੀ ਵਿੱਚ ਨਹੀਂ ਹੈ। ਤੇ ਕੀ ਹੈ ਰੱਬ? ਤੇ ਹਜ਼ੂਰ ਨੇ ਅਗਲਾ ਸ਼ਲੋਕ ਦੱਸਿਆ, ਆਦ ਸੱਚ। ਰੂਪ ਤੇ ਖਤਮ ਹੋ ਗਏ ਨਾ, ਪਹਿਲੇ ਵਾਲੇ ਵੀ ਗਏ, ਹੋਣ ਵਾਲੇ ਵੀ ਚਲੇ ਜਾਣਗੇ, ਆਉਣ ਵਾਲੇ ਵੀ ਖਤਮ ਹੋਣਗੇ, ਪਿਛਲੇ ਰੰਗ ਵੀ ਗਏ, ਅਗਲੇ ਰੰਗ ਵੀ ਚਲੇ ਜਾਣਗੇ, ਪਰ ਰੱਬ ਨਹੀਂ। ਆਦ ਸੱਚ। ਜਦੋਂ ਕੋਈ ਰੂਪ ਹੀ ਨਹੀਂ ਸੀ, ਕੋਈ ਰੰਗ ਹੀ ਨਹੀਂ ਸੀ, ਕੁਝ ਵੀ ਨਹੀਂ ਸੀ, ਰੱਬ ਉਦੋਂ ਵੀ ਸੀ। ਆਦ ਸੱਚ। ਜਦ ਧਰਤੀ ਨਹੀਂ ਸੀ, ਸੂਰਜ ਨਹੀਂ ਸੀ, ਚੰਦਰਮਾ ਨਹੀਂ ਸੀ, ਰੱਬ ਉਦੋਂ ਵੀ ਸੀ। ਆਦ ਸੱਚ। ਆਦ ਮੈਨੇ ਮੁੱਢ ਤੋਂ ਹੀ, ਜਦ ਕੁਝ ਵੀ ਨਹੀਂ ਹੈ। ਜੁਗਾਦ ਸੱਚ। ਜਦੋਂ ਜੁਗਾਂ ਦਾ ਆਰੰਭ ਹੋਇਆ, ਜਦੋਂ ਇਹ ਸੰਸਾਰ ਸਾਰੇ ਦਾ ਸਾਰਾ ਬਣਿਆ, ਜਦੋਂ ਇਹ ਧਰਤੀ ਦਾ ਚੱਕਰ ਸ਼ੁਰੂ ਹੋਇਆ, ਜਿਸ ਵੇਲੇ ਇਹ ਸਾਰਾ ਕੁਝ ਜਿਹੜਾ ਹੈਗਾ ਸਮਾਂ ਸਿਧਾਂਤ ਸ਼ੁਰੂ ਹੋਏ, ਕਿ ਉਦੋਂ ਰੱਬ ਖਤਮ ਹੋ ਗਿਆ ਵੀ ਹੁਣ ਧਰਤੀ ਆ ਗਈ, ਚਲੋ ਰੱਬ ਖਤਮ ਹੋ ਗਿਆ, ਨਹੀਂ, ਉਦੋਂ ਵੀ ਸੀ। ਇਹਦੇ ਵਿੱਚ ਹੀ ਸਮਾਇਆ ਹੋਇਆ ਸੀਗਾ। ਜਿਵੇਂ ਇੱਕ ਤਮਾਸ਼ਾ ਕਰਨ ਵਾਲਾ ਹੈ ਨਾ, ਤਮਾਸ਼ਾ ਸ਼ੁਰੂ ਨਹੀਂ ਕੀਤਾ ਪਰ ਉਹ ਹਲੇ ਹੈਗਾ ਹੈ। ਤਮਾਸ਼ਾ ਸ਼ੁਰੂ ਹੋ ਗਿਆ, ਉਹ ਉਦੋਂ ਵੀ ਹੈਗਾ। ਪੂਰੇ ਤਮਾਸ਼ੇ ਵਿੱਚ ਉਹੀ ਤਾਂ ਹੈ, ਉਹੀ ਤਾਂ ਦਿਖਾ ਰਿਹਾ ਤਮਾਸ਼ਾ। ਤੇ ਜਿਸ ਵੇਲੇ ਤਮਾਸ਼ਾ ਖਤਮ ਹੋ ਗਿਆ, ਤਮਾਸ਼ਾ ਖਤਮ ਹੋਇਆ, ਤਮਾਸ਼ਾ ਕਰਨ ਵਾਲਾ ਖਤਮ ਨਹੀਂ ਹੋਇਆ। ਹਜ਼ੂਰ ਕਹਿੰਦੇ ਆਦ ਸੱਚ, ਜੁਗਾਦ ਸੱਚ ਹੈ, ਭੇ ਸੱਚ, ਨਾਨਕ ਹੋਸੀ ਭੀ ਸੱਚ। ਜਦੋਂ ਸਭ ਕੁਝ ਨਾਸ਼ ਹੋ ਜਾਏਗਾ, ਮਾਲਕ ਉਦੋਂ ਵੀ ਕਾਇਮ ਰਹੇਗਾ। ਇਸ ਕਰਕੇ ਮੇਰੇ ਮਾਲਕ ਨੇ ਸਮਝਾਇਆ, ਐਵੇਂ ਕਿਸੇ ਬੰਦਿਆਂ ਦੇ ਮਗਰ ਨਾ ਲੱਗ ਪੈਣਾ। ਤੇ ਜਿਹਨੇ ਐਸੇ ਰੱਬ ਜੀ ਨੂੰ ਜਾਣ ਲਿਆ, ਭਲਾ ਕੌਣ ਜਾਣੂ ਕਰਾਏਗਾ ਜੀ?
ਮੇਰੇ ਵਰਗੇ ਤੇ ਕਹਿਣਗੇ ਰੱਬ, ਹਾਂ ਮੈਂ ਹੀ ਰੱਬ ਹੈ, ਤੂੰ ਮੇਰੇ ਨਾਲ ਹੀ ਜੁੜ ਜਾ। ਇੱਥੇ ਬਹੁਤ ਸਾਰੇ ਐਸੇ ਆਏ ਜੋ ਰੱਬ ਬਣ ਕੇ ਜੀਵੇ, ਮੈਨੂੰ ਕਹਿਣ ਦੀ ਲੋੜ ਨਹੀਂ, ਤੁਸੀਂ ਜਾਣਦੇ ਹੀ ਹੋ। ਇਸ ਸੰਸਾਰ ਦੇ ਵਿੱਚ ਆਏ, ਉਹਨਾਂ ਨੇ ਜੀਵਨ ਜੀਵਿਆ ਤੇ ਆਪਣੇ ਆਪ ਨੂੰ ਰੱਬ ਕਹਿ ਦਿੱਤਾ, ਆਪੇ ਉਹ ਪੂਜਾ ਕਰਵਾ ਦਿੱਤੀ। ਪਰ ਗੁਰੂ ਨੇ ਕੀ ਕੀਤਾ? ਗੁਰੂ ਨੇ ਆਪਣੀ ਪੂਜਾ ਨਹੀਂ ਕਰਾਈ। ਉਹਨੇ ਇਹ ਨਹੀਂ ਕਿਹਾ ਕਿ ਮੈਂ ਰੱਬ ਹਾਂ, ਉਹਨੇ ਤਾਂ ਕਿਹਾ ਮੈਂ ਤੇ ਦਾਸ ਹਾਂ, ਮੈਂ ਤੇ ਦਾਸਾਂ ਦਾ ਵੀ ਦਾਸ ਹਾਂ, ਮੈਂ ਤੇ ਕੁਛ ਵੀ ਨਹੀਂ ਹਾਂ। ਨਾ ਹੋ ਜਤੀ ਸਦੀ ਨਹੀਂ ਪੜਿਆ, ਮੂਰਖ ਮੁਕਦਾ ਜਨਮ ਭਇਆ, ਐਸੇ ਬਚਨ ਵੀ ਕਹੇ ਸਤਿਗੁਰੂ ਨੇ। ਪਰ ਉਹਨੇ ਸਤਿਪੁਰਖ ਨੂੰ ਜਾਣ ਲਿਆ ਸੀ। ਹਜ਼ੂਰ ਕਹਿਣ ਲੱਗੇ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਐਵੇਂ ਨਾ ਜਣੇ ਖਣੇ ਨੂੰ ਸਤਿਗੁਰੂ ਕਹੀ ਜਾਓ। ਮੈਂ ਹੈਰਾਨ ਹੋ ਜਾਂਦਾ, ਸਿੱਖੀ ਦੇ ਵਿੱਚ ਜਨਮ ਲੈਣ ਵਾਲਾ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਹੋਣ ਦੇ ਬਾਵਜੂਦ ਵੀ ਉਹ ਕਿਸੇ ਹੋਰ ਨਹੀਂ ਗੁਰੂ ਕਹੀ ਜਾਂਦਾ। ਇਹਦਾ ਮਤਲਬ ਪਤਾ ਹੀ ਨਹੀਂ, ਉਹ ਜਾਣ ਹੀ ਨਹੀਂ ਸਕਿਆ। ਤੇ ਹਜ਼ੂਰ ਨੇ ਸਮਝਾ ਦਿੱਤਾ। ਅਸੀਂ ਕਿਹਨੂੰ ਕਹਿ ਰਹੇ ਹਾਂ? ਜਿਹੜਾ ਕਹਦੇ ਜਾ ਤੇਰਾ ਕਾਰੋਬਾਰ ਚੱਲ ਪਏਗਾ, ਅਸੀਂ ਨੂੰ ਗੁਰੂ ਕਹਿਣ ਲੱਗ ਪੈਂਦੇ। ਜਿਹੜਾ ਕੋਈ ਕਰਾਮਾਤ ਕਰਕੇ ਵਿਖਾ ਦੇਵੇ, ਬੇਵਕੂਫੀ ਬਣਾਉਂਦੇ ਬਹੁਤੇ ਕਰਮ ਕਰਨ ਵਾਲੇ। ਕਿੰਨੇ ਤਾਂ ਪਕੜੇ ਗਏ ਆ, ਕੋਈ ਇਹ ਵਿਭੂਤੀ ਕੱਢ ਰਿਹਾ ਹੈ, ਕੋਈ ਫਲ ਫਰੂਟ ਕੱਢ ਰਿਹਾ, ਅਸੀਂ ਉਹਨੇ ਸਤਿਗੁਰੂ ਕਹੀ ਜਾਂਦੇ ਆ ਵੀ ਬੜੇ ਪਹੁੰਚੇ ਹੋਏ ਜੀ, ਉਹਨੇ ਇੰਝ ਕੀਤਾ ਤੇ ਉਂਝ ਹੋ ਗਿਆ। ਡਾਕਟਰਾਂ ਦੀ ਸਹਾਇਤਾ ਦੇ ਨਾਲ ਆਪਣੇ ਪਾਣੀ ਦੇ ਵਿੱਚ ਜਿਹੜੀਆਂ ਵੱਧ ਪਾਵਰ ਵਾਲੀਆਂ ਦਵਾਈਆਂ ਹੈਗੀਆਂ ਉਹ ਘੋਲ ਕੇ ਪਿਆਉਂਦੇ, ਦਰਦ ਦੂਰ ਹੋ ਗਿਆ ਜੀ। ਲੌਂਗ ਰਨ ਦੇ ਵਿੱਚੋਂ ਖਤਰਨਾਕ ਹੈ, ਅਸੀਂ ਉਹਨਾਂ ਨੂੰ ਗੁਰੂ ਮੰਨੀ ਬੈਠੇ ਆ। ਜੋ ਲੁੱਟਣ ਵਾਲੇ ਨੇ ਦੂਜੇ, ਸਮਝੀਏ ਗੁਰੂ ਕੌਣ ਹੈ। ਸੁਖਮਨੀ ਸਾਹਿਬ ਦੀ ਬਾਣੀ ਸਮਝਾਉਂਦੀ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਜਿਹਨੇ ਸਤਿਪੁਰਖ ਨੂੰ ਜਾਣਿਆ, ਜਿਹੜਾ ਸਤਿਪੁਰਖ ਨਾਲ ਜੁੜੇਗਾ, ਆਪਣੀ ਪੂਜਾ ਨਹੀਂ ਕਰਾਏਗਾ। ਤਿਸ ਕੈ ਸੰਗ ਸਿੱਖ ਉਧਰੈ, ਉਹਦੇ ਨਾਲ ਸਿੱਖ ਦਾ ਉਧਾਰ ਹੋ ਸਕਦਾ, ਦੂਜੇ ਨਾਲ ਤਾਂ ਹੋ ਨਹੀਂ ਸਕਦਾ। ਉਹ ਤਾਂ ਆਪ ਡੁੱਬਣ ਵਾਲੇ, ਸਾਨੂੰ ਵੀ ਡੁੱਬਣਗੇ। ਤੇ ਅਗਲੇ ਸ਼ਲੋਕ ਵਿੱਚ ਮੇਰੇ ਮਾਲਕ ਨੇ ਸਮਝਾਇਆ, ਆਪਾਂ ਸਮਝ ਆਈਏ। ਆਪਾਂ ਸਾਰਿਆਂ ਨੇ ਬਹੁਤ ਪੈਸਾ ਇਕੱਠਾ ਕੀਤਾ, ਧਨ ਪਦਾਰਥ ਇਕੱਠੇ ਕੀਤੇ, ਸਮਾਨ ਇਕੱਠੇ ਕੀਤੇ, ਕਿਹੜੀ ਚੀਜ਼ ਨਾਲ ਲੈ ਕੇ ਜਾਵਾਂਗੇ? ਮਹਿੰਗੀ ਤੋਂ ਮਹਿੰਗੀ ਗੱਡੀ ਲਿੱਤੀ, ਗੱਡੀ ਨਾਲ ਲੈ ਕੇ ਜਾਣੀ? ਵੱਡੇ ਤੋਂ ਵੱਡੇ ਮਹਿਲ ਮਾੜੀਆਂ ਬਣਾਈਆਂ, ਨਾਲ ਲੈ ਕੇ ਜਾਣੇ? ਬੈਂਕ ਬੈਲੈਂਸ ਬਹੁਤ ਵੱਡਾ ਕੀਤਾ, ਨਾਲ ਜਾਣਾ? ਨਹੀਂ ਜਾਣਾ ਨਾ, ਇੱਥੇ ਹੀ ਰਹਿ ਜਾਣਾ ਨਾ। ਤੇ ਗੁਰੂ ਸਾਹਿਬ ਜੀ ਸਮਝਾਉਂਦੇ, ਸਾਥ ਨਾ ਚਾਲੈ ਬਿਨ ਭਜਨ। ਜੇ ਰੱਬ ਦਾ ਭਜਨ ਕੀਤਾ ਹੁੰਦਾ ਤੇ ਉਹ ਨਾਲ ਜਾਣਾ ਹੀ ਜਾਣਾ। ਉਹ ਕਰੀਏ, ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ, ਕਰੋ ਕੰਮ, ਕਰੋ ਇਕੱਠੇ ਪੈਸੇ। ਪਰ ਜਿਸ ਕੰਮ ਵਾਸਤੇ ਆਏ ਆ, ਭਈ ਪ੍ਰਾਪਤ ਮਾਨਕ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਲ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਵੀ ਤੇ ਕਰੀਏ ਨਾ, ਕਿਉਂਕਿ ਇਹ ਨਹੀਂ ਨਾਲ ਜਾਣਾ ਹੈ। ਬਾਕੀ ਤੇ ਦੁਨਿਆਵੀ ਲੋੜਾਂ ਪੂਰੀਆਂ ਹੋ ਜਾਣੀਆਂ। ਜਿਨ੍ਹਾਂ ਦੇ ਮਾਪੇ ਨਹੀਂ ਹੁੰਦੇ ਬੱਚੇ, ਉਹਨਾਂ ਦੇ ਵੀ ਪਲ ਜਾਂਦੇ ਆ। ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਮਾਪੇ, ਉਹਨਾਂ ਦੇ ਵੀ ਪਲ ਜਾਂਦੇ ਆ। ਇਹ ਤੇ ਰੱਬ ਦਾ ਬਣਾਇਆ ਵਿਧਾਨ ਹੈ, ਹੋ ਜਾਂਦਾ ਸਭ ਕੁਝ। ਪਰ ਚੇਤੇ ਰੱਖਣਾ, ਇਹ ਮਨੁੱਖਾ ਜੀਵਨ ਸਫਲ ਹਰੇਕ ਦਾ ਨਹੀਂ ਜੇ ਹੁੰਦਾ। ਉਹਦਾ ਹੁੰਦਾ ਜੋ ਪ੍ਰਭੂ ਦੇ ਨਾਮ ਨਾਲ ਜੁੜਦਾ। ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਸਵਾਹ ਹੈ ਸਭ ਕੁਝ, ਸਵਾਹ ਨਾ ਇਕੱਠੀ ਕਰੀਏ ਕੇਵਲ। ਸਾਡੇ ਲਈ ਸਵਾਹ ਹੀ ਆ ਉਹ ਜੋ ਨਾਲ ਨਿਭਣੀ ਨਹੀਂ, ਜਿਹਨੇ ਗਵਾਹੀ ਨਹੀਂ ਦੇਣੀ। ਹਾਂ, ਜੇ ਇਹਦੇ ਲਈ ਅਸੀਂ ਪਾਪ ਕਮਾਏ, ਪਾਪਾਂ ਬਾਝੋਂ ਹੋਵੇ ਨਹੀਂ, ਇਹ ਵੀ ਕਈਆਂ ਦੀ ਅਸਲੀਅਤ ਹੈ। ਆ ਵੇਖੋ, ਕਰੋਨਾ ਕਾਲ ਕਰਕੇ ਕਈ ਡਾਕਟਰ ਜਲਾਦ ਬਣ ਗਏ। ਕੀ ਨਹੀਂ ਬਣੇ? ਸਿਲੰਡਰ ਮਹਿੰਗਾ ਵੇਚਣ ਵਾਲਾ ਕੌਣ ਹੈ? ਐਂਬੂਲੈਂਸ ਮਹਿੰਗੇ ਰੇਟ ਤੇ ਚਲਾਉਣ ਵਾਲਾ ਕੌਣ ਹੈ? ਮਹਿੰਗੇ ਰੇਟ ਦੇ ਉੱਤੇ ਆਪਰੇਸ਼ਨ ਕਰਨ ਵਾਲਾ ਕੌਣ ਹੈ? ਇਹ ਨਾਮ ਵਾਲੇ ਨਹੀਂ ਹੈ, ਇਹ ਛਾਰ ਵਾਲੇ ਹੀ ਹੈ, ਜਿਨ੍ਹਾਂ ਨੇ ਮਾਇਆ ਦੇ ਨਾਲ ਹੀ ਸੰਬੰਧ ਪੈਦਾ ਕੀਤਾ। ਮੌਕਾ ਮਿਲਿਆ ਇਕੱਠੇ ਕਰਨ ਦਾ। ਐਡੀ ਮਹਾ ਬਿਮਾਰੀ ਦੇ ਵਿੱਚ ਲੋਕਾਂ ਨੂੰ ਲੁੱਟਣ ਤੇ ਲੱਕ ਬੰਨ ਲਿਆ ਕਈਆਂ ਨੇ, ਭਾਵੇਂ ਉਹ ਰਾਜਨੇਤਾ ਵੀ ਕਿਉਂ ਨਾ ਹੋਵੇ। ਕੋਈ ਇਹਦੇ ਨਾਲ ਵੋਟਾਂ ਦੇ ਪਿੱਛੇ ਪਏ ਹੋਏ, ਵੋਟਾਂ ਲੈ ਲਈਏ ਬਸ। ਸਤਿਗੁਰੂ ਜੀ ਕਹਿਣ ਲੱਗੇ, ਸਵਾਈ ਹੈ, ਸਿਰ ਤੇ ਸਵਾਈ ਪੈਣੀ ਹੈ ਕੱਲ ਨੂੰ। ਫਿਰ
ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ। ਆਹ ਕਮਾਈ ਕਰਨੀ ਹੈ, ਆਹ ਕਮਾਈ ਹਰੀ ਹਰੀ ਦੇ ਨਾਮ ਦੀ ਕਮਾਈ। ਸਾਡੇ ਜੀਵਨ 'ਚ ਰੱਬ ਦੇ ਗੁਣ ਹੋਣੇ ਚਾਹੀਦੇ ਨੇ, ਇਹ ਕਮਾਈ ਹੈ। ਉਹ ਬੰਦਾ ਫਿਰ ਦੂਜੇ ਦੀ ਲੋੜ ਨੂੰ ਸਮਝਦਾ ਹੋਇਆ ਲੁੱਟੇਗਾ ਨਹੀਂ, ਸਗੋਂ ਸੇਵਾ ਕਰੇਗਾ ਉਸ ਦੀ। ਜਦੋਂ ਇਹ ਗੱਲ ਸਮਝ ਆ ਜਾਏਗੀ ਨਾ, ਫਿਰ ਅਗਲਾ ਸ਼ਲੋਕ ਅਸੀਂ ਉਸ ਅਵਸਥਾ ਤੇ ਪਹੁੰਚਾਂਗੇ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਫਿਰ ਅਰਦਾਸ ਕਰਾਂਗੇ, ਸੱਚੇ ਪਾਤਸ਼ਾਹ ਬਹੁਤ ਭਟਕ ਲਿਆ, ਹੁਣ ਮੈਨੂੰ ਸਮਝ ਆਈ, ਹੁਣ ਆਪਣੀ ਭਗਤੀ ਚ ਲਾ ਲੈ। ਹੁਣ 30 ਸਾਲ ਗਏ, 40 ਸਾਲ ਗਏ, ਕਈਆਂ ਦੇ 60 ਗਏ, ਪਿੱਛੇ ਕਿੰਨੇ ਕੁ ਰਹਿ ਗਏ ਕੋਈ ਪਤਾ? ਕਿਤੇ ਇਹ ਵੀ ਚਲੇ ਨਾ ਜਾਣ, ਹੁਣ ਭਗਤੀ ਚ ਲਾ ਲੈ। ਜਾਨਵਰਾਂ ਵਾਂਗੂ ਬਹੁਤ ਜੀ ਲਿਆ ਅਸੀਂ, ਹੁਣ ਇਨਸਾਨਾਂ ਵਾਂਗੂ ਜੀਣ ਦੀ ਸਾਨੂੰ ਸੋਝੀ ਬਖਸ਼ ਦੇ। ਸਾਡੇ ਅੰਦਰ ਇਹ ਭੁੱਖ ਪੈਦਾ ਹੋਵੇ, ਅਸੀਂ ਇਹ ਅਰਦਾਸ ਕਰੀਏ, ਜੀਵਨ ਗਵਾਈਏ ਨਾ, ਅਸੀਂ ਆਪਣਾ ਜੀਵਨ ਸਫਲ ਕਰੀਏ। ਅਸੀਂ ਇਹ ਅਰਦਾਸ ਕਰੀਏ, ਸੱਚੇ ਪਾਤਸ਼ਾਹ ਆਪਣੀ ਭਗਤੀ ਵਿੱਚ ਲਾ, ਆਪਣੇ ਪਿਆਰ ਵਿੱਚ ਲਾ। ਜੋ ਤੇਰੇ ਵਿੱਚ ਗੁਣ ਨੇ ਉਹ ਮੇਰੇ ਵਿੱਚ ਵੀ ਆ ਜਾਣ। ਮੈਂ ਵੀ ਨਿਰਭਉ ਬਣਾ, ਮੈਂ ਵੀ ਨਿਰਵੈਰ ਬਣਾ, ਮੈਂ ਵੀ ਦੀਨ ਬੰਧੂ ਬਣਾ, ਮੈਂ ਵੀ ਪਾਲਕ ਬਣਾ, ਮੈਂ ਵੀ ਦਿਆਲੂ ਬਣਾ। ਆਪਣੀ ਭਗਤੀ ਵਿੱਚ ਮੈਨੂੰ ਲਾ ਲੈ। ਫਿਰ ਹਜ਼ੂਰ ਨੇ ਸਮਝਾਇਆ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਇਹ ਸਮਝ ਜਾਈਏ, ਅਹੰਕਾਰ ਦੂਰ ਹੋਣਾ ਜ਼ਰੂਰ ਹੈ। ਅਹੰਕਾਰ ਸਾਡਾ ਦੂਰ ਹੋ ਜਾਏ, ਇਹ ਬਹੁਤ ਜ਼ਰੂਰੀ ਹੈ। ਰੱਬ ਨੂੰ ਮਿਲਣਾ, ਭਗਤੀ ਚ ਲੱਗਣਾ ਕਿ ਨਹੀਂ ਲੱਗਣਾ? ਲੱਗਣਾ ਹੈ। ਕਿਵੇਂ ਕਰਾਂਗੇ ਰੱਬ ਦੀ ਭਗਤੀ, ਰੱਬ ਦੀ ਸੇਵਾ ਕਿਵੇਂ ਕਰਾਂਗੇ ਦੱਸੋ? ਜੇ ਆਪਾਂ ਸਰਗੁਣ ਨਹੀਂ ਸਮਝਾਂਗੇ ਨਾ, ਆਪਾਂ ਭਗਤੀ ਨਹੀਂ ਕਰ ਸਕਦੇ। ਸਾਰਿਆਂ ਵਿੱਚ ਰੱਬ ਰਹਿੰਦਾ, ਇਹ ਸਰਗੁਣ ਦਾ ਮਤਲਬ ਹੈ ਸਾਰਾ ਕੁਝ ਰੱਬ ਹੀ ਹੈ। ਰੱਬ ਦੀ ਸੇਵਾ ਕਰਨੀ ਹੈ, ਸਾਰਾ ਕੁਝ ਹੀ ਰੱਬ ਹੈ, ਕਰੋ ਸੇਵਾ। ਹੁਣ ਜਿਹੜੇ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰਦੇ, ਉਹਨੂੰ ਸਰਗੁਣ ਦਾ ਕੀ ਪਤਾ? ਇੱਥੇ ਤੇ ਸਾਰਿਆਂ ਨੂੰ ਹੀ ਆਪਣਾ ਸਮਝ ਕੇ ਸੇਵਾ ਕਰਨੀ ਸੀ। ਅਸੀਂ ਤਾਂ ਆਪਣੇ ਮਾਪਿਆਂ ਦੀ ਸੇਵਾ ਵੀ ਨਾ ਕਰ ਸਕੇ ਜਿਨ੍ਹਾਂ ਨੇ ਸਾਡੀ ਸੇਵਾ ਕੀਤੀ। ਜੋ ਆਪਣੇ ਭਰਾ ਦੀ ਚੰਗਾ ਵੈਲਵਿਸ਼ਰ ਨਹੀਂ ਹੋ ਸਕਦਾ, ਉਹ ਦੂਜਿਆਂ ਦਾ ਕੀ ਹੋਏਗਾ? ਜਿਹਦੇ ਨਾਲ ਖੇਡਿਆ, ਜਿਹਦੇ ਨਾਲ ਦੁੱਖ ਸੁੱਖ ਸਾਂਝੇ ਕੀਤੇ ਹੈ, ਉਹ ਨਹੀਂ ਭੁੱਲ ਗਿਆ, ਉਹ ਬਾਕੀਆਂ ਵਿੱਚ ਰੱਬ ਕੀ ਵੇਖੇਗਾ? ਉਹਨੂੰ ਸਰਗੁਣ ਦਾ ਕੀ ਪਤਾ? ਹਜ਼ੂਰ ਕਹਿਣ ਲੱਗੇ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਜਦੋਂ ਕੁਛ ਵੀ ਨਹੀਂ ਸੀ ਉਦੋਂ ਵੀ ਆਪ ਸੀ। ਆ ਸਾਰਾ ਪਸਾਰਾ ਇਹਦੇ ਵਿੱਚ ਰੱਬ ਹੀ ਬੈਠਾ ਹੈ ਨਾ। ਹੁਣ ਭਗਤੀ ਕਰਨੀ ਹੈ। ਮੇਰੇ ਮਾਲਕ ਨੇ ਪੰਗਤ ਦਾ ਸਿਧਾਂਤ ਦਿੱਤਾ, ਸੰਗਤ ਦਾ ਸਿਧਾਂਤ ਦਿੱਤਾ, ਸਰੋਵਰ ਵਿੱਚ ਇਕੱਠੇ ਇਸ਼ਨਾਨ ਕਰਨ ਦਾ ਸਿਧਾਂਤ ਦਿੱਤਾ, ਤਾਂ ਕਿ ਪਤਾ ਲੱਗ ਜਾਏ ਸਭ ਬਰਾਬਰ ਹੈ, ਸਾਰਿਆਂ ਵਿੱਚ ਹੀ ਰੱਬ ਹੈ, ਕੋਈ ਊਚ ਨੀਚ ਨਹੀਂ। ਅਸੀਂ ਮਨ ਪਾਵਾਂਗੇ, ਆਪਾਂ ਤੇ ਜਾਤਾਂ ਪਾਤਾਂ ਵਿੱਚ ਵੰਡ ਕੇ ਰੱਖ ਦਿੱਤਾ, ਇਹ ਸਾਡੀ ਬਰਾਦਰੀ ਦਾ ਤੇ ਬਾਕੀ ਬੇਗਾਨੇ ਹੈ। ਸਰਗੁਣ ਨੂੰ ਵੇਖਣ ਵਾਲਾ ਸਾਰਿਆਂ ਵਿੱਚ ਰੱਬ ਦੀ ਜੋਤ ਵੇਖੇਗਾ। ਹਜ਼ੂਰ ਕਹਿਣ ਲੱਗੇ, ਸਰਗੁਣ ਵੀ ਉਹੀ ਹੈ, ਨਿਰਗੁਣ ਵੀ ਉਹੀ ਹੈ। ਜੀ ਜੰਤ ਕੇ, ਦੇਖੋ ਅਗਲਾ ਸ਼ਲੋਕ ਬਿਲਕੁਲ ਨਾਲ ਜੁੜਦਾ ਹੈ, ਕਲੀਅਰ ਹੋ ਜਾਏਗਾ। ਜੀ ਜੰਤ ਕੇ ਠਾਕੁਰਾ ਆਪੇ ਵਰਤਣਹਾਰ। ਸਾਰੇ ਜੀ ਜਨਤਾ ਚ ਕੌਣ ਹੈ? ਉਹੀ ਤੇ ਹੈ, ਉਹੀ ਤੇ ਵਰਤ ਰਿਹਾ। ਇਸੇ ਕਰਕੇ ਸਿੱਖ ਕੁਦਰਤ ਨੂੰ ਖਰਾਬ ਨਹੀਂ ਕਰੇਗਾ ਕਦੇ ਵੀ। ਪਰ ਮੈਨੂੰ ਕਹਿ ਲੈਣ ਦੇਣਾ, ਪੰਜਾਬ ਵਿੱਚ ਸਿੱਖ ਰਹਿੰਦੇ ਆ ਨਾ, ਤੇ ਪੰਜਾਬ ਦਾ ਪਾਣੀ ਤੇ ਕਹਿੰਦੇ ਗੰਦਾ ਕਰ ਦਿੱਤਾ, ਪੰਜਾਬ ਦੀ ਖੇਤੀ ਤੇ ਕਹਿੰਦੇ ਜ਼ਹਿਰੀਲੀ ਕਰ ਦਿੱਤੀ। ਤੇ ਮੈਨੂੰ ਕਹਿ ਲੈਣ ਦੇਣਾ, ਆਪਾਂ ਸਿੱਖ ਬਣ ਨਹੀਂ ਸਕੇ। ਫਿਰ ਆਪਾਂ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਸੀ ਨਾ। ਜੀ ਜੰਤ ਕੇ ਠਾਕੁਰਾ ਆਪੇ ਵਰਤਣਹਾਰ, ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸ਼ਟਾਰ। ਇਹ ਹੈ ਸਰਗੁਣ ਦਾ ਰੂਪ। ਪਰ ਜਦੋਂ ਗੁਰੂ ਕੋਲ ਜਾਵਾਂਗੇ ਉਦੋਂ ਇਹ ਸਾਨੂੰ ਸੋਝੀ ਮਿਲੇਗੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਗੁਰੂ ਨੇ ਗਿਆਨ ਰੂਪੀ ਸੁਰਮਾ ਸਾਡੀਆਂ ਅੱਖਾਂ ਵਿੱਚ ਪਾ ਦਿੱਤਾ, ਉਦੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਉਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਗਏ ਜੋ ਚੰਗੇ ਚੰਗੇ ਲੱਗਦੇ ਸੀ। ਉਦੋਂ ਮੇਰ ਤੇਰ ਗਈ, ਉਦੋਂ ਵੈਰ ਭਾਵਨਾ ਗਈ, ਉਦੋਂ ਜਾਤ ਪਾਤ ਦੀਆਂ ਵੰਡੀਆਂ ਗਈਆਂ,
ਉਦੋਂ ਤੇ ਸਾਰੇ ਹੀ ਆਪਣੇ ਆਪਣੇ ਲੱਗਣ ਲੱਗ ਪਏ। ਸਭ ਕੋ ਉਮੀਦ ਹਮ ਆਪਨ ਕੀਨਾ, ਉਦੋਂ ਤੇ ਰੱਬ ਤੋਂ ਬਿਨਾ ਹੋਰ ਕੋਈ ਨਜ਼ਰ ਹੀ ਨਹੀਂ ਆਇਆ ਸਾਨੂੰ। ਕਿਉਂ? ਕਿਉਂਕਿ ਗਿਆਨ ਰੂਪੀ ਸੁਰਮਾ ਸਾਨੂੰ ਗੁਰੂ ਤੋਂ ਪ੍ਰਾਪਤ ਹੋ ਗਿਆ, ਗੁਰ ਪ੍ਰਸਾਦ। ਬਸ ਹੁਣ ਪੂਰਾ ਹੋ ਜਾਣਾ ਇਸਨੇ, ਹੁਣ ਅਧੂਰਾ ਨਹੀਂ ਰਹਿਣਾ, ਹੁਣ ਇਹ ਅਧਵਾਟੇ ਹੀ ਨਹੀਂ ਰਹੇਗਾ। ਪਰ ਕਿਵੇਂ ਪੂਰਾ ਬਣੇਗਾ? ਹੁਣੇ ਆਪ ਜੇ ਸਰਵਣ ਕੀਤਾ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਗਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਜਿਹੜਾ ਪੂਰੇ ਨਾਲ ਜੁੜੇਗਾ ਨਾ, ਕਿਉਂਕਿ ਉੱਥੇ ਗੱਲ ਆਈ ਸੀ ਭਗਤ ਜਿਨਾ ਕੇ ਮਨ ਵਿਸ਼ਰਾਮ। ਪਰ ਭਗਤ ਕਿਹਦਾ? ਕਿਸ ਦਾ ਭਗਤ? ਕਲੀਅਰ ਕੀਤਾ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਵਿਸ਼ਰਾਮ। ਜਿਹੜਾ ਗੋਬਿੰਦ ਦਾ ਭਗਤ ਹੈ, ਪੂਰੇ ਦਾ ਭਗਤ ਹੈ ਜਿਹੜਾ। ਇੱਥੇ ਤਾਂ ਕੋਈ ਕਿਹਦਾ ਭਗਤ, ਕੋਈ ਕਿਹਦਾ ਭਗਤ। ਜਿਹੜਾ ਪੂਰੇ ਦਾ ਭਗਤ ਹੈ ਨਾ, ਉਹਦੇ ਮਨ ਵਿੱਚ ਵਿਸ਼ਰਾਮ ਹੈ। ਆਓ ਅਸੀਂ ਪੂਰੇ ਨੂੰ ਅਰਾਧੀਏ, ਪੂਰੇ ਨਾਲ ਜੁੜੀਏ, ਪੂਰੇ ਦੇ ਗੁਣ ਗਾਈਏ, ਤਾਂ ਕਿ ਅਸੀਂ ਵੀ ਪੂਰੇ ਹੋ ਸਕੀਏ। ਉਂਝ ਬੰਦਾ ਚੜ੍ਹਾਈ ਕਰ ਜਾਏ, ਅਸੀਂ ਕਹਿੰਦੇ ਬੰਦਾ ਪੂਰਾ ਹੋ ਗਿਆ, ਨਾ, ਉਹਨੂੰ ਪੂਰਾ ਨਹੀਂ ਕਿਹਾ ਜਾਂਦਾ। ਬਹੁਤੇ ਅਧੂਰੇ ਹੀ ਏਦਾਂ ਚਲੇ ਗਏ। ਪੂਰਾ ਤਾਂ ਉਹ ਹੈ ਜਿਹੜਾ ਇੱਥੇ ਆ ਕੇ ਰੱਬ ਰੂਪ ਹੋ ਗਿਆ, ਜਿਹੜਾ ਇੱਥੇ ਆ ਕੇ ਗੁਰੂ ਰੂਪ ਹੋ ਗਿਆ, ਜਿਹਨੂੰ ਗੁਰੂ ਨੇ, ਰੱਬ ਜੀ ਨੇ ਆਪਣੇ ਗਲ ਦੇ ਨਾਲ ਲਗਾ ਲਿਆ। ਉਹ ਉਹੀ ਹੋਏਗਾ ਜੋ ਰੱਬ ਜੀ ਦੀ ਬੰਦਗੀ ਨਾਲ ਜੁੜੇਗਾ। ਲੰਮਾ ਪੈਂਡਾ ਸੀ, ਹੋ ਸਕਦਾ ਸਮਾਂ ਵੀ ਮੈਂ ਵੱਧ ਲੈ ਗਿਆ ਹੋਵਾਂ, ਤੇ ਮੈਨੂੰ ਖਿਮਾ ਕਰ ਦੇਣਾ। ਹੋਈਆਂ ਅਨੇਕ ਭੁੱਲਾਂ ਲਈ ਦਾਸ ਖਿਮਾ ਦਾ ਜਾਚਕ ਹੈ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵਾਈਸ ਪ੍ਰਿੰਸੀਪਲ ਵੀਰ ਮਨਿੰਦਰਪਾਲ ਸਿੰਘ ਜੀ ਦਾ, ਜਿਨ੍ਹਾਂ ਨੇ ਬਹੁਤ ਸੋਹਣੇ ਢੰਗ ਦੇ ਨਾਲ ਆਪ ਜੀ ਵੇਖੋ ਕਿ ਬਾਣੀ ਬਹੁਤ ਲੰਮੇਰੀ ਸੀ, ਪਰ ਵੀਰ ਜੀ ਨੇ ਬਹੁਤ ਸੋਹਣੇ ਢੰਗ ਨਾਲ ਸਾਰੀ ਬਾਣੀ ਦੇ ਜੋ ਭਾਵਾਰਥ ਸਨ ਉਹ ਸ਼ਲੋਕਾਂ ਦੇ ਰਾਹੀਂ ਆਪ ਜੀ ਦੇ ਸਾਹਮਣੇ। ਸੋ ਮੈਂ ਦਿੱਲੀ ਸਰਕਲ ਦੀਆਂ ਸਮੂਹ ਸੰਗਤਾਂ ਵੱਲੋਂ ਤੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਵੱਲੋਂ ਵੀਰ ਜੀ ਦਾ ਤਹਿ ਦਿਲੋਂ ਧੰਨਵਾਦ। ਸਾਰਿਆਂ ਦਾ ਆਪ ਜੀ ਦਾ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।